ਮੰਡੀ ਬੋਰਡ ਵਿੱਚ ਵੀ ਅਫਸਰ ਘੱਟ ਤੇ ਕਰਮਚਾਰੀ ਬਹੁਤ ਜ਼ਿਆਦਾ ਇਮਾਨਦਾਰ ਨੇ। ਜਿੰਨੇ ਉੱਚੇ ਅਫਸਰ ਨੇ ਉਨੀ ਵੱਡੀ ਰਿਸ਼ਵਤ ਵੀ ਲੈਂਦੇ ਨੇ, ਪਰ ਅਫਸਰਾਂ 'ਚ ਵੀ ਚੰਗੇ ਬੰਦੇ ਹੈਗੇ ਆ। ਮੰਡੀ ਦੇ ਵਿੱਚ ਕਣਕ ਝੋਨਾ ਲੈ ਕੇ ਕਿਸਾਨ ਆਉਂਦਾ ਹੈ, ਖਰੀਦਣਾ ਏਜੰਸੀਆਂ ਜਾੜਦੀਆਂ ਨੇ। ਸਫਾਈ ਹੋਵੇ, ਕਿਸਾਨ ਨੂੰ ਉੱਥੇ ਪੀਣ ਵਾਲਾ ਪਾਣੀ ਮਾੜਾ ਮੋਟਾ ਚਾਹੀਦਾ ਹੋ ਸਕਦਾ, ਜੇ ਉਹ ਸਾਰੀਆਂ ਚੀਜ਼ਾਂ ਲਾਈਟਾਂ ਮਾੜੀਆਂ ਮੋਟੀਆਂ ਬਿਜਲੀ ਉੱਥੇ ਹੋਣੀ ਚਾਹੀਦੀ ਆ, ਉਹ ਸਾਰਾ ਪ੍ਰਬੰਧ ਮੰਡੀ ਬੋਰਡ ਨੇ ਕਰਨਾ ਹੁੰਦਾ ਕਿ ਨਹੀਂ? ਮੰਡੀ ਬੋਰਡ ਦਾ ਕੰਮ ਹੈਗਾ ਮੰਡੀਆਂ ਨੂੰ ਲਿਸ਼ਕਾਉਣਾ, ਉੱਥੇ ਪ੍ਰਬੰਧ ਕਰਨੇ, ਛਾਂ ਪਾਣੀ ਤੇ ਰੌਸ਼ਨੀ ਦਾ ਪ੍ਰਬੰਧ ਕਰਨਾ, ਸਫਾਈ ਕਰਨੀ ਮੰਡੀਆਂ ਦੀ। ਕਈ ਵਾਰੀ ਕਹਿੰਦੇ ਜੀ ਜਦੋਂ ਪੱਖਾ ਲਾਉਂਦੇ ਆ ਨਾ ਉਦੋਂ ਜੀ ਬੜੀ ਵੱਡੀ ਕਿਸਾਨ ਦੀ ਲੁੱਟ ਹੁੰਦੀ ਹੈ। ਮੈਨੂੰ ਨਹੀਂ ਪਤਾ ਕਿ ਉਹ ਮੰਡੀ ਬੋਰਡ ਦੇ ਅਧੀਨ ਆਉਂਦਾ ਕਿ ਨਹੀਂ ਆਉਂਦਾ, ਪਰ ਤੁਸੀਂ ਮੰਡੀ 'ਚ ਤਾਂ ਰਹੇ ਹੀ ਹੋ ਨਾ। ਕੀ ਪੱਖੇ ਦੇ ਨਾਂ ਦੇ ਉੱਤੇ ਵੀ ਕਿਸਾਨ ਦੀ ਮਾੜੀ ਮੋਟੀ ਲੁੱਟ ਹੋ ਜਾਂਦੀ ਹੈ ਜਾਂ ਫਿਰ ਬਚਾਅ ਹੀ ਹੁੰਦਾ? ਇੱਕ ਤਾਂ ਚੋਰੀ ਹੁੰਦੀ ਆ, ਇੱਕ ਬਲੈਕਮੇਲਿੰਗ ਹੁੰਦੀ ਆ। ਹੁੰਦਾ ਕੀ ਆ ਕਿ ਢੇਰੀਆਂ ਨਾਲ ਲੱਗੀਆਂ ਹੁੰਦੀਆਂ, ਉਹਦੇ ਵਿੱਚ ਇੱਕ ਫੂਸ ਦੀ ਢੇਰੀ ਲੱਗ ਗਈ, ਉਹ ਹੌਲੀ ਉਹਦੇ ਨਾਲ ਲੰਘਦੇ ਵੜਦੇ ਦੂਜੀ ਢੇਰੀ 'ਚੋਂ ਚੱਕ ਕੇ ਉਹਦੇ 'ਚ ਪਾਤਾ ਤੇ ਉਹ ਬੇਨਾਮੀ ਢੇਰੀ ਬਣ ਜਾਂਦੀ ਸੀ ਵੱਡੀ ਸਾਰੀ। ਕਰੋੜਾਂ 'ਚ ਵੱਡੇ ਲੈਵਲ ਤੇ ਜਿਹੜੀ ਆ, ਉੱਪਰਲੇ ਲੈਵਲ ਤੇ, ਉਹ ਕਿਸਾਨ ਦੀ ਨਹੀਂ ਹੁੰਦੀ, ਉਹ ਹੋਰ ਪਾਸਿਓਂ ਕੰਜ਼ਿਊਮਰ ਵਾਲੇ ਪਾਸੋਂ ਨੈਚੁਰਲੀ ਵਿੱਚ ਫਾਰਮਰ ਦਾ ਵੀ ਆ ਹੀ ਜਾਂਦਾ ਹੈ। ਵੱਡੇ ਪੱਧਰ ਤੇ ਕਰਪਸ਼ਨ ਹੁੰਦੀ ਰਹੀ ਆ। ਇਸ ਗੱਲ ਤੋਂ ਫਾਰਮਰ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹਦੀ ਜਿਣਸ ਦੀ ਇਸ ਤਰ੍ਹਾਂ ਲੁੱਟ ਨਾ ਹੋਵੇ। ਝੋਨਾ ਆਉਣ ਵਾਲਾ ਹੈ ਤੇ ਢੇਰੀਆਂ ਲੱਗ ਗਈਆਂ ਉੱਥੇ, ਯਾਨੀ ਮੰਡੀ ਬੋਰਡ ਡਾਂਗ ਲੈ ਕੇ ਖੜ ਜਾਂਦਾ ਹੈ ਮੰਡੀ ਦੇ ਵਿੱਚ ਕਿ ਜਿੰਨੀ ਦੇਰ ਕੋਈ ਨੇਤਾ ਨਹੀਂ ਆਉਂਦਾ, ਤੇ ਐਂ ਕਰਕੇ ਉੱਥੋਂ ਝੋਨੇ ਦੀ ਤਾਂ ਢੇਰੀ ਜੀ ਮੁੱਠੀ 'ਚ ਭਰ ਕੇ ਤਾਣ ਕੇ ਕਹਿੰਦੇ ਜੀ ਖਰੀਦ ਸ਼ੁਰੂ ਕਰਾਈ ਗਈ, ਉਹਦੇ ਤੋਂ ਪਹਿਲਾਂ ਝੋਨਾ ਨਹੀਂ ਵਿਕ ਸਕਦਾ। ਮੰਤਰੀ ਇਨਵੋਲਵ ਹੋ ਗਏ ਸੀਗੇ, ਕਈਆਂ ਦੀ ਆੜਤਾਂ ਹੈਗੀਆਂ, ਤੁਹਾਨੂੰ ਪਤਾ ਹੀ ਹੈ ਜੀ। ਵੇਲੇ ਮੰਤਰੀਆਂ ਦੀ ਸੀਗੀਆਂ, ਉਹਨਾਂ ਨੇ ਕਰੋੜਾਂ ਰੁਪਏ ਇਸ ਗੱਲ ਨਾਲ ਕਮਾਇਆ। ਕਾਫੀ ਅਫਸਰ ਹੈਗੇ ਜਿਹੜੇ ਚਿੱਟੀਆਂ ਕਾਰਾਂ ਲੈ ਕੇ ਮੰਡੀਆਂ ਵਿੱਚੋਂ ਸਿਰਫ ਆਪਣੀ ਰਿਸ਼ਵਤ ਦਾ ਆਪਣਾ ਹਿੱਸਾ ਲੈਣ ਜਾਂਦੇ ਆ। ਇਹ ਹੇਠਾਂ ਮਾੜਾ ਮੋਟਾ ਕੁਛ ਕਰਪਸ਼ਨ ਫੜਨ ਦਾ ਕੋਈ ਪਤਾ ਲੱਗਾ ਸੀ? ਕਦੇ ਕੋਈ ਤੁਹਾਡੇ ਨਿਗਾਹ 'ਚ ਆਇਆ ਸੀ? ਇੱਕ ਟਰੱਕ ਤੋਂ ਦੇ 10 ਤੇ ਫੜ ਲਏ ਜਦੋਂ ਫਲਾਈਂਗ 'ਚ ਹੁੰਦੇ ਸੀ। ਜਿੱਡਾ ਵੱਡਾ ਅਫਸਰ ਹੁੰਦਾ ਸੀ, ਜਿੱਡਾ ਵੱਡਾ ਉਹ ਕੰਮ ਕਰਦਾ ਸੀ ਮਾੜਾ, ਉਨਾ ਹੀ ਉਹਦੇ ਜ਼ਿਆਦਾ ਮਗਰ ਪੈਂਦਾ ਹੁੰਦਾ ਸੀ। ਮੰਡੀ ਬੋਰਡ ਨਿਸ਼ਚਿਤ ਕਰਦਾ ਹੈ ਵੀ ਕਿਸਾਨ ਨੂੰ ਸਿਰਫ ਲੋਹਾਈ ਤੇ ਸਫਾਈ ਦਾ ਖਰਚਾ ਦੇਣਾ। ਮੰਡੀ, ਕੰਡਾ, ਬੋਰੀ, ਬਾਰਦਾਨਾ ਤੇ ਹੋਰ ਬਹੁਤ ਸਾਰੇ ਸ਼ਬਦ ਹੁਣ ਮਹੀਨਾ ਡੂਢ ਮਹੀਨਾ ਬੜੇ ਚਰਚਾ ਦੇ ਵਿੱਚ ਰਹਿਣੇ ਆ। ਇੱਕ ਵਾਰੀ ਉਦੋਂ ਜਦੋਂ ਆਪਾਂ ਝੋਨਾ ਵੱਢਦੇ ਹਾਂ, ਸਾਲ ਦੇ ਵਿੱਚ ਇੱਕ ਵਾਰੀ ਉਦੋਂ ਜਦੋਂ ਆਪਾਂ ਕਣਕ ਵੱਢਦੇ ਹਾਂ। ਮੰਡੀਆਂ ਦੇ ਬਾਹਰ ਲੱਗਦੇ ਧਰਨੇ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਆਪਣੇ ਆਪ ਦੇ ਵਿੱਚ ਬੜੀਆਂ ਇੰਪੋਰਟੈਂਟ ਹੁੰਦੀਆਂ, ਕਿਉਂਕਿ ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਤੇ ਸਾਡਾ ਸੂਬਾ, ਸਾਡੇ ਸੂਬੇ ਦੇ ਕਿਸਾਨ, ਸਾਡੇ ਸੂਬੇ ਦੇ ਮਜ਼ਦੂਰ ਖੜਦੇ ਕਿੱਥੇ ਆ? ਜੇ ਮੰਡੀ ਦੇ ਵਿੱਚ ਗਈ ਹੋਈ ਫਸਲ ਚੰਗੇ ਤਰੀਕੇ ਵਿਕ ਜਾਏ, ਉੱਥੇ ਤੁਲ ਜਾਏ, ਉਹਦੇ ਤੋਂ ਬਾਅਦ ਉਹ ਟਰੱਕਾਂ ਦੇ ਵਿੱਚ ਲੱਦ ਕੇ ਜਿਹੜਾ ਉੱਥੋਂ ਸ਼ਿਫਟ ਹੋ ਜਾਏ, ਲਿਫਟਿੰਗ ਹੋ ਜਾਏ ਉਹਦੀ, ਸਾਰਾ ਕੁਛ ਆੜ੍ਹਤੀਆ, ਪੱਲੇਦਾਰ, ਕਿਸਾਨ, ਕਰਮਚਾਰੀ ਸਾਰੇ ਨਾਲ ਜੁੜਦੇ ਆ। ਤੇ ਜਦੋਂ ਮੰਡੀ ਦੇ ਵਿੱਚ ਖੱਜਲ ਖਰਾਬੀ ਹੁੰਦੀ ਆ ਤਾਂ ਫਿਰ ਮੁੜ ਕੇ ਸਾਲ 2 ਸਾਲ ਆਪਾਂ ਪੈਰਾਂ ਤੇ ਨਹੀਂ ਆਉਂਦੇ। ਇਹ ਆਖਿਰਕਾਰ ਮੰਡੀਆਂ ਦਾ ਪ੍ਰਬੰਧ ਕਿੱਧਰ ਨੂੰ ਹੈ? ਮੰਡੀ ਦਾ ਪ੍ਰਬੰਧ ਆਖਿਰਕਾਰ ਹੈ ਕੀ? ਕਿਹੜੀ ਕਿੱਧਰਲੇ ਪਾਸੇ ਡਿਊਟੀ ਆ? ਕਦੇ ਰੌਲਾ ਪੈਂਦਾ ਜੀ ਪੀਣ ਵਾਲਾ ਪਾਣੀ ਹੈ ਨਹੀਂ, ਸਫਾਈ ਹੈ ਨਹੀਂ, ਲਾਈਟਾਂ ਹੈ ਨਹੀਂ। ਕਦੇ ਹੁੰਦਾ ਜੀ ਤੋਲ ਦੁਕਾਨ ਦੇ ਵਿੱਚ ਵਾਧਾ ਘਾਟਾ ਕਰ ਦਿੱਤਾ, ਪੈਸੇ ਨਹੀਂ ਮਿਲੇ, ਬਾਰਦਾਨਾ ਨਹੀਂ ਆਇਆ, ਲਿਫਟਿੰਗ ਨਹੀਂ ਹੋਈ, ਮੰਡੀਆਂ 'ਚ ਢੇਰ ਲੱਗ ਗਿਆ, ਬੜਾ ਕੁਛ ਹੁੰਦਾ। ਤੇ ਉਹ ਸਾਰੇ ਵਿੱਚ ਕਿਹੜੀ ਕਿੰਨੀ ਕੁ ਜ਼ਿੰਮੇਵਾਰੀ ਹੈ ਭਾਈ? ਆਪਾਂ ਪੰਜਾਬ ਦੀ ਜੇ ਆਰਥਿਕਤਾ ਨੂੰ ਸਮਝਣਾ, ਸਾਡੀ ਖੇਤੀਬਾੜੀ ਦੇ ਸਟਰਕਚਰ ਨੂੰ, ਢਾਂਚੇ ਨੂੰ ਸਮਝਣਾ, ਤੇ ਥੋੜ੍ਹੀ ਜਿਹੀ ਗੰਭੀਰਤਾ ਨਾਲ ਜਾਣਕਾਰੀ ਲੈਣੀ ਜ਼ਰੂਰੀ ਹੈ। ਵੈਸੇ ਤੁਹਾਨੂੰ ਸਾਰਾ ਹੀ ਪਤਾ ਹੈ, ਤੁਸੀਂ ਟਰੈਕਟਰ ਟਰਾਲੀਆਂ ਲੈ ਕੇ ਮੰਡੀਆਂ ਦੇ ਵਿੱਚ ਜਾਂਦੇ ਹੋ, ਐਸੀ ਗੱਲ ਕੋਈ ਨਹੀਂ, ਪਰ ਫਿਰ ਵੀ ਕੁਝ ਹੋਰ ਗੱਲਾਂ ਹੁੰਦੀਆਂ ਜਿਹਦੇ ਬਾਬਤ ਅੱਜ ਆਪਾਂ ਸੰਘੇੜਾ ਸਾਹਿਬ ਦੇ ਨਾਲ ਗੱਲਬਾਤ ਕਰਨੀ ਹੈ। ਸਰਦਾਰ ਜਗਤਾਰ ਸਿੰਘ ਸੰਘੇੜਾ ਸਾਹਿਬ 2.5 ਦਹਾਕੇ ਜਾਣੀ ਕਿ 25 ਸਾਲ ਤੋਂ ਵੱਧ ਪੰਜਾਬ ਮੰਡੀ ਬੋਰਡ ਦਾ ਤਜਰਬਾ, DGM ਦੇ ਅਹੁਦੇ ਤੱਕ ਉਹ ਗਏ। ਇੱਥੋਂ ਤੱਕ ਕਿ ਮਾਰਕੀਟਿੰਗ ਤੇ ਇਕਨੋਮਿਕਸ 4 ਸਾਲ UGC ਦੇ ਇੱਕ ਵਿਸ਼ੇਸ਼ ਪ੍ਰੋਜੈਕਟ ਦੇ ਤਹਿਤ ਪੜ੍ਹਾਉਂਦੇ ਰਹੇ ਨੇ। ਆਪਾਂ ਠੇਠ ਪੇਂਡੂ ਭਾਸ਼ਾ ਦੇ ਵਿੱਚ ਗੱਲਾਂ ਬਾਤਾਂ ਕਰਕੇ ਸਮਝਣ ਦੀ ਕੋਸ਼ਿਸ਼ ਕਰਾਂਗੇ। ਸੰਘੇੜਾ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭੱਟ ਸਾਹਿਬ, ਠੀਕ ਠਾਕ ਹੋ? ਹਾਂਜੀ ਬਹੁਤ ਵਧੀਆ, ਤੁਸੀਂ ਸੁਣਾਓ ਜੀ? ਵਧੀਆ ਜੀ। ਸੰਘੇੜਾ ਸਾਹਿਬ, ਅੱਜ ਕੱਲ੍ਹ ਮੰਡੀਆਂ ਦੇ ਵਿੱਚ ਹੁਣ ਝੋਨਾ ਆ ਰਿਹਾ, ਢੇਰ ਲੱਗਿਆ, ਘੱਟਾ ਉੱਡਦਾ, ਤੇ ਉਸ ਘੱਟੇ ਦੇ ਵਿੱਚ ਕਿਹੜੀ ਚੀਜ਼ ਘੱਟੇ 'ਚ ਰੋਲ ਦਿੱਤੀ ਜਾਂਦੀ ਆ? ਅੱਜ ਆਪਾਂ ਉਹ ਸਾਰੀਆਂ ਗੱਲਾਂ ਕਰਨੀਆਂ। ਠੀਕ ਹੈ ਭੱਟ ਸਾਹਿਬ।
ਠੀਕ ਹੈ ਜੀ। ਅੱਛਾ, ਸੰਘੇੜਾ ਸਾਹਿਬ, ਸਭ ਤੋਂ ਪਹਿਲਾਂ ਤਾਂ ਇਹ ਦੱਸਿਓ ਕਿ ਜਦੋਂ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਤਾਂ DGM ਸਭ ਬੜੇ 3 ਸ਼ਬਦ ਵੱਡੇ ਨੇ, ਉਹਦਾ ਮੰਡੀ ਬੋਰਡ ਦੇ ਵਿੱਚ ਕੀ ਲੈਣਾ ਦੇਣਾ ਹੁੰਦਾ, ਕਿੱਥੇ ਅਹੁਦਾ ਹੁੰਦਾ, ਕੀ ਜ਼ਿੰਮੇਵਾਰੀਆਂ ਹੁੰਦੀਆਂ, ਤੁਸੀਂ ਉੱਥੇ ਤੱਕ ਪਹੁੰਚੇ? ਡਿਪਟੀ ਜਨਰਲ ਮੈਨੇਜਰ DGM ਦਾ ਤੇ ਜਨਰਲ ਮੈਨੇਜਰ ਇਸ ਲੈਵਲ ਤੱਕ, ਫਿਰ ਜਿਹੜੇ ਸਾਰੇ ਹੀ ਉੱਪਰਲੇ ਅਫਸਰ ਗਿਣੇ ਜਾਂਦੇ ਆ, ਇਹ ਕੋਈ ਬਹੁਤਾ ਇੱਕ ਦੂਜੇ ਦੀ ਸਬੋਰਡੀਨੇਸ਼ਨ ਨਹੀਂ ਹੁੰਦੀ। ਸਾਰੇ ਸੈਕਟਰੀ ਮੰਡੀ ਬੋਰਡ ਜਾਂ ਚੇਅਰਮੈਨ ਮੰਡੀ ਬੋਰਡ ਥੱਲੇ ਕੰਮ ਕਰਦੇ ਆ। ਠੀਕ ਹੈ ਜੀ। ਤੇ ਉਹਨਾਂ ਵਿੱਚੋਂ ਕਈ ਥੋੜ੍ਹੀ ਜਿਹਾ ਕਿਸੇ ਦੀ ਥੋੜ੍ਹੀ ਜਿਹੀ ਤਨਖਾਹ ਵੱਧ ਮਿਲਦੀ ਆ, ਕਿਸੇ ਨੂੰ ਘੱਟ ਮਿਲਦੀ ਆ। ਇਹਨਾਂ ਦਾ ਕੰਮ ਹੁੰਦਾ ਸਾਰੇ ਹੀ ਮੰਡੀ ਬੋਰਡ ਦੇ ਜਿੰਨੇ ਕੰਮ ਹੈਗੇ ਆ, ਸਪੈਸ਼ਲੀ ਇਨਫੋਰਸਮੈਂਟ ਦੇ, ਉਹਨਾਂ ਦੀ ਸੁਪਰਵਿਜ਼ਨ ਕਰਨਾ। ਕਿਉਂਕਿ ਥੱਲੇ ਮਾਰਕੀਟ ਕਮੇਟੀਜ਼ ਹੈਗੀਆਂ ਜਿਹੜੀਆਂ ਲੋਕਲ ਬੋਡੀਜ਼ ਨੇ, ਇਹਨਾਂ ਮਾਰਕੀਟ ਕਮੇਟੀਜ਼ ਥੱਲੇ ਜਿਹੜੀਆਂ ਸਾਰੀਆਂ ਮੰਡੀਆਂ 'ਚ ਮੈਨੇਜ ਕਰਦੀਆਂ ਸਾਰਾ ਕੁਛ, ਉਹਦੇ ਉੱਪਰ ਪੰਜਾਬ ਮੰਡੀ ਬੋਰਡ ਦਾ ਸੁਪਰਵਿਜ਼ਨ ਐਂਡ ਕੰਟਰੋਲ ਹੈ, ਤੇ ਪੰਜਾਬ ਮੰਡੀ ਬੋਰਡ ਦੇ ਉੱਪਰ ਸਰਕਾਰ ਹੈਗੀ ਹੈ। ਠੀਕ ਹੈ। ਸੋ ਇਹ ਇਸ ਤਰ੍ਹਾਂ ਸਿਸਟਮ ਬਣਿਆ ਹੋਇਆ, ਜਿੰਨੇ ਵੀ ਮੰਡੀ ਬੋਰਡ ਦੇ ਆਫੀਸਰ ਆ, ਇੱਕ ਅਫਸਰ ਮੰਡੀ ਬੋਰਡ ਆਪਣਾ ਮਾਰਕੀਟ ਕਮੇਟੀ ਨੂੰ ਉਧਾਰ ਦੇ ਦਿੰਦਾ, ਉਹਨੂੰ ਕਹਿੰਦੇ ਸੈਕਟਰੀ ਮਾਰਕੀਟ ਕਮੇਟੀ। ਉਹ ਮਾਰਕੀਟ ਕਮੇਟੀ ਦੇ ਵਿੱਚ ਬੈਠਦਾ ਹੈ ਤੇ ਮਾਰਕੀਟ ਕਮੇਟੀ ਦਾ ਮੰਡੀਆਂ ਦਾ ਸਾਰਾ ਕੰਮ ਚਲਾਉਂਦਾ ਆ। ਤੇ 150 ਤੋਂ ਕੋਈ ਉੱਪਰ ਮਾਰਕੀਟ ਕਮੇਟੀਜ਼ ਹੈਗੀਆਂ ਸਾਰੇ ਪੰਜਾਬ ਦੇ ਵਿੱਚ। ਜਿਹੜੇ ਮੰਡੀ ਬੋਰਡ ਦੇ ਅਫਸਰ ਨੇ, ਚਾਹੇ ਕੋਈ ਡਿਪਟੀ ਜਨਰਲ ਮੈਨੇਜਰ ਆ, ਜਾਂ ਜ਼ਿਲ੍ਹਾ ਪੱਧਰ ਤੇ ਜ਼ਿਲ੍ਹਾ ਮੰਡੀ ਅਫਸਰ ਬੈਠਾ, DMO ਬੈਠਾ ਆ, ਜਾਂ ਹੋਰ ਮੰਡੀ ਬੋਰਡ ਦੇ ਆਫਿਸਰ ਨੇ, ਉਹ ਸਾਰੇ ਸੁਪਰਵਿਜ਼ਨ ਤੇ ਕੰਟਰੋਲ ਕਰਦੇ ਆ ਇਨਫੋਰਸਮੈਂਟ ਸਾਈਡ ਦੀ, ਤਾਂ ਕਿ ਮੰਡੀਆਂ ਵਿੱਚ ਕੰਮ ਠੀਕ ਚੱਲੇ, ਪ੍ਰੋਪਰ ਖਰੀਦ ਵੇਚ ਹੋਵੇ, ਸਾਰਾ ਸਿਸਟਮ ਉਸ ਹਿਸਾਬ ਨਾਲ ਚੱਲੇ। ਤੇ ਇੱਕ ਇੰਜੀਨੀਅਰਿੰਗ ਵਿੰਗ ਮੰਡੀ ਬੋਰਡ ਦਾ ਅਲੱਗ ਹੈ, ਉਹਨਾਂ ਦੇ ਵੀ ਥੱਲੇ ਡਿਸਟ੍ਰਿਕਟ ਲੈਵਲ ਤੇ ਆਫਿਸਰ ਹੈਗੇ ਆ, ਥੱਲੇ ਹੈਗੇ ਆ। ਉਹ ਜਿਹੜੇ ਸੜਕਾਂ ਬਣਾਉਣ ਦਾ, ਮੰਡੀਆਂ ਦੀ ਰਿਪੇਅਰ, ਨਵੀਆਂ ਮੰਡੀਆਂ ਬਣਾਉਣੀਆਂ, ਉਹਦਾ ਕੰਮ ਕਰਦੇ ਆ। ਬਾਕੀ ਹੋਰ ਵੀ ਛੋਟੇ ਛੋਟੇ ਸਹਾਇਕ ਵਿੰਗ ਹੈਗੇ ਆ, ਫਾਈਨਾਂਸ ਵਿੰਗ ਹੋ ਗਿਆ, ਲੈਂਡ ਅਕਵਾਇਰ ਕਰਨੀ ਆ, ਉਹ ਮਤਲਬ ਕੋਈ ਆਫਿਸਰ ਜਿਹੜੇ ਆ ਉਹ ਸਟੇਟ ਦੇ ਹੋ ਗਿਆ। ਇਸ ਤਰ੍ਹਾਂ ਸਾਰਾ ਇਹ ਸਟਰਕਚਰ ਚੱਲਦਾ ਹੈ। ਸੰਘੇੜਾ ਸਾਹਿਬ, ਤੁਸੀਂ ਦਾਅਵਾ ਕਰਦੇ ਹੁੰਦੇ ਹੋ ਕਿ ਭਾਈ ਮੈਂ ਇਮਾਨਦਾਰੀ ਨਾਲ ਕੰਮ ਕੀਤਾ। ਲੋਕ ਦਾਅਵਾ ਕਰਦੇ ਹੁੰਦੇ ਆ ਕਿ ਮੰਡੀ ਬੋਰਡ ਦੇ ਵਿੱਚ ਬਹੁਤ ਕੁਝ ਚੱਲਦਾ, ਭ੍ਰਿਸ਼ਟਾਚਾਰ ਵੀ ਹੈਗਾ, ਲੋਕਾਂ ਦੀ ਲੁੱਟ ਖਸੁੱਟ ਵੀ ਹੈਗੀ ਆ। ਲੋਕ 6 ਮਹੀਨੇ ਫਸਲ ਪਹਿਲਾਂ ਬੀਜਦੇ ਆ, ਫਿਰ ਸਾਂਭਦੇ ਆ, ਫਿਰ ਉਹਦੇ ਤੋਂ ਬਾਅਦ ਬਾਬੇ ਅੱਗੇ ਲੇਲੜੀਆਂ ਕੱਢਦੇ ਆ, ਬਾਬਾ ਕਿਤੇ ਮੀਂਹ ਨਾ ਪਾ ਦੇਈਂ, ਜਾਂ ਬਾਬਾ ਮੀਂਹ ਹੀ ਪਾ ਦੇ, ਸੁੱਕੀ ਜਾਂਦਾ ਸਭ ਕੁਝ। ਮਸੀਂ ਔਖੇ ਹੋ ਕੇ ਤੁਹਾਡੀ, ਕਿਉਂਕਿ ਹੁਣ ਤਾਂ ਤੁਸੀਂ ਸੇਵਾ ਮੁਕਤ ਹੋ, ਤੁਹਾਡੀਆਂ ਮੰਡੀਆਂ 'ਚ ਲੈ ਕੇ ਜਾਂਦੇ ਆ, ਤੇ ਉੱਥੇ ਕਈ ਵਾਰੀ ਪੱਲੇ ਫੱਕਾ ਨਹੀਂ ਪੈਂਦਾ ਉਹਨਾਂ ਦੇ। ਅੱਜ ਮੈਂ ਉਹ ਸਾਰੀਆਂ ਗੱਲਾਂ ਖੋਲ੍ਹ ਕੇ ਪੁੱਛਣੀਆਂ, ਜਵਾਬ ਤੁਸੀਂ ਇਮਾਨਦਾਰੀ ਨਾਲ ਦਿਓ। ਬਿਲਕੁਲ ਜੀ, ਮੈਂ ਤਾਂ ਪਹਿਲਾਂ ਵੀ ਜਦੋਂ ਮੰਡੀ ਬੋਰਡ ਦੇ ਵਿੱਚ ਸੀਗਾ, ਉਦੋਂ ਵੀ ਸੱਚ ਬੋਲਦਾ ਰਿਹਾ ਹਾਂ, ਔਰ ਸੱਚ ਬੋਲਣ ਦਾ ਖਮਿਆਜਾ ਵੀ ਭੁਗਤਦਾ ਰਿਹਾ। ਮੂੰਹ 'ਤੇ ਹੀ ਕਹਿ ਦਿੰਦਾ ਹੁੰਦਾ ਸੀ ਸਾਰਾ ਕੁਛ, ਈਵਨ ਮੀਟਿੰਗਸ ਵਿੱਚ ਵੀ। ਤੇ ਬਾਕੀ ਇਹ ਆ ਵੀ ਹਾਂ, ਕੋਸ਼ਿਸ਼ ਕੀਤੀ ਆ ਸਹੀ ਤਰੀਕੇ ਨਾਲ ਕੰਮ ਕਰਨ ਦੀ। ਮੈਂ ਹਮੇਸ਼ਾ ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕੀਟਸ ਐਕਟ ਦੀ ਕਾਪੀ ਆ, ਹਰੇ ਰੰਗ ਦੀ ਹੁੰਦੀ ਸੀ, ਗ੍ਰੀਨ ਰੰਗ ਦੀ ਜੀ, ਮੈਂ ਹਮੇਸ਼ਾ ਹੀ ਉਹ ਆਪਣੇ ਹੱਥ 'ਚ ਰੱਖਦਾ ਹੁੰਦਾ ਸੀ। ਜੇ ਕੋਈ ਮੈਨੂੰ ਪੋਲੀਟੀਸ਼ੀਅਨ ਜਾਂ ਕੋਈ ਹੋਰ ਖੱਬੇ ਸੱਜੇ ਡਰਿਫਟ ਕਰਨ ਦੀ ਕੋਸ਼ਿਸ਼ ਕਰੇ, ਮੈਂ ਕਹਿੰਦਾ ਹੁੰਦਾ ਵੀ ਸਰ ਮੈਂ ਇਹ ਤੋਂ ਪਾਸੇ ਨਹੀਂ ਜਾ ਸਕਦਾ ਜੀ। ਸੋ ਨਾਲ ਹੀ ਮੈਂ ਇੱਕ ਹੋਰ WhatsApp ਐਡ ਕਰਨਾ ਚਾਹੂੰਗਾ, ਜਿੱਦਾਂ ਨਹੀਂ ਧਿਆਨ ਜਾਂਦਾ। ਮੰਡੀ ਬੋਰਡ ਦੀ ਬਦਨਾਮੀ ਬਹੁਤ ਹੋਈ ਆ, ਸਾਰੇ ਸਰਕਾਰੀ ਮਹਿਕਮੇ ਦੀ ਬਦਨਾਮੀ ਬਹੁਤ ਹੋਈ ਆ, ਪਰ ਮੈਂ ਇੱਕ ਦਾਅਵੇ ਨਾਲ ਕਹਿਣਾ ਆ, ਜਿਹੜੀ ਮੈਨੂੰ ਗੱਲ ਕਦੀ ਮਤਲਬ ਹਾਈਲਾਈਟ ਨਹੀਂ ਹੁੰਦੀ, ਕਿ ਮੰਡੀ ਬੋਰਡ ਵਿੱਚ ਵੀ ਅਫਸਰ ਘੱਟ ਤੇ ਕਰਮਚਾਰੀ ਬਹੁਤ ਜ਼ਿਆਦਾ ਇਮਾਨਦਾਰ ਨੇ। ਜਿੰਨੇ ਉੱਚੇ ਅਫਸਰ ਨੇ ਉਨੀ ਵੱਡੀ ਰਿਸ਼ਵਤ ਵੀ ਲੈਂਦੇ ਨੇ, ਪਰ ਅਫਸਰਾਂ 'ਚ ਵੀ ਚੰਗੇ ਬੰਦੇ ਹੈਗੇ ਆ। ਠੀਕ ਹੈ ਜੀ। ਅੱਜ ਵੀ ਤਾਂ ਹੀ ਮੰਡੀ ਬੋਰਡ ਖੜਾ ਆ, ਨਹੀਂ ਤਾਂ ਸਾਰਾ ਸਿਸਟਮ ਤਹਿਸ ਨਹਿਸ ਹੋ ਜਾਵੇ ਤਾਂ ਢਹਿ ਹੋ ਜਾਂਦਾ। ਤੇ ਮੁਲਾਜ਼ਮ ਜਿਹੜੇ ਆ, ਮਾਰਕੀਟ ਕਮੇਟੀਆਂ ਦੇ ਕਰਮਚਾਰੀ ਆ ਜਾਂ ਮੰਡੀ ਬੋਰਡ ਦੇ ਕਰਮਚਾਰੀ ਆ, ਕਰਮਚਾਰੀਆਂ ਦੀ ਬਹੁਤ ਗਿਣਤੀ ਆਈ ਵੁੱਡ ਸੇ, ਨਹੀਂ ਤਾਂ ਸਰਕਾਰੀ ਮਹਿਕਮੇ 'ਚ ਤਾਂ ਕੰਮ ਕਰਨ ਵਾਲੇ ਮੁੰਡੇ 20% ਹੁੰਦੇ ਆ। ਮੰਡੀ ਬੋਰਡ ਤੇ ਮਾਰਕੀਟ ਕਮੇਟੀਆਂ ਦੇ ਮੁੰਡੇ ਕੁੜੀਆਂ ਜਿਹੜੇ ਹੈਗੇ ਆ, ਉਹਨਾਂ ਵਿੱਚ ਐਡੀਆਂ ਕੁਆਲਿਟੀਜ਼ ਹੈਗੀਆਂ ਵੀ ਜਿਹੜਾ ਵੀ ਉਹਨਾਂ ਨੂੰ ਮਰਜ਼ੀ ਕੰਮ ਕਹਿ ਦਿਓ ਪੂਰਾ ਕਰਕੇ ਆਉਣਗੇ, ਚਾਹੇ ਜੇਬ 'ਚੋਂ ਨਾ 4 ਪੈਸੇ ਖਰਚਣੇ ਪੈਣ। ਇੰਨੇ ਮਿਹਨਤੀ ਨੇ। ਅੱਛਾ ਸੰਘੇੜਾ ਸਾਹਿਬ, ਤੁਸੀਂ ਇਹ ਕਹਿ ਦਿੱਤਾ ਕਿ ਅਫਸਰਾਂ ਦੇ ਵਿੱਚ ਥੋੜ੍ਹੀ ਜਿਹੀ ਇਮਾਨਦਾਰੀ ਕਈ ਪਾਸਿਓਂ ਘਟੀ ਹੈ, ਇਮਾਨਦਾਰ ਵੀ ਹੋਣਗੇ। ਮੈਂ ਇੱਕ ਚੀਜ਼ ਪੁੱਛਣੀ ਹੈ ਕਿ ਮੰਡੀ ਦੇ ਵਿੱਚ ਕਣਕ ਝੋਨਾ ਲੈ ਕੇ ਕਿਸਾਨ ਆਉਂਦਾ ਹੈ, ਖਰੀਦਣਾ ਏਜੰਸੀਆਂ ਜਾੜਤੀਆਂ ਨੇ। ਮੰਡੀ ਬੋਰਡ ਦਾ ਕੰਮ ਕੀ ਮੰਡੀ ਦੇ ਵਿੱਚ ਜਦੋਂ ਮੰਨ ਲਓ 1 ਤਰੀਕ ਤੋਂ ਖਰੀਦ ਸ਼ੁਰੂ ਹੋਣੀ ਹੈ, ਸਫਾਈ, ਕਿਉਂਕਿ ਸਾਨੂੰ ਲੱਗਦਾ ਹੁੰਦਾ ਕਿ ਉੱਥੇ ਸਫਾਈ ਹੋਣੀ ਚਾਹੀਦੀ। ਜਿੱਥੇ ਕਿਸਾਨ ਨੇ ਆਣ ਕੇ ਸੋਨੇ ਵਰਗੀ ਆਪਣੀ ਕਣਕ ਜਾਂ ਸੋਨੇ ਵਰਗੇ ਆਪਣੇ ਝੋਨੇ ਨੂੰ ਲਿਆ ਕੇ ਢੇਰੀ ਕਰਨਾ, ਸਫਾਈ ਹੋਵੇ। ਕਿਸਾਨ ਨੂੰ ਉੱਥੇ ਪੀਣ ਵਾਲਾ ਪਾਣੀ ਮਾੜਾ ਮੋਟਾ ਚਾਹੀਦਾ ਹੋ ਸਕਦਾ, ਜੇ ਉਹ ਸਾਰੀਆਂ ਚੀਜ਼ਾਂ, ਲਾਈਟਾਂ ਮਾੜੀਆਂ ਮੋਟੀਆਂ, ਬਿਜਲੀ ਉੱਥੇ ਹੋਣੀ ਚਾਹੀਦੀ ਆ। ਉਹ ਸਾਰਾ ਪ੍ਰਬੰਧ ਮੰਡੀ ਬੋਰਡ ਨੇ ਕਰਨਾ ਹੁੰਦਾ ਕਿ ਨਹੀਂ? ਹਾਂਜੀ, ਆਪਾਂ ਸਾਰੇ ਸਿਸਟਮ ਨੂੰ ਮੈਂ ਇੱਕ ਵਾਰੀ ਬਰੀਫ 'ਚ ਦੱਸ ਦਿੰਦਾ ਹਾਂ ਕਿ ਮੰਡੀ ਬੋਰਡ ਇੱਕ ਤਰ੍ਹਾਂ ਨਾਲ, ਜਿੱਦਾਂ ਇਹ ਸਪੈਸ਼ਲੀ ਪੰਜਾਬ ਦੇ ਸਟਰਕਚਰ 'ਤੇ ਆਪਾਂ ਗੱਲ ਕਰੀਏ, ਜਿੱਦਾਂ ਕਣਕ ਤੇ ਝੋਨਾ ਇਹ 2 ਵੱਡੀਆਂ ਫਸਲਾਂ ਆ, ਔਰ ਦੋਨਾਂ ਦੇ ਵਿੱਚ ਹੀ ਸਰਕਾਰੀ ਖਰੀਦ ਹੁੰਦੀ ਆ, ਮਿਨੀਮਮ ਸਪੋਰਟ ਪ੍ਰਾਈਸ ਤੇ, MSP ਤੇ, ਸਹਾਇਕ ਕੀਮਤ ਤੇ। ਇਹ ਆਪਰੇਸ਼ਨ ਜਿਹੜਾ ਕਣਕ ਦੇ ਸੀਜ਼ਨ ਵਿੱਚ ਤਾਂ ਮਤਲਬ
20 ਕੁ ਦਿਨ ਤੋਂ ਲੈ ਕੇ 35 ਦਿਨ ਤੱਕ ਇੱਕਦਮ ਖਤਮ ਹੋ ਜਾਂਦਾ, ਕਿਉਂਕਿ ਵੱਡੇ ਪੱਧਰ ਤੇ ਪ੍ਰਬੰਧ ਕੀਤੇ ਜਾਂਦੇ ਆ ਤਾਂ ਖਰੀਦ ਵੇਚਦਾ। ਝੋਨੇ ਦਾ ਥੋੜ੍ਹਾ ਜਿਹਾ ਲੰਬਾ ਚੱਲਦਾ ਕਿਉਂਕਿ ਜਿਣਸ ਜਗ੍ਹਾ ਜ਼ਿਆਦਾ ਘੇਰਦੀ ਆ। ਇਹ 40 ਦਿਨ, ਡੇਢ ਮਹੀਨਾ, ਕਈ ਵਾਰੀ 2 ਮਹੀਨੇ ਤੱਕ ਵੀ ਚੱਲ ਜਾਂਦਾ, ਕਿਤੇ ਵਿੱਚ ਬਾਰਿਸ਼ ਆ ਜਾਵੇ, ਕੋਈ ਵਿਘਨ ਪੈ ਜਾਵੇ। ਇਹ ਦੋਨੇ ਹੀ ਆਪਰੇਸ਼ਨ ਬਹੁਤ ਵੱਡੇ ਆ। ਵੱਡੇ ਪੱਧਰ ਤੇ ਏਜੰਸੀਆਂ ਨੂੰ ਤਿਆਰੀ ਕਰਨੀ ਪੈਂਦੀ ਆ, ਵੱਡੇ ਪੱਧਰ ਤੇ ਸਰਕਾਰ ਨੂੰ ਤਿਆਰੀ ਕਰਨੀ ਪੈਂਦੀ ਆ। ਮੰਡੀ ਬੋਰਡ ਤਾਂ ਰਹਿੰਦਾ ਹੀ ਟੋਸ ਤੇ ਆ ਇਹਨਾਂ ਦਿਨਾਂ 'ਚ। ਸੋ ਉਹਦੇ ਵਿੱਚ ਹੁੰਦਾ ਕੀ ਆ, ਮੰਡੀ ਬੋਰਡ ਜਿਹੜਾ ਆ ਉਹਨੇ ਇੱਕ ਤਰ੍ਹਾਂ ਨਾਲ ਗਰਾਊਂਡ ਤਿਆਰ ਕਰਨੀ ਆ। ਜਿੱਦਾਂ ਆਪਾਂ ਕੋਈ ਟੂਰਨਾਮੈਂਟ ਕਰਾਉਣਾ ਆ ਤੇ ਜਿਹੜੀਆਂ ਗਰਾਊਂਡਸ ਦਾ ਪ੍ਰਬੰਧ ਕਰਨਾ, ਰੈਫਰੀਜ਼ ਆਉਣੇ ਨੇ, ਪਲੇਅਰ ਆਉਣੇ ਨੇ, ਉੱਥੇ ਬੈਠਣ ਦੀ ਲੋਕਾਂ ਦੀ ਜਗ੍ਹਾ ਪ੍ਰਬੰਧ ਕਰਨੀ ਆ। ਇਸ ਤਰ੍ਹਾਂ ਮੰਡੀ ਬੋਰਡ ਦਾ ਕੰਮ ਹੈਗਾ ਮੰਡੀਆਂ ਨੂੰ ਲਿਸ਼ਕਾਉਣਾ, ਉੱਥੇ ਪ੍ਰਬੰਧ ਕਰਨੇ, ਛਾਂ, ਪਾਣੀ ਤੇ ਰੌਸ਼ਨੀ ਦਾ ਪ੍ਰਬੰਧ ਕਰਨਾ, ਸਫਾਈ ਕਰਨੀ ਮੰਡੀਆਂ ਦੀ। ਔਰ ਉਸ ਤੋਂ ਬਾਅਦ ਜਿਹੜੀਆਂ ਖਰੀਦ ਏਜੰਸੀਆਂ ਆ ਉਹਨਾਂ ਨੇ ਆਪਣੇ ਬਾਰਦਾਨੇ ਦਾ ਅਗਾਊਂ ਪ੍ਰਬੰਧ ਕਰਨਾ ਤਾਂ ਕਿ ਵਿੱਚ ਤੋਟ ਨਾ ਆਵੇ। ਉਹਨਾਂ ਨੇ ਮੌਕੇ ਸਿਰ ਹਾਜ਼ਰ ਹੋਣਾ ਆ, ਉਹਨਾਂ ਦੀ ਏਜੰਟਸ ਦੀ ਟਾਈਮ ਸਿਰ ਬੋਲੀ ਲਾਉਣੀ ਆ, ਫਿਰ ਉਹਦੀ ਜਿਹੜੀ ਭਰਾਈ ਹੈ ਉਹ ਆੜ੍ਹਤੀਏ ਨੇ ਕਰਾਉਣੀ ਆ। ਉਹ ਸਾਰੇ ਆਪਰੇਸ਼ਨ ਦੇ ਵਿੱਚ ਸਾਰੇ ਕੋਆਰਡੀਨੇਟ ਕਰਦੇ ਆ। ਏਜੰਸੀਆਂ ਇੱਕ ਪਾਸੇ, ਉਹ ਇੱਕ ਤਰ੍ਹਾਂ ਨਾਲ ਖਰੀਦਦਾਰ ਦੇ ਤੌਰ ਤੇ ਨੇ ਜੀ। ਔਰ ਇਹ ਸਾਰੇ ਆਪਰੇਸ਼ਨ ਨੂੰ ਮੰਡੀ ਬੋਰਡ ਮਾਰਕੀਟ ਕਮੇਟੀਆਂ ਰਾਹੀਂ ਸੁਪਰਵਾਈਜ਼ ਕਰਦਾ ਤੇ ਕੰਟਰੋਲ ਕਰਦਾ। ਇਸ ਕਰਕੇ ਮੰਡੀ ਬੋਰਡ ਦਾ ਬਹੁਤ ਵੱਡਾ ਰੋਲ ਆ। ਕਈ ਵਾਰੀ ਆਪਾਂ ਸੋਚ ਲੈਂਦੇ ਵੀ ਸ਼ਾਇਦ ਮੰਡੀਆਂ ਹੀ ਆ, ਇੱਥੇ ਢੇਰੀ ਕਰਦੇ ਆ ਤੇ ਇਹਦਾ ਕੋਈ ਹੈ ਨਹੀਂ। ਈਵਨ ਜਿੰਨੀਆਂ ਵੀ ਏਜੰਸੀਜ਼ ਹੈਗੀਆਂ, ਚਾਹੇ ਉਹ ਸਰਕਾਰੀ ਆ ਚਾਹੇ ਪ੍ਰਾਈਵੇਟ ਖਰੀਦਦਾਰ ਆ, ਉਹਨਾਂ ਨੂੰ ਮੰਡੀ ਬੋਰਡ ਦੀ ਮਾਰਕੀਟ ਕਮੇਟੀ ਤੋਂ ਲਾਇਸੈਂਸ ਲੈਣਾ ਪੈਂਦਾ, ਕਿਸੇ ਨਾ ਕਿਸੇ ਕਮੇਟੀ ਤੋਂ, ਫਿਰ ਹੀ ਉਹ ਖਰੀਦ ਕਰ ਸਕਦੇ ਆ। ਈਵਨ ਫੂਡ ਕਾਰਪੋਰੇਸ਼ਨ ਆਫ ਇੰਡੀਆ ਵੀ ਡੀਮਡ ਲਾਇਸੈਂਸੀ ਹੈ ਕਿਸੇ ਨਾ ਕਿਸੇ ਹਰ ਇੱਕ ਮਾਰਕੀਟ ਕਮੇਟੀ ਦੀ ਜਿੱਥੋਂ ਖਰੀਦ ਕਰਨਾ ਹੈ। ਫਿਰ ਇਹਨਾਂ ਨੇ ਮਾਰਕੀਟ ਫੀਸ, RDF ਤੇ ਹੋਰ ਜਿਹੜੇ ਖਰਚੇ ਆਉਂਦੇ ਆ, ਮਜ਼ਦੂਰਾਂ ਦੇ ਖਰਚੇ ਆ, ਹੋਰ ਉਹ ਸਾਰੇ ਇਹਨਾਂ ਨੇ ਖਰੀਦਦਾਰਾਂ ਨੇ ਪੇ ਕਰਨੇ ਹੁੰਦੇ ਆ। ਉਹਦੇ ਨਾਲ ਹੀ ਜਿਹੜੀ ਉਹ ਕੈਸ਼ ਕ੍ਰੈਡਿਟ ਲਿਮਿਟ ਬਣਦੀ ਆ, ਉਹ ਇਸੇ ਕਰਕੇ ਬਣਦੀ, ਜਿਹਦਾ ਕਈ ਵਾਰੀ ਰੌਲਾ ਹੁੰਦਾ ਵੀ ਕੇਂਦਰ ਤੋਂ ਪੈਸੇ ਪ੍ਰਵਾਨ ਨਹੀਂ ਹੋਏ ਅਜੇ ਜਾਂ ਕਿੱਦਾਂ। ਸੋ ਇਹਦੇ ਵਿੱਚ ਬਹੁਤ ਵੱਡਾ ਦੇਖੋ, ਐਤਕੀ ਜਿਸ ਤਰ੍ਹਾਂ ਹੁਣ ਪੈਡੀ ਦੀ ਹੈਗੀ 191 ਲੱਖ ਮਿਲੀਅਨ ਟਨ ਅਰਾਈਵਲ ਦੀ ਆਸ ਹੈ ਜੀ। ਉਹਦੀ ਦੇਖ ਲਓ ਤੁਸੀਂ ਵੀ 2060 ਮਿਨੀਮਮ ਸਪੋਰਟ ਪ੍ਰਾਈਸ ਦਾ ਮਲਟੀਪਲਾਈ ਕਰ ਲਓ, ਕਿੰਨਾ ਕਰੋੜਾਂ 'ਚ ਹੈਗਾ। ਉਹਦੇ ਵਿੱਚ ਜਦੋਂ ਕਹਿੰਦੇ ਹੁੰਦੇ ਆ ਜਿੱਦਾਂ ਜੇ ਕਿਤੇ ਦਾਣੇ ਦੂਣੇ ਬਾਹਰ ਸੁੱਕਣੇ ਵੀ ਪਾਏ ਹੋਣ ਤਾਂ ਕਦੇ ਕਾਂ ਕਬੂਤਰ ਕੋਈ ਨਾ ਕੋਈ ਚੱਕਣ ਆ ਜਾਂਦੇ ਨਾ। ਸੋ ਜਦੋਂ ਇੰਨੇ ਪੈਸੇ ਦਾ ਲੈਣ ਦੇਣ, ਇੰਨਾ ਅਨਾਜ ਚੱਕਣਾ, ਢੋਆ ਢੁਆਈ, ਉਹਦੇ ਵਿੱਚ ਫਿਰ ਕਈ ਕਾਂ ਜਿਹੜੇ ਉਹ ਠੂੰਗੇ ਮਾਰਨੇ ਸ਼ੁਰੂ ਕਰ ਦਿੰਦੇ ਆ ਚੱਕਲੇ ਦੇ ਵਿੱਚ। ਸੋ ਹਾਂਜੀ, ਉਹ ਫਿਰ ਜ਼ਿਆਦਾ ਚੱਕ ਲੈਂਦੇ ਆ, ਝੋਲੇ ਭਰਨ ਲੱਗ ਜਾਂਦੇ ਆ, ਬੋਰੀਆਂ 'ਚ ਨੋਟ ਜਾਣ ਲੱਗ ਜਾਂਦੇ ਆ। ਮਤਲਬ ਇਹ ਨਹੀਂ ਮੈਂ ਕਹਿੰਦਾ ਵੀ ਸਾਰਾ ਸਿਸਟਮ ਹੀ ਮਾੜਾ ਆ, ਬਟ ਉਹਦੇ ਵਿੱਚੋਂ ਵੱਡੇ ਪੱਧਰ ਤੇ ਕਰਪਸ਼ਨ ਵੀ WhatsApp ਇਹਨਾਂ ਦਿਨਾਂ 'ਚ ਹੀ ਹੁੰਦੀ ਆ। ਅੱਜ ਆਪਾਂ ਵੈਸੇ ਮਾਰਕੀਟਿੰਗ ਤੱਕ ਹੀ ਸੀਮਿਤ ਰੱਖੀਏ, ਕਿਉਂਕਿ ਮੇਰੇ ਬ੍ਰੇਨ 'ਚ ਤਾਂ ਕਰਪਸ਼ਨ ਦਾ ਵੀ ਓਡਾ ਹੀ ਵੱਡਾ ਬਣਿਆ ਹੋਇਆ, ਜਿਹੜਾ ਮਤਲਬ ਉਹ ਤੇ ਆਪਾਂ ਫਿਰ ਕਿਤੇ ਕਰਾਂਗੇ। ਹਾਂਜੀ, ਪਰ ਨਾਲੋਂ ਨਾਲ ਜਿਹੜਾ ਕੋਈ ਲਾਗੂ ਕੁਐਸਚਨ ਹੋਊਗਾ ਜਿੱਥੇ ਕਿਸਾਨਾਂ ਨੇ ਧਿਆਨ ਰੱਖਣਾ ਆ ਤੇ ਉਹ ਕਿੱਦਾਂ ਆਪਣੇ ਨੂੰ ਸੇਫਗਾਰਡ ਕਰਦੇ, ਉਹ ਠੀਕ ਹੈ। ਸੋ ਉਹਦੇ ਵਿੱਚ ਆਪਾਂ ਨਾਲੋਂ ਨਾਲ ਅੱਗੇ ਚੱਲਦੇ ਹਾਂ। ਪ੍ਰਬੰਧ ਜਿਹੜਾ ਮੰਡੀ ਬੋਰਡ ਨੇ ਕਰਨਾ, ਖਰੀਦਣਾ ਏਜੰਸੀਆਂ ਨੇ ਜਾਂ ਪ੍ਰਾਈਵੇਟ ਵਪਾਰੀ ਨੇ, ਤੇ ਮੰਡੀ ਬੋਰਡ ਇੱਕ ਕਿਸਾਨਾਂ ਦੀ ਰੱਖਿਆ ਕਰਨਾ ਵੀ ਮੰਡੀ ਬੋਰਡ ਦੀ ਜ਼ਿੰਮੇਵਾਰੀ ਹੈ। ਮਾਰਕੀਟ ਕਮੇਟੀ ਦੇ ਮੰਡੀ ਦੇ ਵਿੱਚ ਕਰਮਚਾਰੀ ਜਿਹੜੇ ਹੁੰਦੇ ਆ ਜੀ, ਆਕਸ਼ਨ ਰਿਕਾਰਡਰ ਹੁੰਦਾ ਇੱਕ ਜਿਹੜਾ ਬੋਲੀ ਰਿਕਾਰਡ ਕਰਦਾ ਤੇ ਬੋਲੀ ਨੂੰ ਸੁਪਰਵਾਈਜ਼ ਕਰਦਾ। ਉਹਦੇ ਉੱਪਰ ਸੁਪਰਵਾਈਜ਼ ਕਰਨ ਦੀ ਉਹਦੇ ਕੋਲ ਇੱਕੋ ਮੰਡੀ ਹੁੰਦੀ ਜਾਂ ਇੱਕ ਤੋਂ ਵੱਧ ਵੀ ਹੁੰਦੀਆਂ, ਬੋਲੀ ਨਿਸ਼ਚਿਤ ਹੁੰਦੀ ਆ। ਮੰਡੀ ਸੁਪਰਵਾਈਜ਼ਰ ਸਾਰੇ ਆਕਸ਼ਨ ਰਿਕਾਰਡਰ ਤੇ ਨਿਗਰਾਨੀ ਕਰਦਾ ਹੈ ਤੇ ਸੈਕਟਰੀ ਮਾਰਕੀਟ ਕਮੇਟੀ ਸਾਰੀਆਂ ਕਮੇਟੀ ਤੇ ਸਾਰੀਆਂ ਮੰਡੀਆਂ ਤੇ ਨਿਗਰਾਨੀ ਕਰਦਾ। ਕੱਲੀ ਢੇਰੀ ਦੇਖੋ ਕਿੱਡਾ ਸੁੰਦਰ ਆਪਰੇਸ਼ਨ ਹੈ। ਇੱਕ ਢੇਰੀ, ਜੇ ਇੱਕ ਕਿਸਾਨ ਦੀ ਇੱਕ ਢੇਰੀ ਇੱਥੇ ਤੇ ਹੋਈ ਆ, ਫਿਰ ਉਹ ਟਰਾਲੀ ਲੈ ਕੇ ਆਇਆ, ਦੂਸਰੀ ਢੇਰੀ ਇੱਧਰ ਢੇਰੀ ਆ, ਤੇ ਉਹ ਕੱਲੀ ਢੇਰੀ ਜਦੋਂ ਆ ਜਾਣੀ ਉਦੋਂ ਹੀ ਰਜਿਸਟਰ 'ਚ ਚੜ੍ਹ ਜਾਣੀ ਹੈ, ਉਦੋਂ ਹੀ ਉਹਦਾ ਅੰਦਾਜ਼ਨ ਵਜਨ ਲਿਖਿਆ ਜਾਣਾ ਆ, ਉਹਦੇ ਉੱਪਰ ਫੱਟੀ ਲੱਗ ਜਾਣੀ ਆ ਕਿ ਮਹਿੰਗਾ ਸਿੰਘ ਦੀ ਆ ਇਹ। ਇਸੇ ਤਰ੍ਹਾਂ ਹੀ ਲੱਗ ਢੇਰੀ ਆ ਉਹ ਲੱਗ ਜਾਣੀ ਆ। ਉਸ ਤੋਂ ਬਾਅਦ ਬੋਲੀ ਦਾ ਟਾਈਮ ਨਿਸ਼ਚਿਤ ਹੈ, ਜਿੰਨੇ ਵਜੇ ਬੋਲੀ ਹੋਣੀ ਆ ਉਹਦੇ ਵਿੱਚ ਕੀਮਤ ਚੜ੍ਹ ਜਾਣੀ ਆ ਕਿ ਇੰਨੇ ਦੀ ਬੋਲੀ ਹੋ ਗਈ ਜੀ, ਜਾਂ ਇਹ MSP ਤੇ ਗਈ ਆ 2060 ਦੀ ਕੀਮਤ ਲੱਗ ਗਈ। ਉਹਦੀ ਸਫਾਈ ਹੋਣੀ ਆ, ਸਫਾਈ ਹੋਣ ਤੋਂ ਬਾਅਦ ਬੋਲੀ ਹੁੰਦੀ ਆ, ਫਿਰ ਉਹਦੀ ਤੁਲਾਈ ਹੁੰਦੀ ਆ। ਤੁਲਾਈ ਜਦੋਂ ਹੁੰਦੀ ਆ ਤੇ ਉਸ ਤੋਂ ਬਾਅਦ ਉਹਦਾ ਅਸਲ ਵਜਨ ਚੜ੍ਹ ਜਾਣਾ। ਪਹਿਲਾਂ ਆਪਾਂ ਅੰਦਾਜ਼ਨ ਵਜਨ ਲਿਖਿਆ, ਉਹ ਅਸਲ ਚੜ੍ਹ ਜਾਣਾ। ਉੱਥੇ ਮੌਕੇ ਤੇ ਢੇਰੀ ਤੇ ਖੜਾ ਹੁੰਦਾ ਕਰਮਚਾਰੀ, ਠੀਕ ਹੈ ਜੀ, ਤੇ ਉਹਦੇ ਕੋਲ ਮੋਇਸਚਰ ਮੀਟਰ ਵੀ ਹੁੰਦਾ ਹੈ, ਜੇ ਮੋਇਸਚਰ ਦਾ ਕਿਤੇ ਰੌਲਾ ਪੈ ਜਾਵੇ ਜਾਂ ਕਿਸ ਤਰ੍ਹਾਂ। ਤੇ ਨਾਲ ਹੀ ਉੱਥੇ ਖਰੀਦ ਏਜੰਸੀ ਦਾ ਨੁਮਾਇੰਦਾ ਵੀ ਹਾਜ਼ਰ ਹੁੰਦਾ, ਨਾਲ ਹੀ ਕਮਿਸ਼ਨ ਏਜੰਟ ਵੀ ਹਾਜ਼ਰ ਹੁੰਦਾ ਹੈ। ਹੁਣ ਤਾਂ ਕਾਫੀ ਚੀਜ਼ਾਂ ਆਨਲਾਈਨ ਕਰਤੀਆਂ ਆ, ਪੋਰਟਲ ਬਣ ਗਏ ਆ, ਕੱਲੇ ਫਾਰਮਰ ਦਾ ਹੈਗਾ ਆ ਕਿ ਉਹ ਕਿੰਨੀ ਜ਼ਮੀਨ ਵਾਹੁੰਦਾ ਆ, ਐਤਕੀ ਕਿੰਨਾ ਕੁ ਉਹਦੇ ਅੰਦਾਜ਼ਨ ਝੋਨਾ ਹੋਣਾ, ਕਿੰਨਾ ਕੁ ਉਹਨੇ ਮੰਡੀ 'ਚ ਲੈ ਕੇ ਆਉਣਾ ਆ, ਉਹ ਵੀ ਉੱਥੇ ਹੁੰਦਾ ਆ। ਜਿਹੜਾ ਆਕਸ਼ਨ ਰਿਕਾਰਡਰ ਦੇ ਰਜਿਸਟਰ ਚੜ੍ਹਦਾ, ਮਾਰਕੀਟ ਕਮੇਟੀ ਦਾ ਰਜਿਸਟਰ ਹੈ, ਸੇਮ ਪੈਰਲਲ ਰਜਿਸਟਰ ਆੜ੍ਹਤੀਏ ਨੇ ਵੀ ਲਗਾਇਆ ਹੋਇਆ, ਲਾਇਸੈਂਸ ਦੇ ਤਹਿਤ ਉਹਨੂੰ ਲਾਉਣਾ ਪੈਂਦਾ, ਔਰ ਉਹ ਆਪਣਾ ਰਜਿਸਟਰ ਵੀ ਮੇਨਟੇਨ ਕਰਦਾ ਆ। ਔਰ ਆੜ੍ਹਤੀਆ ਜਿਹੜਾ ਆ ਉਹਦੇ ਕੰਪਿਊਟਰ 'ਚ ਵੀ ਉਹ ਬਕਾਇਦਾ ਜਿਹੜਾ ਪੋਰਟਲ ਬਣਿਆ ਹੋਇਆ ਨਾ ਮੰਡੀ ਬੋਰਡ ਦਾ ਤੇ ਫੂਡ ਸਪਲਾਈ ਡਿਪਾਰਟਮੈਂਟ ਦਾ, ਉਹਨੂੰ ਇੱਕ ਯੂਜ਼ਰ ID ਆੜ੍ਹਤੀਏ ਕੋਲ ਵੀ ਹੁੰਦਾ ਹੈ। ਉਹ ਸੇਮ ਰਜਿਸਟਰ ਜਿਹੜਾ ਆ
ਉਹ ਕੰਪਿਊਟਰ 'ਚ ਵੀ ਫੀਡ ਹੁੰਦਾ ਨਾਲੋਂ ਨਾਲ ਹੀ, ਲੇਟ ਨਹੀਂ ਹੋ ਸਕਦਾ, ਲੇਟ ਨਹੀਂ ਹੋ ਸਕਦਾ, ਨਾਲੋਂ ਨਾਲ ਹੀ ਹੁੰਦਾ। ਉਹਦੇ ਨਾਲ ਹੀ ਫਿਰ ਕੰਪਿਊਟਰ ਆਪਣੇ ਆਪ ਕੈਲਕੂਲੇਟ ਕਰਕੇ ਉਹ ਜਿਹੜਾ ਫਾਰਮ ਆਈ ਸੇਲ ਵਾਊਚਰ ਹੁੰਦਾ ਉਹ ਕੱਢ ਦਿੰਦਾ, ਨਾਲ ਹੀ ਫਾਰਮ ਜੇ ਵੀ ਉਹਦੇ ਨਾਲ ਪ੍ਰਿੰਟ ਹੁੰਦਾ। ਮੰਡੀ 'ਚ ਕਿਸਾਨ ਦੀ ਲੁੱਟ ਬੰਦ ਕਿੱਦਾਂ ਹੋ ਸਕਦੀ? ਕਈ ਵਾਰੀ ਕਿਉਂਕਿ ਬਹੁਤ ਸਾਰੇ ਕਿਸਾਨ ਨੇ, ਕਿਸਾਨ ਸਾਰੇ ਪੜ੍ਹੇ ਲਿਖੇ ਨਹੀਂ, ਕੋਰੇ ਅਨਪੜ੍ਹ ਵੀ ਹੁੰਦੇ ਆ, ਥੋੜ੍ਹੇ ਪੜ੍ਹੇ ਲਿਖੇ ਵੀ ਹੁੰਦੇ ਆ, ਅਤੇ PhD ਵੀ ਆ ਕਿਸਾਨ, ਸਾਰੇ ਹੀ ਹੁੰਦੇ ਮੰਡੀ ਦੇ ਵਿੱਚ। ਹੁਣ ਸੰਘੇੜਾ ਸਾਹਿਬ ਮੈਨੂੰ ਦੱਸਿਓ, ਕਈ ਵਾਰੀ ਕਹਿੰਦੇ ਜੀ ਜਦੋਂ ਪੱਖਾ ਲਾਉਂਦੇ ਆ ਨਾ ਉਦੋਂ ਜੀ ਬੜੀ ਵੱਡੀ ਕਿਸਾਨ ਦੀ ਲੁੱਟ ਹੁੰਦੀ ਹੈ। ਮੈਨੂੰ ਨਹੀਂ ਪਤਾ ਕਿ ਉਹ ਮੰਡੀ ਬੋਰਡ ਦੇ ਅਧੀਨ ਆਉਂਦਾ ਕਿ ਨਹੀਂ ਆਉਂਦਾ, ਪਰ ਤੁਸੀਂ ਮੰਡੀ 'ਚ ਤਾਂ ਰਹੇ ਹੀ ਹੋ ਨਾ, ਤੁਸੀਂ ਆਲਾ ਦੁਆਲਾ ਤਾਂ ਸਾਰਾ ਦੇਖਦੇ ਹੀ ਹੋ। ਕੀ ਪੱਖੇ ਦੇ ਨਾਂ ਦੇ ਉੱਤੇ ਵੀ ਕਿਸਾਨ ਦੀ ਮਾੜੀ ਮੋਟੀ ਲੁੱਟ ਹੋ ਜਾਂਦੀ ਹੈ ਜਾਂ ਫਿਰ ਬਚਾਅ ਹੀ ਹੁੰਦਾ? ਬਿਲਕੁਲ, ਪੱਖਾ ਜਿਹੜਾ ਆ ਮੰਡੀ ਬੋਰਡ ਦੇ ਤੇ ਆਉਂਦਾ। ਜਦੋਂ ਜਿਣਸ ਆਉਂਦੀ ਆ ਨਾ, ਸਭ ਤੋਂ ਪਹਿਲਾਂ ਉਹਦੀ ਸਫਾਈ ਕਰਾਉਣੀ ਆ। ਸਫਾਈ ਕਰਾਉਣੀ ਆੜ੍ਹਤੀਏ ਨੇ ਜਿਹੜੇ ਫੰਕਸ਼ਨ ਕਰਨੇ ਹੁੰਦੇ ਆ, ਆੜ੍ਹਤੀਏ ਵੀ ਲਾਇਸੈਂਸੀ ਆ ਮੰਡੀ ਬੋਰਡ ਦਾ। ਜਦੋਂ ਉਹਦੀ ਸਫਾਈ ਹੁੰਦੀ ਹੈ, ਵੈਸੇ ਹੁਣ ਕਿਸਾਨ ਬਹੁਤ ਜਾਗਰੂਕ ਹੈ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਵਿੱਚ PhD ਵੀ ਹੈਗੇ ਨੇ, ਔਰ ਹੁਣੇ ਹੀ ਕੇਂਦਰ ਸਰਕਾਰ ਦੀਆਂ ਗੋਲੀਆਂ ਲਵਾ ਕੇ ਆਏ ਨੇ। ਕਿੱਦਾਂ ਤੁਸੀਂ ਦੇਖਿਆ ਵਿੱਚੋਂ ਯੰਗ ਮੁੰਡੇ ਪੜ੍ਹੇ ਲਿਖੇ ਕਿਸ ਤਰ੍ਹਾਂ ਉੱਥੇ ਕਿਹੜੇ ਹਾਲਾਤਾਂ 'ਚ ਰਹੇ ਆ ਤੇ ਕਿੰਨਾ ਡਿਟਰਮੀਨੇਸ਼ਨ ਸੀਗਾ। ਚਲੋ ਆਪਾਂ ਉੱਧਰਲੇ ਪਾਸੇ ਨਹੀਂ ਜਾਂਦੇ, ਉਹ ਇੱਕ ਆਪਣੇ ਆਪ 'ਚ ਬਹੁਤ ਵੱਡਾ ਚੈਪਟਰ ਹੈ ਜੀ। ਤੇ ਹੁਣ ਪਹਿਲਾਂ ਵਾਲੀਆਂ ਗੱਲਾਂ ਤਾਂ ਨਹੀਂ ਰਹੀਆਂ। ਬਲੈਕਮੇਲਿੰਗ ਹੁੰਦੀ ਆ, ਇੱਕ ਤਾਂ ਚੋਰੀ ਹੁੰਦੀ ਆ, ਇੱਕ ਬਲੈਕਮੇਲਿੰਗ ਹੁੰਦੀ ਆ। ਉਹਦੇ ਵਿੱਚ ਕਈ ਵਾਰੀ ਆਪਾਂ ਜਿੱਦਾਂ ਕਚਹਿਰੀਆਂ 'ਚ ਜਾ ਕੇ ਆਪਾਂ ਕਹਿੰਦੇ ਕਿੱਥੇ ਲਾਈਨ 'ਚ ਲੱਗਾਂਗੇ ਯਾਰ, ਇਹਨੂੰ ਪੈਸੇ ਦੇ ਦਿਓ, ਆ ਜਿਹੜਾ ਰਜਿਸਟਰੀਆਂ ਲਿਖਦਾ ਇਹਦੇ ਰਾਹੀਂ ਬਸ ਸਿੱਧਾ ਤਹਿਸੀਲ ਕੋਲ ਜਾ ਕੇ, ਤਹਿਸੀਲਦਾਰ ਕੋਲ ਜਾ ਕੇ ਸਾਈਨ ਹੁੰਦੇ ਆ। ਕਰਪਸ਼ਨ ਦਾ ਕਾਰਨ ਇਹ ਵੀ ਹੈ ਨਾ ਵੀ ਆਪਾਂ ਪੇਸ਼ੈਂਸ ਨਹੀਂ ਰੱਖਦੇ। ਬਾਕੀ ਵੱਡਾ ਕਾਰਨ ਤਾਂ ਦੋਸ਼ ਤਾਂ ਲੈਣ ਵਾਲਿਆਂ ਦਾ ਹੀ ਆ। ਅਤੇ ਉਹ ਜਦੋਂ ਢੇਰੀ ਵਿਕਦੀ ਹੈ ਨਾ, ਖਾਸ ਕਰਕੇ ਇਹ ਪੈਡੀ 'ਚ ਪ੍ਰੋਬਲਮ ਆਉਂਦੀ ਹੈ ਜ਼ਿਆਦਾ। ਆ ਕੰਡੇ ਵੱਟਿਆਂ 'ਚ ਤਾਂ ਚਲੋ ਇਹ ਕਾਫੀ ਹੱਦ ਤੱਕ ਕਿਸਾਨ ਸਿਆਣਾ ਹੋ ਗਿਆ। ਉਹ ਹੁੰਦਾ ਸੀਗਾ ਵੀ ਜਦੋਂ ਸਫਾਈ ਵੇਲੇ ਜਿਹੜਾ ਫੂਸ ਨਿਕਲਦਾ ਆ, ਉਹ ਦਾਣੇ ਵੀ ਉਹਦੇ ਵਿੱਚ ਬਾਟੇ ਨਾਲ ਕਿਤੇ ਸਿੱਟ ਤੇ ਰਾਤ ਬਰਾਤੇ ਚੋਰੀ ਹੋ ਗਈ, ਉਹ ਢੇਰੀ ਵੱਡੀ ਕਰੀ ਗਏ, ਬਾਅਦ 'ਚ ਉਹਨੂੰ ਸਫਾਈ ਕਰਕੇ ਬੋਰੀਆਂ ਭਰ ਲਈਆਂ, ਉਹ ਵੀ ਕਰੋਨਾ 'ਚ ਬਣ ਜਾਂਦੀਆਂ ਸੀਗੀਆਂ। ਉਹ ਕੰਮ ਕਾਫੀ ਹੱਦ ਤੱਕ ਠੱਲ ਪਈ ਆ। ਅੱਛਾ, ਹੁੰਦਾ ਸੀ? ਹਾਂਜੀ, ਹੁੰਦਾ ਸੀ। ਹੁਣ ਵੀ ਕਿਸਾਨਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਆ ਵੀ ਉਹ ਮਤਲਬ ਕੋਈ ਕਿਸੇ ਨੂੰ ਉਹਦੀ ਸੁਪਰਵਿਜ਼ਨ ਕਰਨੀ ਚਾਹੀਦੀ ਆ। ਹੁੰਦਾ ਕੀ ਆ ਕਿ ਢੇਰੀਆਂ ਨਾਲ ਲੱਗੀਆਂ ਹੁੰਦੀਆਂ, ਉਹਦੇ ਵਿੱਚ ਇੱਕ ਫੂਸ ਦੀ ਢੇਰੀ ਲੱਗ ਗਈ, ਉਹ ਹੌਲੀ ਹੌਲੀ ਉਹਦੇ ਨਾਲ ਲੰਘਦੇ ਵੜਦੇ ਦੂਜੀ ਢੇਰੀ 'ਚੋਂ ਚੱਕ ਕੇ ਉਹਦੇ 'ਚ ਪਾ ਦਿੱਤਾ, ਤੇ ਉਹ ਬੇਨਾਮੀ ਢੇਰੀ ਬਣ ਜਾਂਦੀ ਸੀ ਵੱਡੀ ਸਾਰੀ। ਜਿਹੜੇ ਬਣਾ ਰਹੇ ਹੁੰਦੇ ਸੀ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਆ ਬੇਨਾਮੀ ਢੇਰੀ ਹੈ। ਕਈ ਵਾਰੀ ਮੁਲਾਜ਼ਮ ਵੀ ਉਹਦੇ ਵਿੱਚ ਹੁੰਦੇ ਆ, ਪਰ ਉਹਦਾ ਬਹੁਤਾ ਨਹੀਂ ਸੀ ਹੁੰਦਾ। ਕਿਸੇ ਨਾ ਕਿਸੇ ਤਰੀਕੇ ਨਾਲ ਇਸ ਤਰ੍ਹਾਂ ਜਿਹੜੀ ਉਹ ਏਜੰਟਸ ਇਕੱਠੀ ਹੁੰਦੀ ਰਹਿੰਦੀ ਸੀ। ਫਾਰਮਰ ਆਪਣਾ ਚਲਾ ਗਿਆ ਤੇ ਉਹ ਢੇਰੀਆਂ ਵੱਡੀਆਂ ਹੋ ਜਾਣੀਆਂ। ਬਾਅਦ 'ਚ ਟਰੱਕਾਂ ਦੇ ਟਰੱਕ, ਇੱਕ ਵਾਰੀ ਮੈਂ ਮਤਲਬ ਟਰੱਕ ਫੜੇ ਸੀ ਤੇ ਉਹਦਾ ਕੋਈ ਓਨਰ ਹੀ ਨਹੀਂ ਸੀ ਹੁੰਦਾ, ਟਰੱਕ ਛੱਡ ਕੇ ਚਲੇ ਗਿਆ। ਉਸ ਕਹਾਣੀ ਸੁਣਾ ਦਿਓ। ਮਤਲਬ ਟਰੱਕ ਫੜੇ, ਕਿਤੇ ਵੀ ਟੈਕਸ ਦਿੱਤਾ ਕਿ ਨਹੀਂ ਦਿੱਤਾ ਚੈਕਿੰਗ ਕਰਦੇ ਹੁੰਦੇ ਸੀਗੇ। ਠੀਕ ਹੈ ਜੀ। ਅਸੀਂ ਨਾਕਾ ਲਾਇਆ ਸੀਗਾ ਤੇ ਮੈਂ ਉਦੋਂ ਫਲਾਈਂਗ ਸਕੁਐਡ 'ਚ ਸੀਗਾ, ਤੇ ਉਹ ਟਰੱਕ ਵਾਲੇ ਛੱਡ ਕੇ ਹੀ ਦੌੜ ਗਏ ਤੇ ਮੈਂ ਪੁਲਿਸ ਨੂੰ ਕਾਲ ਕੀਤੀ। ਮਤਲਬ ਵੀ ਮੈਂ ਸੋਚਿਆ ਸ਼ਾਇਦ ਅਸੀਂ ਕੋਈ ਡਰੱਗ ਜਾਂ ਕੁਝ ਹੋਰ ਨਾ ਹੋਵੇ, ਜਿਹੜੇ ਛੱਡ ਕੇ ਦੌੜ ਗਏ। ਤੇ ਨੈਚੁਰਲੀ ਸੈਕਟਰੀ ਮਾਰਕ ਕਮੇਟੀ ਦਾ ਵੀ ਆ ਗਿਆ, ਉਹ ਸਾਰੀ ਤਹਿਕੀਕਾਤ ਹੋਈ ਤੇ ਉਹ ਫਿਰ ਮਤਲਬ ਬੇਨਾਮੀ ਢੇਰੀ ਦੇ ਨਾਲ ਜਿਹੜੇ ਉਹ ਦੋ ਟਰੱਕ ਕਿਤੇ ਜਾ ਰਹੇ ਸੀ ਵਿਕਣ, ਉਹ ਸੀਗੇ। ਅੱਛਾ, ਯਾਨੀ ਪੀਪਾ ਬਾਟਾ ਕੱਢ ਕੇ ਉਹਨਾਂ ਟਰੱਕ ਭਰ ਲਿਆ। ਬਸ ਤਾਂ ਹੋਰ ਮੰਡੀ 'ਚ ਵੇਚਦੇ ਨੇ। ਕਰੋੜਾਂ 'ਚ ਸੀਗਾ ਇਹ, ਕਰੋੜਾਂ ਸੀਗਾ। ਇਹਨੂੰ ਅਸੀਂ ਮਤਲਬ ਕਾਫੀ ਹੱਦ ਤੱਕ ਇਹ ਕੰਟੇਨ ਕੀਤਾ ਹੈ ਮੰਡੀ ਬੋਰਡ ਨੇ। ਮੰਡੀ ਬੋਰਡ ਦੀ ਬੇਸਿਕਲੀ ਫਾਰਮਰ ਨੂੰ ਪ੍ਰੋਟੈਕਟ ਕਰਨਾ ਏਜੰਸੀਆਂ ਦੀ ਲੁੱਟ ਤੋਂ ਜਾਂ ਕਿਸੇ ਵੀ ਤਰ੍ਹਾਂ ਦੀ ਲੁੱਟ ਤੋਂ। ਫਿਰ ਇਸ ਗੱਲ ਤੋਂ ਫਾਰਮਰ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹਦੀ ਏਜੰਟਸ ਦੀ ਇਸ ਤਰ੍ਹਾਂ ਲੁੱਟ ਨਾ ਹੋਵੇ। ਦੂਜੀ ਗੱਲ ਤੋਲ ਵੇਲੇ ਹੁੰਦੀ ਹੈ ਜੀ। ਜਦੋਂ ਤੁਸੀਂ ਬੋਰੀਆਂ ਭਰ ਲੈਂਦੇ ਆ, ਤੋਲ ਜੇ ਕਿਤੇ ਕੰਡਾ ਬੰਨ ਲਿਆ, ਮਾਰਕ ਕਮੇਟੀ ਵਾਲਿਆਂ ਨੇ ਵੈਸੇ ਦੇਖਣਾ ਹੁੰਦਾ ਵੀ ਕੰਡਾ ਬੰਨਿਆ ਨਹੀਂ ਜਾਣਾ ਚਾਹੀਦਾ। ਜੋ ਐਗਜ਼ੈਕਟ ਵਜਨ ਹੈ ਬੋਰੀ ਦਾ ਉਹ ਬੰਨ ਲੈ ਤੋਂ ਭਾਵ ਮਤਲਬ ਜਿੱਦਾਂ ਉਹਨਾਂ ਨੇ ਕਰ ਦੇਣਾ ਜੀ ਵੀ 300 ਤੇ ਬੰਨ ਲਿਆ। ਜੇ ਬੋਰੀ ਦਾ ਵਜਨ 2 ਹੈਗਾ ਆ, 200 ਗ੍ਰਾਮ ਹੈ ਜਾਂ ਜਿੰਨਾ ਹੈਗਾ, ਤੇ ਉਹਦੇ ਉੱਪਰ ਬੰਨ ਲਿਆ ਵੀ ਨਹੀਂ ਸਾਰੀਆਂ ਬੋਰੀਆਂ 350 ਗ੍ਰਾਮ ਦੀਆਂ। ਅੱਛਾ, ਇੱਕ ਸਿੱਧਾ ਹੀ ਵਿੱਚ ਉਹ ਪੱਕਾ ਪਾ ਲਿਆ। 3.5 ਜਿਸ ਤਰ੍ਹਾਂ ਆਪਾਂ ਉਹ ਪਾਉਂਦੇ ਨੇ ਵੀ ਇੰਨਾ ਬੋਰੀ ਦਾ ਵਜਨ ਹੋ ਗਿਆ ਤੇ 37.5 ਕਿਲੋ ਜਿਹੜੀ ਆ ਭਰਾਈ ਹੈ ਜੀ, ਤੇ ਬੋਰੀ ਦਾ ਵਜਨ ਪਲੱਸ ਹੋ ਕੇ ਫਿਰ ਉਹਦਾ ਵੱਟਾ ਉੱਥੇ ਰੱਖਣਾ ਨਾ, ਤੇ ਉੱਥੇ ਸੈੱਟ ਕਰ ਲੈਂਦੇ ਆ। ਉਹ ਇਦਾਂ ਨਹੀਂ ਹੋਣਾ, ਐਗਜ਼ੈਕਟ ਵੇਟ ਜਿਹੜਾ ਉਹੀ ਲੱਗਣਾ ਆ। ਤੇ ਆਪਾਂ ਜਦੋਂ ਕਿਤੇ ਤਹਿਕੀਕਾਤ ਵੀ ਕਰਦੇ ਹਾਂ ਤਾਂ ਆਪਾਂ ਕਹਿੰਦੇ ਨੇ ਜੀ ਇਹ ਬੋਰੀ ਦਾ ਵਜਨ ਹੈ। ਆਪਾਂ ਨਹੀਂ, ਇਹ ਪੁੱਛਣਾ ਚਾਹੀਦਾ ਹੈ। ਔਰ ਕਿਸਾਨ ਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ, ਆਪਣੀ ਪੁੱਛ ਪੜਤਾਲ ਕਰਨਗੇ। ਆਪਾਂ ਕਿ ਸੰਗ ਦੇ ਵੀ ਚਲੋ ਆੜ੍ਹਤੀਆ ਵੀ ਜਾਣਦਾ, ਵੀ ਜਾਣਦਾ, ਕਾਹਨੂੰ ਪੁੱਛ ਪੜਤਾਲ ਕਰਨੀ, ਪਰ ਨਹੀਂ, ਜ਼ਰੂਰ ਕਰਨੀ ਚਾਹੀਦੀ ਆ। ਨਿਰਧਾਰਿਤ ਖਰਚੇ ਨੇ ਕਿਸਾਨ ਨੇ ਸਿਰਫ ਮੰਡੀ ਬੋਰਡ ਨਿਸ਼ਚਿਤ ਕਰਦਾ ਹੈ ਵੀ ਸਿਰਫ ਲੋਹਾਈ ਦਾ ਤੇ ਸਫਾਈ ਦਾ ਖਰਚਾ ਦੇਣਾ ਹੈ। ਕਿਸਾਨ ਨੇ ਸਿਰਫ ਲੋਹਾਈ ਤੇ ਸਫਾਈ ਦਾ ਖਰਚਾ ਦੇਣਾ। ਉਸ ਤੋਂ ਬਾਅਦ ਵੇਮੈਂਟ ਦਾ, ਸਟਿਚਿੰਗ ਦਾ,
ਲਦਾਈ ਦਾ ਅੱਗੇ ਉਹ ਸਾਰੇ ਖਰਚੇ ਖਰੀਦਦਾਰ ਨੇ ਦੇਣੇ, ਆੜਤੀਏ ਦੇ ਜਾਂ ਖਰੀਦ ਏਜੰਸੀ ਦੇ। ਹਾਂਜੀ, ਹੋਰ ਕਿਸੇ ਤਰ੍ਹਾਂ ਦਾ ਗਊਸ਼ਾਲਾ ਸੈਸ, ਮਾਰਕੀਟ ਫੀਸ, RDF ਇਦਾਂ ਦਾ ਕੁਝ ਵੀ ਨਹੀਂ ਕਿਸਾਨ ਨੇ ਦੇਣਾ। ਸੋ ਇਹ ਸਾਰੇ ਨਿਸ਼ਚਿਤ ਉਹਨਾਂ ਨੂੰ ਕਰਨਾ ਚਾਹੀਦਾ। ਮੰਡੀ ਬੋਰਡ ਨੇ ਮਾਰਕ ਕਮੇਟੀਆਂ 'ਤੇ ਲਿਖ ਕੇ ਲਾਇਆ ਹੋਇਆ ਕਿ ਕਿਹੜੀ ਚੀਜ਼ ਦੇ ਕਿੰਨੇ ਖਰਚੇ ਆ, ਠੀਕ ਹੈ, ਪ੍ਰਤੀ ਬੋਰੀ ਦੇ ਹਿਸਾਬ ਨਾਲ ਉਹ ਕਿਸਾਨ ਨੂੰ ਜ਼ਰੂਰ ਪਤਾ ਹੋਣੇ ਚਾਹੀਦੇ ਆ। ਸੋ ਉਹ ਉਨੇ ਹੀ ਖਰਚੇ ਦੇਣੇ ਆ ਤੇ ਜੇ ਫਾਰਮ ਜ਼ਰੂਰ ਲੈਣਾ ਆ। ਜੇ ਫਾਰਮ ਜਿਹੜਾ ਆ ਉਹ ਇੱਕ ਤਰ੍ਹਾਂ ਨਾਲ ਪੱਕੀ ਵੇਚ ਪਰਚੀ ਹੈ ਕਿਸਾਨ ਦੀ, ਜਿਹਦੇ ਤੇ ਲਿਖਿਆ ਕਿ ਇੰਨੀ ਏਜੰਟ ਸੀਗੀ, ਇਹਦੀ ਕੀਮਤ ਇੰਨੀ ਲੱਗੀ ਹੈ, ਟੋਟਲ ਇੰਨੇ ਰੁਪਏ ਬਣ ਗਏ ਤੇ ਕਿਸਾਨ ਨੇ ਇੰਨੇ ਇਹਦੇ ਲਹਾਈ ਦੇ ਪੈਸੇ ਬਣਦੇ ਸੀਗੇ, ਇੰਨੇ ਇਹਦੇ ਬਣਦੇ ਸੀ, ਇੰਨੇ ਨਗ ਸੀਗੇ, ਇਹਦੀ ਰਕਮ ਬਣਦੀ ਹੈ। ਪਰ ਸੰਘੇੜਾ ਸਾਹਿਬ, ਅਸੀਂ ਜੇ ਫਾਰਮ ਤਾਂ ਸਾਨੂੰ ਉਦੋਂ ਪਤਾ ਲੱਗਾ ਜਦੋਂ ਅਸੀਂ ਵੀਜ਼ਾ ਲੈਣਾ ਹੁੰਦਾ ਸੀ ਵੀ ਜੇ ਫਾਰਮ ਲਿਆਓ ਜੀ। ਅੱਛਾ, ਜੇ ਫਾਰਮ ਵੀ ਕੋਈ ਚੀਜ਼ ਹੁੰਦੀ ਹੈ? ਜੇ ਫਾਰਮ ਮੰਨ ਲਓ ਅੱਜ ਝੋਨਾ ਵੇਚਿਆ ਜਾਂ ਅੱਜ ਕਣਕ ਵੇਚੀ ਹੈ, ਜੇ ਫਾਰਮ ਕਿੰਨੇ ਹਫ਼ਤਿਆਂ ਬਾਅਦ ਜਨਰੇਟ ਹੋ ਜਾਂਦਾ ਵੀ ਅਸੀਂ ਉਹਨੂੰ ਜਾ ਕੇ ਬੇਨਤੀ ਕਰੀਏ ਆੜਤੀਏ ਨੂੰ? ਐਕਚੁਅਲੀ ਤਾਂ ਪੇਮੈਂਟ ਤੇ ਜੇ ਫਾਰਮ ਤੇ ਫਾਰਮ ਆਈ ਜਿਹੜਾ ਇਹ ਇਮੀਡੀਏਟਲੀ ਦੇਣੇ ਹੁੰਦੇ ਆ। ਇਮੀਡੀਏਟਲੀ ਮੀਨਸ ਉਹਦਾ ਫਿਰ ਟਾਈਮ ਵੀ ਨਿਰਧਾਰਿਤ ਕਰਤਾ ਹੈ, ਕਿਉਂਕਿ ਇੰਨੇ ਪੱਧਰ ਤੇ ਅਕਾਊਂਟਸ ਵਗੈਰਾ ਦਾ ਕੰਮ ਹੁੰਦਾ ਵੀ 72 ਆਵਰਸ ਦੇ ਵਿੱਚ ਸਾਰਾ ਦੇਣਾ ਹੁੰਦਾ ਤੇ ਕਈਆਂ ਥਾਵਾਂ ਤੇ ਥੋੜਾ ਬਹੁਤ ਲੇਟ ਵੀ ਹੋ ਜਾਂਦਾ ਆ। ਪਰ ਇਹ ਆ ਵੀ ਵਿਦਿਨ 3 ਡੇਜ਼ ਇਹ ਸਾਰੀ ਕੁਛ ਪੈਸੇ ਦਾ ਭੁਗਤਾਨ ਵੀ ਕਰਨਾ ਹੁੰਦਾ ਆ ਜੀ, ਤੇ ਨਾਲ ਇਹ ਜੇ ਫਾਰਮ ਵੀ ਦੇਣੇ ਹੁੰਦੇ। ਆਮ ਤੌਰ ਤੇ ਕਈ ਵਾਰੀ ਹੋ ਜਾਂਦਾ, ਹੁਣ ਰੈਗੂਲਰ ਤੌਰ ਤੇ ਤਾਂ ਨਹੀਂ ਹੈਗਾ, ਬਟ ਹੁਣ ਤਾਂ ਕੰਪਿਊਟਰ 'ਚ ਜੇ ਫਾਰਮ ਆਉਣ ਲੱਗ ਗਿਆ ਵੀ ਫਾਰਮਰ ਨੂੰ ਨਹੀਂ ਦਿੱਤਾ ਜਾਂਦਾ, ਉਹਨੂੰ ਕਾਗਜ਼ ਤੇ ਸਲਿੱਪ ਆਪਾਂ ਲਿਖ ਕੇ ਦੇ ਦੇਣੇ, ਤੇਰਾ ਇੰਨਾ ਕੁ ਦਾ ਹਿਸਾਬ ਹੋਇਆ, ਸਲਿੱਪ ਗਈ ਕਿੱਧਰ ਗਿਆ, ਇਹ ਸਾਰਾ ਕੁਛ ਇੱਕ ਤਰ੍ਹਾਂ ਨਾਲ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਆਪਾਂ ਦੁਕਾਨ ਤੋਂ ਜਦੋਂ ਕੋਈ ਵੀ ਦਵਾਈ ਲੈਂਦੇ ਆ ਜਾਂ ਕੋਈ ਚੀਜ਼ ਖਰੀਦਦੇ ਉਹਦੀ ਪੱਕੀ ਵੇਚ ਪਰਚੀ ਹੁੰਦੀ ਆ। ਆਪਾਂ ਜਦੋਂ ਕਾਰ ਖਰੀਦਦੇ ਆ ਉਹਦਾ ਵੀ ਪੱਕਾ ਹੈਗਾ ਕਿ ਇੰਨਾ ਟੈਕਸ ਲੱਗਿਆ, ਇੰਨਾ ਸਾਰਾ ਹੈਗਾ। ਉਸ ਹਿਸਾਬ ਨਾਲ ਇਹ ਜੇ ਫਾਰਮ ਜਿਹੜਾ ਹੁਣ ਤੁਸੀਂ ਦੱਸ ਹੀ ਦਿੱਤਾ ਫਿਰ ਵੀਜ਼ਾ ਲੈਣ ਲਈ ਵੀ ਲੋੜ ਪੈਂਦੀ ਹੈ। ਇਹ ਪੰਜਾਬ ਦੇ ਵਿੱਚ ਤਾਂ ਵੀਜ਼ਾ ਇੱਕ ਆਪਣੇ ਆਪ 'ਚ ਬਹੁਤ ਵੱਡੀ ਚੀਜ਼ ਹੈ ਤੇ ਕਿਹਦੇ ਨਾਲ ਮਿਲਦਾ ਬਹੁਤ ਵੱਡੀ ਗੱਲ ਹੈ। ਤੇ ਇਹ ਜਾਨੀ ਕਿਸਾਨ ਦਾ ਰਾਈਟ ਹੈ ਕਿ ਉਹ ਜੇ ਫਾਰਮ ਲੈ ਲਵੇ? ਕਿਸਾਨ ਦਾ ਰਾਈਟ ਹੈ, ਔਰ ਜੇ ਕਮਿਸ਼ਨ ਏਜੰਟ ਜਾਂ ਜੇ ਫਾਰਮ ਜਾਰੀ ਨਹੀਂ ਕਰਦਾ ਤਾਂ ਉਹਨੇ ਉਹ ਕਾਨੂੰਨ ਦੀ ਉਲੰਘਣਾ ਕੀਤੀ ਹੈ, ਦੋਸ਼ੀ ਹੈ। ਨੇ ਦੇਣਾ। ਹਾਂ, ਉਹਦੇ ਤੇ ਅਸੀਂ ਜੁਰਮਾਨੇ ਲਾਉਂਦੇ, ਮਤਲਬ ਹੁਣ ਅਸੀਂ ਨਿਕਲ ਜਾਂਦਾ ਮੂੰਹ, ਉਹਦੇ ਤੇ ਮੈਂ ਜੁਰਮਾਨੇ ਲਾਉਂਦਾ ਰਿਹਾ। ਕਈ ਵਾਰੀ ਵਿਰੋਧ ਵੀ ਇਸ ਗੱਲ ਤੋਂ ਹੁੰਦਾ ਸੀ ਵੀ ਜੇ ਫਾਰਮ ਦੇ 5-5000 ਲਾਤਾ ਜੀ ਤੇ ਕੰਮ ਕਿੱਦਾਂ ਚੱਲੂਗਾ। ਪਰ ਇਨਫੋਰਸਮੈਂਟ ਦਾ ਤਰੀਕਾ ਤਾਂ ਇਹੀ ਹੈ ਨਾ। ਪਰ ਹੁਣ ਮੰਡੀ ਬੋਰਡ ਨੇ ਕਾਫੀ ਇਹ ਚੀਜ਼ ਨੂੰ ਇਨਫੋਰਸ ਕੀਤਾ ਹੈ। ਆੜਤੀ ਵੀਰ ਵੀ ਸਮਝਦੇ ਆ ਵੀ ਜ਼ਰੂਰੀ ਹੈ, ਉਹਨਾਂ ਲਈ ਵੀ ਫਾਇਦੇ 'ਚ ਹੈ। ਜੇ ਫਾਰਮ ਦੇ ਕੋਈ ਫੀਸ ਹੈ, ਪੈਸੇ ਆ ਕਿਸਾਨ ਨੂੰ ਦੇਣਾ? ਨਹੀਂ, ਬਿਲਕੁਲ ਉਹਦੇ 'ਚ ਕੋਈ ਨਹੀਂ ਹੈਗਾ। ਉਹ ਰੈਗੂਲਰ ਜਿਹੜੇ ਅਕਾਊਂਟਸ ਮੇਨਟੇਨ ਕਰਨੇ ਆ, ਮਾਰਕ ਕਮੇਟੀ ਨੇ ਆੜਤੀ ਨੂੰ ਬਾਉਂਡ ਕੀਤਾ ਹੋਇਆ, ਉਹਨਾਂ ਨੂੰ ਕਮਿਸ਼ਨ ਮਿਲਦਾ ਇਸ ਗੱਲ ਦਾ ਵੀ ਉਹਨਾਂ ਨੇ ਕਿਹੜੇ ਰਿਕਾਰਡ ਮੇਨਟੇਨ ਕਰਨਾ, ਕਿਸ ਤਰ੍ਹਾਂ ਵਪਾਰੀ ਦੇ ਹਿਸਾਬ ਨਾਲ ਵੀ, ਉਸ ਹਿਸਾਬ ਨਾਲ ਵੀ ਇਸ ਤਰ੍ਹਾਂ ਸਾਰਾ ਹੈਗਾ ਆ। ਤੇ ਸੰਘੇੜਾ ਸਾਹਿਬ, ਚਲੋ ਹੁਣ ਤਾਂ ਤੁਸੀਂ ਵੀ ਲੀਡਰ ਹੋ, ਠੀਕ ਹੈ ਜੀ? ਲੀਡਰ ਕਹਦਾ ਜੀ, ਮੈਂ ਸੇਵਾਦਾਰ ਹਾਂ। ਹਾਂਜੀ, ਮੈਨੂੰ ਇੱਕ ਚੀਜ਼ ਦੱਸਿਓ ਕਿ ਮੰਡੀ ਬੋਰਡ ਨੇ ਪ੍ਰਬੰਧ ਕਰ ਦਿੱਤੇ ਕਿ ਭਾਈ ਝੋਨਾ ਆਉਣ ਵਾਲਾ, ਆਪਾਂ ਝੋਨੇ ਤੇ ਰਹਾਂਗੇ ਕਿਉਂਕਿ ਅੱਜ ਕੱਲ੍ਹ ਝੋਨਾ ਹੈ ਤੇ ਝੋਨਾ ਆਉਣ ਵਾਲਾ ਹੈ ਤੇ ਢੇਰੀਆਂ ਲੱਗ ਗਈਆਂ ਉੱਥੇ। ਜਾਣੀ ਮੰਡੀ ਬੋਰਡ ਡਾਂਗ ਲੈ ਕੇ ਖੜ ਜਾਂਦਾ ਹੈ ਮੰਡੀ ਦੇ ਵਿੱਚ ਕਿ ਜਿੰਨੀ ਦੇਰ ਕੋਈ ਨੇਤਾ ਨਹੀਂ ਆਉਂਦਾ ਤੇ ਐਂ ਕਰਕੇ ਉੱਥੋਂ ਝੋਨੇ ਦੀ ਇੱਦਾਂ ਢੇਰੀ ਜੀ ਮੁੱਠੀ 'ਚ ਭਰ ਕੇ ਤਾਣ ਕੇ ਕਹਿੰਦੇ ਜੀ ਖਰੀਦ ਸ਼ੁਰੂ ਕਰਾਈ ਗਈ, ਉਹਦੇ ਤੋਂ ਪਹਿਲਾਂ ਝੋਨਾ ਨਹੀਂ ਵਿਕ ਸਕਦਾ। ਇੱਦਾਂ ਦੀ ਕੋਈ ਗੱਲ ਨਹੀਂ। ਇਹ ਨੇਤਾ ਜਿਹੜੇ ਆਉਣ ਲੱਗੇ ਆ ਨਾ ਸਮੇਤ ਮੇਰੇ ਜੀ, ਹੁਣ ਤਾਂ ਮੈਂ ਨੇਤਾਵਾਂ ਦੇ ਖਿਲਾਫ ਤਾਂ ਨਹੀਂ ਮੈਂ ਬੋਲਣਾ ਚਾਹੁੰਦਾ ਕਿਉਂਕਿ ਸਰਕਾਰ ਹੈ ਸਾਡੀ। ਨਹੀਂ ਫਿਰ ਵੀ ਮੇਰਾ ਮਤਲਬ ਵੀ ਨੇਤਾ ਮੰਡੀਆਂ 'ਚ ਨੇਤਾਵਾਂ ਦਾ ਕੋਈ ਰੋਲ ਨਹੀਂ ਸੀਗਾ ਪਹਿਲਾਂ। ਮਤਲਬ ਜੇ ਵੱਧ ਤੋਂ ਵੱਧ ਗੱਲ ਜਾਂਦੀ ਸੀ ਤਾਂ ਡੀਐਮਓ ਹੀ ਸਾਰੀ ਬਕਵਾ ਦਿੰਦਾ ਸੀ, ਸਾਰੀ ਏਜੰਟਸ, ਕਣਕ ਵੀ ਤੇ ਝੋਨਾ ਵੀ। ਡੀਐਮਓ ਕੌਣ? ਜ਼ਿਲ੍ਹਾ ਮੰਡੀ ਅਫਸਰ। ਮੰਨ ਲਓ ਸੈਕਟਰੀ ਮਾਰਕ ਕਮੇਟੀ ਥੱਲੇ ਕੰਮ ਕਰਦੇ ਸੀ। ਕਰਪਸ਼ਨ ਜਿਹੜੀ ਓਵਰ ਏ ਪੀਰੀਅਡ ਆਫ ਟਾਈਮ ਅਨਫੋਰਚੂਨੇਟਲੀ ਸਾਡੇ ਸਮਾਜ ਦੇ ਵਿੱਚ ਵੱਧਦੀ ਗਈ ਹੈ ਔਰ ਐਥਿਕਸ ਜਿਹੜੇ ਘਟਦੇ ਗਏ ਆ, ਓਨੈਸਟੀ ਘਟਦੀ ਗਈ ਆ, ਸਿਸਟਮ ਵਿਗੜਦਾ ਗਿਆ ਸੁਧਰਨ ਦੀ ਬਜਾਏ। ਜਿੱਦਾਂ ਤੇਜ਼ੀ ਆਈ ਆ, ਪੈਸੇ ਦਾ, ਸਿੱਕੇ ਦਾ ਜ਼ਿਆਦਾ ਫੈਲਾਅ ਹੋ ਗਿਆ। ਮਤਲਬ ਕੋਈ ਬਹੁਤੀ ਕਿਸੇ ਨੂੰ ਪਤਾ ਹੀ ਨਹੀਂ ਸੀ ਹੁੰਦਾ ਵੀ ਕੈਸ਼ ਕ੍ਰੈਡਿਟ ਲਿਮਿਟ ਕੀ ਹੁੰਦੀ ਆ ਜਾਂ ਮਤਲਬ ਆਹ ਕਿੱਦਾਂ ਕਰਨਾ। ਕਦੀ ਕਿਤੇ ਕੋਈ ਅਫਸਰ ਆਇਆ, ਫੋਟੋ ਖਿਚਾ ਗਿਆ, ਡਿਪਟੀ ਕਮਿਸ਼ਨਰ ਸਾਹਿਬ ਆਏ, ਗੇੜਾ ਦੇ ਗਏ ਵੀ ਕੰਮ ਠੀਕ ਚੱਲਦਾ ਸਾਰਾ ਕੁਝ, ਪਰ ਫੋਟੋ ਖਿਚਾ ਗਿਆ। ਪੋਲੀਟੀਕਲ ਬੰਦੇ ਜਿਹੜੇ ਆ ਇਹ ਸ਼ੁਰੂ ਕੀਤੇ ਆ ਬਾਦਲ ਸਾਹਿਬ ਨੇ ਸਭ ਤੋਂ ਪਹਿਲਾਂ ਮੰਡੀਆਂ 'ਚ ਭੇਜਣੇ ਸ਼ੁਰੂ ਕੀਤੇ। ਤਾਂ ਨਹੀਂ ਕਹਿਣ ਲੱਗੇ ਤੁਹਾਡੀ ਵਿਰੋਧੀ ਪਾਰਟੀ ਦੇ ਆ? ਨਹੀਂ, ਹੁਣ ਸਾਡੇ ਵੀ ਫੋਟੋ ਖਿਚਾਉਂਦੇ ਆ। ਮਤਲਬ ਮੈਂ ਨਹੀਂ ਇੱਦਾਂ ਨਹੀਂ, ਮਤਲਬ ਇਹ 'ਚ ਕੋਈ ਮਾੜੀ ਗੱਲ ਨਹੀਂ ਹੈ। ਸਾਡੇ ਨੇਤਾ ਨੇ, ਸਾਡੇ ਮਤਲਬ। ਅੱਛਾ, ਕਿਹੜੇ ਸਾਲ ਸ਼ੁਰੂ ਹੋਇਆ ਕੰਮ ਤੁਹਾਡੇ ਮੁਤਾਬਕ? ਤੁਸੀਂ ਜੌਬ 'ਚ ਸੀਗੇ ਉਦੋਂ? ਹਾਂ, ਮੈਂ ਜੌਬ 'ਚ ਸੀਗਾ ਜੀ। ਮਤਲਬ ਈਵਨ ਮਤਲਬ ਇਹ ਨਹੀਂ ਮੈਂ ਕਹਿੰਦਾ ਵੀ ਜਿਹੜੇ ਵੀ ਪੋਲੀਟੀਕਲ ਬੰਦੇ ਆਉਂਦੇ ਸੀ ਸਾਰੇ ਮਾੜੇ ਸੀਗੇ ਜਾਂ ਕਿੱਦਾਂ। ਵਿੱਚੋਂ ਕਈ ਬੰਦੇ ਸੀਗੇ ਜਿਹੜੇ ਮੈਨੂੰ ਨਾਲ ਲੈ ਕੇ ਜਾਂਦੇ ਸੀ, ਉਹਨਾਂ ਨੂੰ ਸੀਗਾ ਵੀ ਇਹਨੂੰ ਸਾਰੇ ਕੰਮ ਦਾ ਪਤਾ ਹੈ ਤੇ ਜ਼ਿਆਦਾ ਗੱਲ ਬਣਦੀ ਹੈ ਜਾਂ ਕਿੱਦਾਂ ਜੀ। ਤੇ ਬਾਕੀ ਨਹੀਂ ਤਾਂ ਸਰਕਾਰ ਨੇ, ਮੰਤਰੀ ਸਾਹਿਬਾਨ ਵੀ, ਈਵਨ MLA ਸਾਹਿਬਾਨ, ਲੋਕਾਂ ਦੇ ਨੁਮਾਇੰਦੇ ਨੇ, ਆ ਸਕਦੇ ਨੇ, ਚੈੱਕ ਕਰਦੇ ਨੇ, ਪਹਿਲਾਂ ਤੋਂ ਵੀ ਜਾਂਦੇ ਰਹੇ ਆ। ਮਤਲਬ ਉਦੋਂ ਕੁਝ ਲੋਕ ਹੁੰਦੇ ਸੀ ਜਿਹੜੇ ਦਿਲਚਸਪੀ ਨਾਲ ਮੰਡੀਆਂ 'ਚ ਜਾਂਦੇ ਸੀ ਜਾਂ ਪਿੰਡਾਂ 'ਚ ਜਾਂਦੇ ਸੀ, ਸਾਰੇ ਨਹੀਂ ਸੀ ਜਾਂਦੇ। ਹੁਣ ਤਾਂ ਭੱਜ ਨੱਠ ਜ਼ਿਆਦਾ ਵੱਧ ਗਈ ਹੈ ਨਾ। ਤੇ
ਉਹਦੇ 'ਚ ਮਤਲਬ ਇਹਨਾਂ ਨੇ ਫਿਰ ਕੁਝ ਜਿਹੜੇ ਉਹ ਅਫਸਰਾਂ ਨੂੰ ਭੇਜਦੇ ਸੀ ਜਾਂ ਆਪ ਪੋਲੀਟੀਸ਼ੀਅਨ ਜਾਂਦੇ ਸੀ, ਪੋਲੀਟੀਸ਼ੀਅਨ ਤਾਂ ਮਤਲਬ ਫੋਟੋ ਖਿਚਾਉਣ ਜਾਂਦੇ, ਅਫਸਰਾਂ ਨੂੰ ਜਿਹਨਾਂ ਨੂੰ ਭੇਜਦੇ ਸੀ ਉਹਨਾਂ ਨੂੰ ਵੀ ਬਾਅਦ 'ਚ ਟਿਕਟ ਦਿੱਤੀ। ਜਿਹੜੇ ਵਾਧੂ IAS ਚੀਫ ਸੈਕਟਰੀ ਤੱਕ ਇਸ ਗੱਲ ਦੀਆਂ ਮੀਟਿੰਗਾਂ ਹੋਣ ਲੱਗ ਗਈਆਂ, ਮਤਲਬ ਖਰੀਦ ਨਹੀਂ ਹੁੰਦੀ ਜੀ, ਵੇਚ ਨਹੀਂ ਹੁੰਦੀ ਜੀ, ਲੁੱਟ ਖਸੁੱਟ ਹੋ ਗਈ ਕਿਉਂਕਿ ਕਰਪਸ਼ਨ ਵੱਧ ਗਈ ਸੀਗੀ। ਹੁਣ ਤਾਂ ਐਕਚੁਅਲੀ ਸੁੰਗੜ ਕੇ ਮਾਰਕੀਟ ਕਮੇਟੀ ਵੀ ਸੁੰਗੜ ਗਈ ਹੈ, ਮੰਡੀ ਬੋਰਡ ਨੂੰ ਵੀ ਕਾਫੀ ਦੇਰ ਤੱਕ ਮਤਲਬ ਕਾਫੀ ਥੱਲੇ ਆ ਗਿਆ। ਗੱਲ ਸ਼ੁਰੂ ਹੀ ਉੱਪਰੋਂ ਹੁੰਦੀ ਹੈ, ਮੁੱਖ ਮੰਤਰੀ ਸਾਹਿਬ ਖੁਦ ਨਿਗਰਾਨੀ ਕਰਦੇ ਨੇ। ਇਸ ਵੇਲੇ ਸਿਸਟਮ ਇਦਾਂ ਦਾ ਹੋ ਗਿਆ ਜੀ ਕਿ ਖੁਦ, ਕਿਉਂਕਿ ਕੈਸ਼ ਕ੍ਰੈਡਿਟ ਲਿਮਿਟ ਦੀ ਪ੍ਰੋਬਲਮ ਆ ਜਾਂਦੀ ਹੈ, ਵਿੱਚੋਂ ਸੈਂਟਰ ਤੋਂ ਇੱਕ ਤਰ੍ਹਾਂ ਨਾਲ ਮਿਨੀਮਮ ਸਪੋਰਟ ਪ੍ਰਾਈਸ ਬੰਦ ਕਰਨ ਦੇ ਰੌਲੇ ਪਏ, ਹੋਰ ਕਈ ਕੁਝ ਹੋਇਆ। ਹੁਣ ਇਹ ਸਰਕਾਰ ਲੈਵਲ ਦਾ ਕੰਮ ਹੋ ਗਿਆ, ਪਹਿਲਾਂ ਮੰਡੀ ਬੋਰਡ ਦੇ ਲੈਵਲ ਦਾ ਹੀ ਸੀਗਾ, ਬਹੁਤਾ ਹੈ ਨਹੀਂ ਸੀ। ਜੇ ਕਿਤੇ ਕੋਈ ਛੋਟੀ ਮੋਟੀ ਕੋਈ ਚੋਰੀ ਕਰਦਾ ਸੀ ਤੇ ਕੋਈ ਇਹ ਲੁੱਕ ਕੇ ਕਰਦਾ ਸੀ ਜੀ। ਹੁਣ ਤਾਂ ਪਿਛਲੇ ਸਮੇਂ 'ਚ ਮਤਲਬ ਤੁਸੀਂ ਦੇਖੋ ਅਖਬਾਰਾਂ 'ਚ ਆਉਣ ਲੱਗ ਜਾਂਦਾ ਹੈ ਵੀ FCI ਦੇ ਫਲਾਣੇ ਥਾਂ ਤੇ ਇੰਨੇ ਦਾ ਘਪਲਾ, ਫਲਾਣੇ ਥਾਂ ਤੇ ਇੰਨੇ ਦਾ ਘਪਲਾ। ਅੱਛਾ ਸੰਘੇੜਾ ਸਾਹਿਬ, ਇੱਕ ਚੀਜ਼ ਹੋਰ ਸਮਝਾਓ। ਸਭ ਤੋਂ ਵੱਡਾ ਰੌਲਾ ਪੈਂਦਾ, ਪਤਾ ਨਹੀਂ ਸਾਨੂੰ ਵੀ ਉਹ ਦੁਨੀਆ ਦਾ ਕਿਹੜਾ ਮੀਟਰ ਹੈ। ਕਿਸਾਨ ਨੇ ਝੋਨਾ ਬੀਜਿਆ, ਸਿੱਧੀ ਪ੍ਰਣਾਲੀ ਨਾਲ ਬੀਜਿਆ, ਪਨੀਰੀ ਪੱਟ ਕੇ ਗੱਡਿਆ, ਜੋ ਵੀ ਗੱਡਿਆ, ਕਿਸਾਨ ਦੀ ਮਜਬੂਰੀ ਆ ਕਿ ਉਹ ਝੋਨਾ ਬੀਜਦਾ ਲਾਉਂਦਾ। ਫਿਰ ਉਹਨੇ ਖਾਦ ਪਾਈ, ਫਿਰ ਉਹਨੇ ਦਵਾਈ ਪਾਈ, ਫਿਰ ਉਹਨੇ ਔਖੇ ਸੌਖੇ ਉਹਨੂੰ ਸਾਂਭਿਆ, ਬਿਮਾਰੀ ਪੈ ਗਈ, ਫਿਰ ਦਵਾਈ ਪਾਈ। ਉਹ ਤੋਂ ਬਾਅਦ ਝੋਨਾ ਪੱਕ ਗਿਆ, ਉੱਪਰੋਂ ਮੀਂਹ ਪੈ ਗਿਆ, ਕਿਸਾਨ ਨੇ ਕਿਤੇ ਉਹਦੇ ਵਿੱਚ ਪਾਣੀ ਦੇ ਟੀਕੇ ਲਾਤੇ, ਨਮੀ ਦਾ ਰੌਲਾ ਪੈ ਜਾਂਦਾ। ਸਾਨੂੰ ਨਹੀਂ ਸਮਝ ਆਉਂਦੀ ਕਿ ਐਡੀ ਘਟੇਰੀ 'ਚ ਨਾ ਐ ਕੋਈ ਚੀਜ਼ ਜੀ ਮਾਰਦੇ ਐ, 2 ਮਿੰਟ ਲਾਉਂਦੇ ਆ ਗਿੱਲਾ ਬਈ। ਉਹ ਨਮੀ ਵਾਲਾ ਛੜਯੰਤਰ ਹੀ ਹੈ, ਜਾਂ ਨਮੀ ਕਰਕੇ ਕੋਈ ਲੁੱਟ ਖਸੁੱਟ ਤਾਂ ਨਹੀਂ ਹੁੰਦੀ, ਜਾਂ ਫਿਰ ਹੱਥ ਹੀ ਉਹਨਾਂ ਦੇ ਖੜੇ ਨੇ ਕਿ ਨਹੀਂ ਭਾਈ ਅਸੀਂ ਨਹੀਂ ਖਰੀਦ ਸਕਦੇ। ਕਿਸਾਨ ਦਾ ਕਸੂਰ ਕੀ ਹੈ ਵਿੱਚ? ਨਹੀਂ, ਇਦਾਂ ਦੀ ਗੱਲ ਨਹੀਂ। ਕਈਆਂ ਥਾਵਾਂ ਤੇ ਵਾਜਬ ਵੀ ਹੁੰਦਾ ਆ, ਆਫੀਸਰ ਵੀ ਸਾਰੇ ਹੀ ਮਾੜੇ ਨਹੀਂ, ਇੰਸਪੈਕਟਰ ਵੀ ਸਾਰੇ ਹੀ ਮਾੜੇ ਨਹੀਂ ਹੈ। ਉਹ ਤੁਹਾਡੇ ਬੰਦੇ ਹੁੰਦੇ ਆ ਨਵੀਂ ਚੈੱਕ ਕਰਨ ਵਾਲੇ? ਹਾਂਜੀ ਬਿਲਕੁਲ, ਸਾਡੇ ਵੀ ਏਜੰਸੀਆਂ ਦੇ ਵੀ ਹੁੰਦੇ ਆ ਹੁਣ ਸਾਰਾ ਕੁਝ, ਕਿਉਂਕਿ ਏਜੰਸੀ ਵਾਲੇ ਥੋੜੀ ਜ਼ਿਆਦਾ ਬਲੈਕਮੇਲ ਕਰਦੇ ਸੀਗੇ। ਫਿਰ ਉਹ ਮੰਡੀ ਬੋਰਡ ਕੋਲ ਹੀ ਸਾਰਾ ਕੰਮ ਆ ਗਿਆ। ਮੰਡੀ ਬੋਰਡ ਨੇ, ਮਾਰਕੀਟ ਕਮੇਟੀਆਂ ਨੇ ਮੋਇਸਚਰ ਮੀਟਰ ਰੱਖੇ ਹੋਏ ਆ। ਇਹ ਜ਼ਰੂਰਤ ਕਿਉਂ ਆ? ਕਿਉਂਕਿ ਇੱਕ ਲਿਮਿਟ ਤੋਂ ਜ਼ਿਆਦਾ ਮੋਇਸਚਰ ਹੋਵੇ ਨਾ, ਜਦੋਂ ਆਪਾਂ ਕਣਕ ਨੂੰ ਜਾਂ ਝੋਨੇ ਨੂੰ ਸਟੈਕ ਕਰਦੇ ਆ, ਉਹ ਫਿਰ ਉਹ ਮੋਇਸਚਰ ਨਾਲ ਉਹ ਧੁਆਂਖ ਜਿਹਾ ਨਹੀਂ ਜਾਂਦਾ, ਧੂਆਂ ਜਿਹਾ ਨਿਕਲ ਜਾਂਦਾ, ਜਿਣਸ ਖਰਾਬ ਹੁੰਦੀ ਹੈ। ਇਸ ਕਰਕੇ 17% ਮੋਇਸਚਰ ਕਣਕ ਦੇ ਵਿੱਚ ਥੋੜ੍ਹਾ ਜਿਹਾ ਘੱਟ ਹੁੰਦਾ ਆ। ਇਹ ਝੋਨੇ ਦੇ ਵਿੱਚ, ਪੈਡੀ ਦੇ ਵਿੱਚ ਮੋਇਸਚਰ ਦੀ ਜ਼ਿਆਦਾ ਪ੍ਰੋਬਲਮ ਆਉਂਦੀ ਹੈ। ਅਤੇ ਜੇ ਉੱਥੇ ਮੋਇਸਚਰ ਪਹਿਲਾਂ ਮੋਇਸਚਰ ਦੀ ਪ੍ਰੋਬਲਮ ਆਉਂਦੀ ਵੀ ਆ, ਜ਼ਿਆਦਾ ਹੁੰਦਾ ਹੈ, ਇਸ ਕਰਕੇ ਡਿਲੇ ਵੀ ਹੁੰਦੀ ਹੈ ਖਰੀਦ ਵਿੱਚ, ਹੌਲੀ ਹੌਲੀ ਠੀਕ ਹੋ ਜਾਂਦੀ ਕਿਉਂਕਿ ਮੌਸਮ ਵੀ ਇਹੋ ਜਿਹਾ ਹੁੰਦਾ, ਇੱਕ ਇਹਦੀ ਝੋਨੇ ਦੀ ਫਸਲ ਵੀ ਇਹੋ ਜਿਹੀ ਆ। ਉਹਦੇ ਬਹਾਨੇ ਹੀ ਕਿਸਾਨਾਂ ਦੀ ਲੁੱਟ ਖਸੁੱਟ ਵੀ ਹੁੰਦੀ ਹੈ। ਮੈਂ ਉਹਦੇ 'ਤੇ ਬਾਅਦ 'ਚ ਆਉਣਾ ਆ। ਪਰ ਜੇ ਕਿਤੇ ਮੋਇਸਚਰ ਦਾ ਹੁੰਦਾ ਆ, ਇੱਕ ਤਾਂ ਵੈਸੇ ਤਾਂ ਉੱਦਾਂ ਹੈਗਾ ਵੀ ਤੁਸੀਂ ਦਾਣਾ ਮੂੰਹ 'ਚ ਪਾ ਕੇ ਦੇਖੋ, ਜੇ ਟਿਕ ਦੀ ਆਵਾਜ਼ ਆਉਂਦੀ ਹੈ ਤਾਂ ਉਹਦਾ ਮੋਇਸਚਰ ਠੀਕ ਹੋਏਗਾ। ਓਕੇ ਜੀ, ਜਿਹੜਾ ਆਪਣਾ ਜਟਕਾ ਤਰੀਕਾ ਹੈ ਜੀ। ਅਤੇ ਦਾਂਦੇ ਦੇ ਦਬਾਅ ਨਾਲ ਤੁਹਾਨੂੰ ਪਤਾ ਲੱਗ ਜਾਣਾ ਵੀ ਉਹ ਜਿੱਦਾਂ ਦੁੱਧ ਜਿਹਾ ਵਾਲਾ ਦਾਣਾ ਆ ਫਿਸਦਾ, ਉਸ ਤੋਂ ਪਤਾ ਲੱਗਦਾ ਟਿਕ ਦੀ ਆਵਾਜ਼ ਆਉਂਦੀ ਹੈ ਤਾਂ ਉਹ ਪੂਰੀ ਆ, ਠੀਕ ਹੈ। ਮੋਇਸਚਰ ਮੀਟਰ ਇੱਕ ਸੈਂਪਲ ਲੈਣ ਦਾ ਤਰੀਕਾ ਆ। ਮੋਇਸਚਰ ਮੀਟਰ ਮਾਰਕੀਟ ਕਮੇਟੀ ਦੇ ਕਰਮਚਾਰੀ ਕੋਲ ਹੁੰਦਾ ਹੈ, ਕੈਲੀਬ੍ਰੇਟ ਕਰਾਉਂਦੇ ਆ ਹਰ ਵਾਰੀ ਸੀਜ਼ਨ ਤੋਂ ਪਹਿਲਾਂ ਉਹਨੂੰ, ਤਾਂ ਕਿ ਉਹ ਠੀਕ ਕੰਮ ਕਰੇ। ਅਤੇ ਜੋ ਉਹਦੇ 'ਤੇ ਰੀਡਿੰਗ ਆਉਂਦੀ ਹੈ ਉਹ ਤੋਂ ਫਿਰ ਏਜੰਸੀ ਵਾਲਾ ਖਰੀਦਣ ਤੋਂ ਨਾ ਨਹੀਂ ਕਰ ਸਕਦਾ। ਅੱਗੇ ਏਜੰਸੀ ਵਾਲੇ ਆਪਣਾ ਮੋਇਸਚਰ ਮੀਟਰ ਲੈ ਆਉਂਦੇ ਸੀਗੇ, ਉਹਨਾਂ ਨੇ ਥੋੜ੍ਹੀ ਹੋਰ ਤਰ੍ਹਾਂ ਦੀ ਸੈਟਿੰਗ ਕੀਤੀ ਹੁੰਦੀ ਸੀ। ਜਿੱਥੇ ਕਿਤੇ ਕੋਈ ਦੇਖਦੇ ਸੀਗੇ ਉਹ ਕਹਿੰਦੇ ਸੀ ਵੀ ਨਹੀਂ ਇਹ ਮੋਇਸਚਰ ਘੱਟ ਹੈ, ਮੋਇਸਚਰ ਜ਼ਿਆਦਾ ਆ, ਅਤੇ ਉਹ ਖਰੀਦਣ ਤੋਂ ਨਾ ਕਰ ਦਿੰਦੇ ਸੀ। ਫਿਰ ਆਪਾਂ ਨੂੰ ਕਾਹਲੀ ਹੁੰਦੀ ਆ, ਵਿੱਚੋਂ ਕੋਈ ਬੰਦਾ ਵਿਚੋਲਗਿਰੀ ਕਰਕੇ ਕਹਿ ਦਿੰਦਾ ਸੀ ਚਲੋ ਤੂੰ ਇੰਨੀ ਕੁ ਕਾਟ ਲਵਾ ਲਾ ਅਤੇ ਆਪਾਂ ਤੇਰੀ ਵਿਕਵਾ ਦਿੰਦੇ ਹਾਂ। ਫਿਰ ਉਹ ਤੈਅ ਹੋ ਜਾਂਦਾ ਸੀ ਹੌਲੀ ਹੌਲੀ, ਕਿਤੇ ਰੁਪਈਆ ਬੋਰੀ, ਕਿਤੇ 2 ਰੁਪਏ ਬੋਰੀ। ਬਾਕੀ ਉਹਦਾ ਕਾਰਨ ਇੱਥੋਂ ਹੀ ਮੋਇਸਚਰ ਦੇ ਨਾਂ 'ਤੇ ਹੀ ਜ਼ਿਆਦਾ ਲੁੱਟ ਹੁੰਦੀ ਸੀ। ਹੁਣ ਕਾਫੀ ਘਟੀ ਹੈ, ਮੈਨੂੰ ਨਹੀਂ ਪਤਾ ਹੁਣ ਬੰਦ ਹੋ ਗਈ ਕਿ ਨਹੀਂ ਬੰਦ ਹੋ ਗਈ, ਪਰ ਮਤਲਬ ਕਾਫੀ ਹੱਦ ਤੱਕ ਐਤਕੀ ਮਤਲਬ ਅਸੀਂ ਨਹੀਂ ਕਰਨ ਦੇਵਾਂਗੇ ਜਿੱਥੋਂ ਤੱਕ ਕੋਸ਼ਿਸ਼ ਹੈਗੀ ਆ। ਮਤਲਬ ਦੇਖੋ WhatsApp ਇੱਕ ਦੁਨੀਆ 'ਚ ਜਿੱਦਾਂ ਪਹਿਲਾਂ ਰਾਜੇ ਮਹਾਰਾਜੇ ਵੀ ਹੁੰਦੇ ਸੀ, ਆਪਾਂ ਉਹ ਟੈਕਸ ਲੈਂਦੇ ਸੀ, ਜਜੀਆ ਲੈਂਦੇ ਸੀ ਜਾਂ ਕੁਛ ਵੀ ਸੀਗਾ, ਨਾਕਾ ਲਾ ਕੇ ਜਾਂ ਕਿੱਦਾਂ। ਉਹ ਇੱਦਾਂ ਥੋੜ੍ਹੀ ਸੀਗਾ ਵੀ ਮਤਲਬ ਜਿਹੜੇ ਤਗੜੇ ਬੰਦੇ ਸੀ ਉਹਨਾਂ ਤੋਂ, ਫੈਕਟਰੀਆਂ ਤੋਂ, ਵੱਡੇ ਬੰਦੇ ਤਾਂ ਬਹੁਤ ਥੋੜ੍ਹੇ ਹੁੰਦੇ ਸੀਗੇ, ਗਰੀਬਾਂ ਤੋਂ ਹੀ ਜਾਂਦਾ ਸੀ ਨਾ ਸਾਰਾ ਪੈਸਾ। ਅੱਜ ਵੀ ਸੰਸਾਰ ਵਿੱਚ ਜੇ ਦੁਨੀਆ 'ਚ ਕਿਤੇ ਵੀ ਲੁੱਟ ਖਸੁੱਟ ਸਭ ਤੋਂ ਵੱਧ ਜਿਹੜੀ ਹੁੰਦੀ ਹੈ ਉਹ ਕਿਸਾਨ ਦੀ ਹੁੰਦੀ ਹੈ ਅਤੇ ਮਜ਼ਦੂਰ ਦੀ ਹੁੰਦੀ ਹੈ ਜੀ। ਕਿਸਾਨ ਫਿਰ ਸੋਚ ਲੈਂਦਾ ਯਾਰ ਰੁਪਈਆ ਅਤੇ ਇੰਨੇ ਕੁ ਬਣਨੇ, ਚਲੋ ਦੇ ਦਿਓ, ਸਾਰੀ ਨਾ ਫਸਲ ਕਿਤੇ ਖਰਾਬ ਹੋ ਜਾਂਦੇ, ਕਿਉਂਕਿ ਉੱਧਰੋਂ ਬੱਦਲ ਗੱਜ ਕੇ ਡਰਾਉਂਦਾ ਰਹਿੰਦਾ ਵੀ ਮੈਂ ਆਇਆ। ਮਤਲਬ ਉਹਨਾਂ ਥੋੜ੍ਹਾ ਜਿਹਾ, ਕਿਉਂਕਿ ਸੀਜ਼ਨ 'ਤੇ ਨਿਰਧਾਰਿਤ ਹੈ, ਬਹੁਤ ਵੱਡਾ ਆਪਰੇਸ਼ਨ ਹੁੰਦਾ ਹੈ, ਉਹ ਬਲੈਕਮੇਲਿੰਗ ਕਰਦੇ ਸੀਗੇ, ਜਿਹੜੀ ਕਿ ਕਾਫੀ ਹੱਦ ਤੱਕ ਹੁਣ ਕੰਟਰੋਲ 'ਚ ਹੈ। ਸੰਘੇੜਾ ਸਾਹਿਬ ਇੱਕ ਚੀਜ਼ ਹੋਰ ਦੱਸਿਓ, ਮੰਨ ਲਓ ਕਿ ਤੁਸੀਂ ਜ਼ਿਲ੍ਹਾ ਮੰਡੀ ਅਫਸਰ ਹੋ ਜਾਂ ਕੋਈ ਵੀ ਊੜਾ ਐੜਾ ਈਡੀ ਕੋਈ ਵੀ ਵਿਅਕਤੀ ਵਿਸ਼ੇਸ਼, ਇੱਕ ਪਾਸੇ ਇੱਕ ਲੀਡਰ ਦੀ ਢੇਰੀ ਲੱਗੀ ਹੈ ਝੋਨੇ ਦੀ, ਦੂਜੇ ਪਾਸੇ ਇੱਕ ਮੇਰੇ ਵਰਗੇ ਸਧਾਰਨ ਬੰਦੇ ਦੀ 10 ਬੋਰੀਆਂ ਹੈਗੀਆਂ। ਉਹਦਾ ਮੋਇਸਚਰ ਜਾਣੀ ਕਿ ਗਿੱਲ ਮਾਪਣ ਵਾਲਾ ਯੰਤਰ ਜਿਹੜਾ, ਜਿਹ ਤੋਂ ਪਤਾ ਝੋਨਾ ਗਿੱਲਾ ਕਿ ਸੁੱਕਾ,
ਹੋ ਸਕਦਾ ਲੀਡਰ ਵਾਲੇ ਦੇ ਵਿੱਚ ਉੱਪਰੋਂ ਲੈ ਲੈਂਦੇ, ਜਿੱਥੇ ਥੋੜੀ ਜਿਹੀ ਧੁੱਪ ਲੱਗੀ ਹੈ ਆਮ ਬੰਦੇ ਥੱਲੇ ਖਿੱਚ ਕੇ ਮਾਰਦੇ ਹੋਣੇ ਮੀਟਰ ਥੱਲੇ ਚੱਕ ਕੇ, ਇਦਾਂ ਦਾ ਮਾੜਾ ਮੋਟਾ ਕੰਮ ਚਲਾ ਲੈਂਦੇ ਕਈ ਬੰਦੇ। ਬਹੁਤਾ ਨਹੀਂ ਹੈਗਾ। ਹੁਣ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਕਿਸਾਨ ਵੀ ਸਿਆਣੇ ਹੋ ਗਏ, ਉਹ ਮਗਰ ਵੀ ਪੈ ਜਾਂਦੇ ਆ ਵੀ ਤੁਸੀਂ ਉਹਦੀ ਤੇ ਚੱਕ ਲਈ ਜਾਂ ਕਿੱਦਾਂ, ਪਰ ਇੰਨਾ ਫਰਕ ਜ਼ਰੂਰ ਪੈ ਜਾਂਦਾ ਵੀ ਜਿਹਦਾ ਫੋਨ ਚਲੇ ਜਾਵੇ, ਸੀਨੀਅਰ ਅਫਸਰ ਦਾ ਚੱਲ ਜਾਵੇ ਜਾਂ ਕਿਸੇ ਦਾ ਚੱਲ ਜਾਵੇ, ਤੇ ਉਹਦੀ ਥੋੜੀ ਜਿਹੀ ਫਿਰ ਉਹ ਪਰਸਨਲ ਧਿਆਨ ਦੇਣ ਲੱਗ ਜਾਂਦੇ ਆ ਥੋੜੇ ਜਿਹਾ, ਤੇ ਉਹਦੀ ਛੇਤੀ ਚੱਕੀ ਜਾਂਦੀ, ਇਦਾਂ ਨਹੀਂ ਹੈ ਵੀ ਦੂਜੇ ਦੀ ਰਹਿ ਜਾਂਦੀ ਹੈ। ਮੈਨੂੰ ਹੁਣ ਤੱਕ ਮਾਨਸਾ ਵੱਲੋਂ ਉਧਰਲੇ ਪਾਸੇ ਵੀ ਮੈਂ ਰਿਹਾ, ਭਾਵੇਂ ਬੇਸਿਕਲੀ ਮੈਂ ਦੁਆਬੇ ਨੂੰ ਬਿਲੋਂਗ ਕਰਦਾ, ਅਜੇ ਤੱਕ ਕਈਆਂ ਕੋਲ, ਕਈ ਫਾਰਮਰ ਵੀਰਾਂ ਕੋਲ ਮੇਰਾ ਪੁਰਾਣਾ ਹੀ ਫੋਨ, ਕਿਉਂਕਿ ਮੈਂ ਫੋਨ ਤਾਂ ਬਦਲਿਆ ਨਹੀਂ, ਜੋ ਸਰਕਾਰ 'ਚ ਹੁੰਦਾ ਸੀ ਉਹੀ ਫੋਨ ਆ ਮੇਰੇ ਕੋਲ, ਤੇ ਉਹ ਮੈਨੂੰ ਫੋਨ ਕਰ ਦਿੰਦੇ ਆ, ਮੈਂ ਉਹਨੂੰ ਕਮਿਸ਼ਨ ਏਜੰਟ ਨੂੰ ਫੋਨ ਕਰ ਦਿੰਦਾ, ਜਿਹੜਾ ਆੜਤੀ ਹੈਗਾ ਜੇ ਉਹਦਾ ਨੰਬਰ ਮੈਨੂੰ ਦੱਸ ਦੇਣ, ਜਾਂ ਸੈਕਟਰੀ ਨੂੰ ਕਰ ਦਈਦਾ, ਤੇ ਉਹ ਫਿਰ ਸੈਕਟਰੀ ਮਾਰਕ ਕਮੇਟੀ ਮੂਹਰੋਂ ਦੱਸ ਦਿੰਦਾ ਵੀ ਸਰ ਇਹਨਾਂ ਦੇ ਮੋਇਸਚਰ ਜ਼ਿਆਦਾ ਸੀਗਾ ਜੀ, ਇੱਕ ਅਸੀਂ 4 ਹੋਰ ਲਵਾ ਦਿੰਦੇ ਆ, ਉਹਦੇ ਨਾਲ ਥੋੜ੍ਹਾ ਜਿਹਾ ਮੋਇਸਚਰ ਥੱਲੇ ਆ ਜਾਏਗਾ, ਹਵਾ ਪੈਣ, ਮਤਲਬ ਪੱਖਾ ਇੱਕ ਵਾਰੀ, ਉਹਦੇ ਨਾਲ ਉਹਦਾ ਮੋਇਸਚਰ ਥੱਲੇ ਆ ਜਾਂਦਾ, ਫਿਰ ਸੁੱਕ ਜਾਂਦਾ, ਜਾਂ ਅਸੀਂ ਖਿਲਾਰ ਦਿੰਦੇ ਆ ਜੀ ਸ਼ਾਮ ਤੱਕ ਜ਼ਰੂਰ ਚੱਕ ਦਾਂਗੇ, ਉਹਨੂੰ ਫਿਰ ਉਹ ਮਤਲਬ ਥੋੜ੍ਹੀ ਜਿਹਾ ਸਪੈਸ਼ਲ ਅਟੈਂਸ਼ਨ ਮਿਲ ਜਾਂਦੀ ਆ। ਅਦਰਵਾਈਜ਼ ਇਹਦੇ 'ਚ ਕੋਈ ਬਹੁਤੀ ਹੇਰਾਫੇਰੀ ਵਾਲੀ ਗੱਲ ਨਹੀਂ ਹੈ, ਨਾ ਲੀਡਰ ਇਸ ਲੈਵਲ ਤੱਕ ਜਾਂਦੇ ਵੀ ਨਹੀਂ। ਮੰਨ ਲਓ ਢੇਰੀ ਲੱਗੀ ਹੈ, ਹਾਂਜੀ, ਮੈਂ ਚਾਹੁੰਦਾ ਕਿ ਕੱਲ੍ਹ ਉਹ ਕਹਿੰਦੇ ਸੀ ਜੀ ਗਿੱਲਾ ਝੋਨਾ, ਮੇਰਾ ਜੀ ਕਰਦਾ ਕਿ ਮੈਨੂੰ ਲੱਗਦਾ ਕਿ ਸੁੱਕਾ ਜਾਂ ਮੈਂ ਪਤਾ ਲਾਉਣਾ ਚਾਹੁੰਦਾ ਕਿੰਨਾ ਗਿੱਲਾ, ਮੰਡੀ ਬੋਰਡ ਦੇ ਦਫ਼ਤਰ ਜਾ ਕੇ ਪੁੱਛਿਆ ਜਾ ਸਕਦਾ ਹੁੰਦਾ ਜੀ, ਇੱਕ ਵਾਰੀ ਚੈੱਕ ਕਰ ਦਿਓ, ਕਰ ਦਿੰਦੇ ਕਿ ਪੈਸੇ ਲੈਂਦੇ ਆ? ਤੁਸੀਂ ਦਫ਼ਤਰ ਜਾਣ ਦੀ ਲੋੜ ਹੀ ਨਹੀਂ ਹੈ, ਮਾਰਕੀਟ ਕਮੇਟੀ ਦੇ ਕਰਮਚਾਰੀ ਉੱਥੇ ਤੁਰੇ ਫਿਰਦੇ ਹੁੰਦੇ ਆ, ਜਿਨ੍ਹਾਂ ਦੇ ਕੱਛ 'ਚ ਰਜਿਸਟਰ ਆ ਮਾਰਕੀਟ ਕਮੇਟੀ ਦਾ, ਔਰ ਫਾਰਮਰਜ਼ ਨੂੰ ਤੇ ਆੜਤੀਆਂ ਨੂੰ ਸਾਰਿਆਂ ਨੂੰ ਪਤਾ ਹੁੰਦਾ ਹੈ। ਤੁਸੀਂ ਆਪਣੇ ਆੜਤੀਆਂ ਨੂੰ ਵੀ ਕਹਿ ਸਕਦੇ ਹੋ ਵੀ ਮਾਰਕੀਟ ਕਮੇਟੀ ਵਾਲਾ ਮੁੰਡਾ ਕਿੱਥੇ ਆ, ਠੀਕ ਹੈ ਜੀ, ਤੇ ਉਹ ਮਤਲਬ ਜੋ ਵੀ ਉਹ ਕਹਿਣਗੇ ਫਾਰਮਰ, ਕਿਉਂਕਿ ਫਾਰਮਰ ਲਈ ਨੇ, ਅਸੀਂ ਅਸਲ 'ਚ ਜਿਹੜੇ ਸਰਵੈਂਟ ਹਾਂ, ਅਸੀਂ ਮਾਰਕੀਟ ਕਮੇਟੀਆਂ ਵਾਲੇ ਮੁੰਡੇ ਜਾਂ ਮੰਡੀ ਬੋਰਡ ਵਾਲੇ, ਅਸੀਂ ਕਿਸਾਨ ਦੇ ਸਰਵੈਂਟ ਹਾਂ, ਠੀਕ ਹੈ ਜੀ, ਆਫ ਕੋਰਸ ਲੋਕਾਂ ਦੇ ਬਾਕੀਆਂ ਦੇ ਵੀ ਹਾਂ, ਪਬਲਿਕ ਸਰਵੈਂਟ ਹਾਂ, ਪਰ ਕਿਸਾਨ ਲਈ ਉੱਥੇ ਬੈਠੇ ਹਾਂ, ਸਾਰੇ ਆਪਰੇਸ਼ਨ ਨੂੰ ਸਿਰੇ ਚੜਾਉਣ ਲਈ ਸਰਕਾਰ ਵਾਸਤੇ ਬੈਠੇ ਹਾਂ, ਤੇ ਈਵਨ ਕਮਿਸ਼ਨ ਏਜੰਟਸ ਦੀਆਂ ਵੀ ਪ੍ਰੋਬਲਮਸ ਹੱਲ ਕਰਨ ਲਈ ਬੈਠੇ ਹਾਂ। ਕਿਸਾਨ ਜਿਹੜਾ ਆ ਉਹ ਕੋਈ ਵੀ ਕਹਿ ਸਕਦਾ ਵੀ ਮੇਰੇ ਦਾ ਮੋਇਸਚਰ ਦੁਬਾਰਾ ਚੈੱਕ ਕਰ, ਜਾਂ ਜਿੱਦਾਂ ਤੁਸੀਂ ਸੈਂਪਲ ਲੈ ਰਹੇ ਤੁਸੀਂ ਇੱਧਰ ਉੱਧਰ ਨੂੰ ਲੈ ਲਿਆ, ਇਹਨੂੰ ਮਿਕਸ ਕਰਕੇ ਸੈਂਪਲ ਦੁਬਾਰਾ ਕਰਕੇ ਦਿਖਾ ਮੈਨੂੰ, ਸਾਡੇ ਮੁੰਡੇ ਕਰਨਗੇ, ਮਤਲਬ ਇਦਾਂ ਨਹੀਂ ਹੈ, ਮਨਾ ਤਾਂ ਨਹੀਂ ਕਰ ਸਕਦੇ, ਨਹੀਂ ਮਨਾ ਨਹੀਂ ਕਰ ਸਕਦੇ, ਕਾਨੂੰਨ ਉਹਨਾਂ ਦੀ ਜ਼ਿੰਮੇਵਾਰੀ, ਔਰ ਕਰਦੇ ਵੀ ਨਹੀਂ ਹੈ। ਮੈਜੋਰਿਟੀ ਮੁੰਡੇ ਚੰਗੇ ਆ, ਜਿੱਦਾਂ ਮੈਂ ਤੁਹਾਨੂੰ ਦੱਸਿਆ, ਜਿਹੜੇ ਫੀਲਡ 'ਚ ਕੰਮ ਕਰਦੇ ਆ, ਆਪਣੇ ਘਰਾਂ 'ਚ ਹੀ ਹੁੰਦੇ ਆ, ਉਹ ਤਾਂ ਇਦਾਂ ਆ ਵੀ ਉਹ ਇਨਵੋਲਵ ਕਈ ਵਾਰੀ ਇਦਾਂ ਹੋ ਜਾਂਦੇ ਆ ਵੀ ਜਿੱਦਾਂ ਦਾ ਅਫਸਰ ਆਵੇ ਉਦਾਂ ਦੇ ਹੋ ਜਾਂਦੇ ਆ, ਮਤਲਬ ਹੇਠਲੇ ਕਰਮਚਾਰੀਆਂ ਦਾ ਨਹੀਂ ਹੁੰਦਾ ਪਤਾ, ਇਮਾਨਦਾਰ ਅਫਸਰ ਉੱਪਰ ਆ ਗਿਆ, ਉਹਨਾਂ ਨੇ ਉਸ ਹਿਸਾਬ ਨਾਲ ਕੰਮ ਕਰਨਾ ਸ਼ੁਰੂ ਕਰ ਦੇਣਾ। ਤੇ ਨੰਬਰ 2 ਤੇ ਕਿਸਾਨ ਦਾ ਇਹ ਹੱਕ ਹੈ, ਜਿਹੜੀ ਜਿਣਸ ਤੁਲ ਚੁੱਕੀ ਹੈ ਉਹ ਮਾਰਕ ਕਮੇਟੀ ਦੇ ਕਰਮਚਾਰੀ ਨੂੰ ਮੰਡੀ ਸੁਪਰਵਾਈਜ਼ਰ ਨੂੰ ਕਹੇ, ਉਹਦੀ ਸੁਪਰਵਿਜ਼ਨ 'ਚ ਹੋਣਾ ਹੁੰਦਾ, ਐਕਸ਼ਨ ਕਾਡਰ ਆਪਣੇ ਲੈਵਲ 'ਤੇ ਨਹੀਂ ਕਰ ਸਕਦਾ, ਮੰਡੀ ਸੁਪਰਵਾਈਜ਼ਰ ਨੂੰ ਉਹ ਕਹੇ ਜੀ ਵੀ ਇਹਦੇ ਵਿੱਚੋਂ 10% ਬੋਰੀਆਂ ਰੈਂਡਮਲੀ ਮੈਨੂੰ ਤੋਲ ਕੇ ਦਿਖਾਓ, ਮੈਂ ਦੇਖਣਾ ਚਾਹੁੰਦਾ ਹਾਂ ਕਿ ਮੇਰਾ ਤੋਲ ਠੀਕ ਹੋਇਆ ਕਿ ਨਹੀਂ ਹੋਇਆ। ਉਹ ਵੀ ਤੁਲਾਈ ਫ੍ਰੀ ਹੈ, ਟੈਸਟ ਪੇਮੈਂਟ, ਤਸਦੀਕੀ ਤੁਲਾਈ। 200 ਬੋਰੀ ਕਿਸੇ ਬੰਦੇ ਦੀ ਤੋਲ ਕੇ ਰੱਖਤੀ, 200 ਬੋਰੀ, ਯਾਨੀ ਉਸ ਬੰਦੇ ਦਾ ਹੱਕ ਬਣਦਾ ਕਿ ਭਾਈ 200 ਦੇ ਵਿੱਚੋਂ 10 ਪਰ 20 ਬੋਰੀਆਂ ਤੋਲ ਕੇ ਦਿਖਾਓ, ਆ ਤੇ ਆ, ਜਿੱਧਰ ਉਂਗਲੀ ਕਰੇ, ਮਤਲਬ ਰੈਂਡਮਲੀ ਵਿੱਚੋਂ ਕਰ ਦੇਣਗੇ, ਠੀਕ ਹੈ, ਉਹਦਾ ਕੋਈ ਪੈਸਾ ਨਹੀਂ, ਉਹਦਾ ਕੋਈ ਪੈਸਾ ਨਹੀਂ। ਜੇ ਉਹ ਤੋਲ ਵੱਧ ਨਿਕਲਦਾ ਤਾਂ ਉਹਦੇ ਤੇ ਕਾਰਵਾਈ ਹੋਏਗੀ, ਜਿਹੜਾ ਵੀ ਬੰਦਾ ਉਹਦੇ ਲਈ ਰਿਸਪੌਂਸੀਬਲ ਹੈ। ਜਾਂ ਅੱਛਾ, ਕੋਈ ਸ਼ਿਕਾਇਤ ਰਜਿਸਟਰ, ਮੰਨ ਲਓ ਕਿਸਾਨ ਉੱਥੇ ਬੈਠਾ, ਪਿੰਡੋਂ ਆਇਆ, ਭਾਪੇ ਨੂੰ ਬਿਠਾ ਗਏ ਉੱਥੇ, ਵੀ ਪਾਪਾ ਤੂੰ ਢੇਰੀ ਕੋ ਬੈਠੀ, ਇੱਧਰ ਮੈਂ ਰੋਟੀ ਲੈ ਆਉਂ, ਜਾਂ ਦੂਜਾ ਖੇਤ ਬਣਾਉਣ ਵਾਲਾ ਆ, ਜਾਂ ਉੱਥੇ ਭੈਣ ਦੇ ਘਰੇ ਜਾਣਾ, ਕੁਛ 20 ਸਮੱਸਿਆਵਾਂ ਹੁੰਦੀਆਂ, ਤੁਹਾਨੂੰ ਤਾਂ ਪਤਾ ਹੀ ਹੈ। ਕਿਹੜੀ ਥਾਂ ਹੁੰਦੀ ਹੈ ਐਸੀ, ਕਿਉਂਕਿ ਉੱਥੇ ਤਾਂ ਅੰਦਰ ਸਰਦਾਰ ਸਾਹਿਬ ਏਸੀ ਲੱਗੇ ਹੁੰਦੇ, ਮੰਡੀ ਬੋਰਡ ਦੇ ਦਫ਼ਤਰਾਂ 'ਚ ਬੰਦਾ ਬਾਹਰ ਧੁੱਪੇ ਬੈਠਾ ਹੁੰਦਾ, ਕਿਹਨੂੰ ਜਾ ਕੇ ਆਖੇ ਕਿ ਭਾਈ ਮੈਨੂੰ ਮਾੜਾ ਮੋਟਾ ਸ਼ਿਕਾਇਤ ਸ਼ਕੂਤ ਲਿਖ ਦਿਓ, ਕਿਤੇ ਕੰਪਲੇਂਟ ਹੋਵੇ ਕਿਸੇ ਦੀ? ਕੋਈ ਕੰਪਲੇਂਟ ਰਜਿਸਟਰ ਨਹੀਂ ਹੈਗਾ ਮੰਡੀਆਂ ਦੇ ਵਿੱਚ, ਵੈਸੇ ਇੰਨੀ ਲੋੜ ਵੀ ਨਹੀਂ ਪੈਂਦੀ, ਕਿਉਂਕਿ ਹੁਣ ਤਾਂ ਜਿੰਦਾਬਾਦ ਮੁਰਦਾਬਾਦ 2 ਮਿੰਟ 'ਚ ਹੋਣ ਲੱਗ ਜਾਂਦੀ ਹੈ। ਤੇ ਬਾਕੀ ਜੇ ਫਿਰ ਵੀ ਆ ਤਾਂ ਤੁਸੀਂ ਸੈਕਟਰੀ ਮਾਰਕ ਕਮੇਟੀ ਲੋਕਲ ਹੁੰਦਾ, ਜੇ ਤੁਹਾਨੂੰ ਲੱਗਦਾ ਵੀ ਨਹੀਂ ਇਹ ਵੀ ਰਲਿਆ ਹੋਣਾ, ਵੈਸੇ ਇਦਾਂ ਹੁੰਦਾ ਨਹੀਂ ਹੈ, ਸੁਣਦੇ ਆ ਸ਼ਿਕਾਇਤ, ਕਿਸਾਨ ਦੀ ਜ਼ਰੂਰ ਸੁਣਦੇ ਆ ਹੁਣ, ਕਿਉਂਕਿ ਪੁੱਛ ਪੜਤਾਲ ਕਾਫੀ ਸ਼ੁਰੂ ਹੋ ਗਈ ਆ। ਨਹੀਂ ਤਾਂ ਤੁਸੀਂ ਸੈਕਟਰੀ ਮੰਡੀ ਬੋਰਡ ਨੂੰ ਜਾਂ ਜ਼ਿਲ੍ਹਾ ਮੰਡੀ ਅਫਸਰ, ਪਹਿਲੀ ਗੱਲ ਤਾਂ ਜ਼ਿਲ੍ਹਾ ਮੰਡੀ ਅਫਸਰ ਨੂੰ ਦੱਸੋ, ਉਹਦੇ ਉੱਪਰਲਾ ਅਫਸਰ ਹੋਏਗਾ, ਉਹ ਧਿਆਨ ਕਰੂਗਾ, ਉਹਨੂੰ ਪਤਾ ਹੁੰਦਾ ਹੈ ਵੀ ਜੇ ਮੈਂ ਨਾ ਸੁਣਵਾਈ ਕੀਤੀ ਹੈ ਹੁਣ ਉੱਪਰ ਜਾਣਗੇ। ਕਿਤੇ ਟੈਲੀਫੋਨ ਨੰਬਰ ਕੋਲੇ ਕੂਲੇ ਤੇ ਲਿਖੇ ਹੁੰਦੇ, ਸਾਰੇ ਕੁਝ ਲੱਗੇ ਹੁੰਦੇ ਆ ਉੱਥੇ, ਮਤਲਬ ਸਾਰਿਆਂ ਨੂੰ ਪਤਾ ਹੁੰਦਾ ਹੈ, ਆੜਤੀਏ ਕੋਲ ਵੀ ਨੰਬਰ ਹੁੰਦੇ ਆ ਸਾਰਿਆਂ ਦੇ, ਤੇ ਮਤਲਬ ਇਹ ਆਵਰ EMPLOYE ਆਪਣਾ ਮੰਡੀ ਮਾਰਕ ਕਮੇਟੀ ਦੇ EMPLOYEES ਸਾਰੇ ਦੇ ਆਰ ਵੈਰੀ ਫਰੈਂਡਲੀ ਵਿਦ ਫਾਰਮਰਸ, ਮਤਲਬ ਉਹਨਾਂ ਘਰਾਂ 'ਚ ਆਉਂਦੇ ਆ, ਉੱਥੇ ਹੀ ਲੱਗੇ ਹੁੰਦੇ, ਸਾਰਾ ਕੁਝ ਉਹਨਾਂ ਨੂੰ ਪਤਾ, ਕਿਉਂਕਿ ਇੱਕ ਵਾਰੀ ਦਾ ਥੋੜ੍ਹੀ ਹੈ ਜਿਣਸ ਦਾ। ਸੋ ਗੱਲ ਪ੍ਰੋਬਲਮ ਜਿੱਥੇ ਜਾ ਕੇ ਆਉਂਦੀ ਆ ਉਹ ਖਰੀਦਦਾਰ ਤੇ ਆਉਂਦੀ ਆ, ਕਿਉਂਕਿ ਜਿਣਸ ਜਦੋਂ ਨਹੀਂ ਵਿਕੂਗੀ ਕਿਸਾਨ ਕਾਹਲਾ ਪਏਗਾ, ਉਹਦਾ ਬਹਾਨਾ ਲਾਉਣਾ ਪਏਗਾ ਵੀ ਇਹਦੀ ਸਫਾਈ ਨਹੀਂ ਹੈ ਜੀ, ਦਾਣਾ ਸੁੰਗੜ ਗਿਆ ਜੀ, ਇਹ ਹੈ ਉਹ ਹੈ, ਉਹ ਖਰੀਦ ਏਜੰਸੀਆਂ ਵੱਲੋਂ ਪ੍ਰੋਬਲਮ ਆਉਂਦੀ ਆ। ਸੋ ਉਹਨਾਂ ਨੂੰ ਮੰਡੀ ਬੋਰਡ ਕਿਸੇ ਹੱਦ ਤੱਕ ਕੰਟਰੋਲ ਕਰ ਸਕਦਾ ਆ। ਜੇ ਉਹ ਫਿਰ ਵੀ ਨਹੀਂ ਲੋਟ ਆਉਂਦੇ ਤਾਂ ਫਿਰ ਡਿਪਟੀ ਕਮਿਸ਼ਨਰ ਰਾਹੀਂ ਜਾਂ ਫਿਰ ਸੰਬੰਧਿਤ ਮੰਤਰੀ ਰਾਹੀਂ ਜਾਂ ਸੰਬੰਧਿਤ MLA ਰਾਹੀਂ ਉਹਦਾ ਹੱਲ ਕੱਢਿਆ ਜਾ ਸਕਦਾ। ਪਰ ਕਰੋੜਾਂ 'ਚ
ਵੱਡੇ ਲੈਵਲ ਤੇ ਜਿਹੜੀ ਆ ਉੱਪਰਲੇ ਲੈਵਲ ਤੇ ਉਹ ਕਿਸਾਨ ਦੀ ਨਹੀਂ ਹੁੰਦੀ, ਉਹ ਹੋਰ ਪਾਸਿਓਂ ਕੰਜ਼ਿਊਮਰ ਵੱਲੋਂ ਪਾਸੋਂ ਨੈਚੁਰਲੀ ਵਿੱਚ ਫਾਰਮਰ ਦਾ ਵੀ ਆ ਹੀ ਜਾਂਦਾ ਹੈ। ਵੱਡੇ ਪੱਧਰ ਤੇ ਕਰਪਸ਼ਨ ਹੁੰਦੀ ਰਹੀ ਆ, ਹੁਣ ਵੀ ਹੁੰਦੀ ਹੋਏਗੀ। ਕੁਛ ਕਰਪਸ਼ਨ ਹੈ ਜਿਹੜੀ ਇੰਸਟੀਟਿਊਸ਼ਨਲ ਕਰਪਸ਼ਨ ਹੈ, ਉਹ ਬਾਅਦ 'ਚ ਜ਼ਰੂਰ ਫੜੇ ਜਾਂਦੇ ਆ ਜਦੋਂ ਉਹਨਾਂ ਕੋਲ ਪੈਸੇ ਲੁਕੋ ਨਹੀਂ ਹੁੰਦੇ, ਉਹਨੂੰ ਵੀ ਖਤਮ ਕਰਨ ਲਈ ਥੋੜ੍ਹਾ ਜਿਹਾ ਟਾਈਮ ਲੱਗੂਗਾ। ਸੰਘੇੜਾ ਸਾਹਿਬ, ਤੁਸੀਂ 25 ਸਾਲ ਜਾਣੀ ਤੁਸੀਂ ਕਹਿੰਦੇ 25 ਸਾਲ ਹੋ ਗਏ, 25 ਸਾਲ ਦੇ ਵਿੱਚ ਬੱਚੀ ਦਾ ਜਨਮ ਹੋਵੇ ਅਸੀਂ ਵਿਆਹ ਦੇਈਦੇ ਆ। 25 ਸਾਲਾਂ ਦੇ ਵਿੱਚ ਤੁਸੀਂ 25 ਸਾਲ ਮੰਡੀ ਬੋਰਡ 'ਚ ਰਹੇ ਹੋ, ਤੁਸੀਂ ਦਾਅਵਾ ਕਰਦੇ ਹੋ ਕਿ ਭਾਈ ਇਮਾਨਦਾਰੀ ਨਾਲ ਕੰਮ ਕੀਤਾ ਜੀ ਲੜੇ। ਕੋਈ ਕਹਾਣੀ ਸੁਣਾ ਦਿਓ ਜਾਨੀ ਸਾਨੂੰ ਕਿਤੇ ਦੇਖਣ ਸੁਣਨ ਵਾਲੇ ਨੂੰ ਮਾੜਾ ਮੋਟਾ ਜੀ। ਗੱਲ ਤਾਂ ਮੈਂ ਨਹੀਂ ਦਾਅਵਾ ਕਰਦਾ, ਮੈਂ ਵੀ ਉਸੇ ਸਿਸਟਮ ਦਾ ਹਿੱਸਾ ਸੀਗਾ, ਪਰ ਕਹਾਣੀਆਂ ਮੇਰੇ ਕੋਲ ਬਹੁਤ ਨੇ। ਇੱਕ ਅੱਧੀ ਸੁਣਾ ਦਿਓ ਜਿੱਥੇ ਖੜੇ ਹੋਵੋ ਲੜੇ ਹੋਵੋ। WhatsApp ਅਨਫੋਰਚੂਨੇਟਲੀ ਔਰ ਫਾਰਚੂਨੇਟਲੀ ਥਰੂ ਆਊਟ ਮੰਡੀ ਬੋਰਡ ਦੇ ਜੀਵਨ 'ਚ, ਜਾਂ ਮਤਲਬ ਸਕੂਲ ਤੋਂ ਯੂਨੀਵਰਸਿਟੀ ਤੱਕ ਜਾਂ ਮੰਡੀ ਬੋਰਡ ਤੱਕ ਥਰੂ ਆਊਟ ਸੰਘਰਸ਼ ਹੀ ਪੱਲੇ ਪਿਆ ਰਿਹਾ। ਮੈਂ ਸਕੂਲ 'ਚ ਸੀਗਾ ਜਦੋਂ ਮੈਂ ਪੰਜਾਬ ਸਕੂਲ ਸਟੂਡੈਂਟ ਯੂਨੀਅਨ ਬਣਾਈ ਸੀ, ਅਤੇ SFI 'ਚ ਮੈਂ ਸ਼ਾਮਿਲ ਹੋ ਗਿਆ ਸੀ। ਲੈਂਬਰ ਸਿੰਘ ਤੱਗੜ ਉਹਦੇ ਜਨਰਲ ਸਕੱਤਰ ਹੁੰਦੇ ਸੀਗੇ, ਅਤੇ PAU 'ਚ ਵੀ ਮੈਂ ਸਟੂਡੈਂਟ ਯੂਨੀਅਨ ਦਾ ਪ੍ਰਧਾਨ ਸੀਗਾ ਜਦੋਂ ਯੂਨੀਵਰਸਿਟੀ 'ਚ ਪੜ੍ਹਿਆ। ਇਸੇ ਤਰ੍ਹਾਂ ਮੰਡੀ ਬੋਰਡ 'ਚ ਇੱਕ ਤਾਂ ਸਾਡੇ ਅਹੁਦੇ ਦੇ ਤੌਰ 'ਤੇ ਜੋ ਸੀਗਾ ਮੈਂ ਮੰਡੀ ਬੋਰਡ ਆਫਿਸਰ ਐਸੋਸੀਏਸ਼ਨ ਦਾ ਵੀ ਪ੍ਰਧਾਨ ਸੀ, ਅਸੀਂ ਉੱਥੇ ਵੀ ਐਸੋਸੀਏਸ਼ਨ ਬਣਾਈ ਸੀਗੀ। ਅਤੇ ਇੱਕ ਮੈਂ ਹੁਣ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਬਹੁਤ ਕੁਛ ਆ ਮੇਰੇ ਕੋਲ, ਤਾਂ ਨਾਂ ਲਓ, ਰਹਿਣ ਦਿਓ ਬਈ। ਮਤਲਬ ਚੇਅਰਮੈਨ ਸਾਹਿਬ ਸੀਗੇ ਇੱਕ ਵਾਰੀ ਜਥੇਦਾਰ ਜੀ, ਤੇ ਉਹ ਮੈਨੂੰ ਕਹਿੰਦੇ ਵੀ ਤੂੰ ਮੇਰੇ ਨਾਲ ਰਲ ਜਾ। IAS ਆਫੀਸਰ ਜਿਹੜਾ ਸੀਗਾ ਸੈਕਟਰੀ ਮੰਡੀ ਬੋਰਡ, ਉਹ ਆਨੈਸਟ ਸੀਗਾ। ਉਹਨਾਂ ਦੀ ਆਪਸੀ ਟਸਲਬਾਜ਼ੀ 'ਚ ਮੈਂ ਸੈਂਡਵਿਚ ਬਣ ਗਿਆ। ਜਾਨੀ ਇੱਕ IAS ਅਧਿਕਾਰੀ ਸੀ, ਦੂਜੇ ਪਾਸੇ ਚੇਅਰਪਰਸਨ ਸਾਹਿਬ ਸੀ, ਤੇ ਵਿਚਾਲੇ ਤੁਸੀਂ ਸੀ। ਮਤਲਬ ਇਮਾਨਦਾਰ ਬੰਦਾ ਹੀ ਅਧਿਕਾਰੀ। ਹਾਂਜੀ, ਸੈਕਟਰੀ ਮੰਡੀ ਬੋਰਡ ਆਨੈਸਟ ਸੀਗਾ, ਤੇ ਬਦਲੀਆਂ ਜਾਂ ਦੂਜਾ ਤੀਜਾ ਜਿੱਥੋਂ ਵੀ ਕਰਪਸ਼ਨ ਹੁੰਦੀ ਹੈ, ਤੇ ਉਹ ਮੈਂ ਵਿੱਚ ਉਹਨਾਂ ਦੇ ਮਨ 'ਚ ਇਹ ਹੋ ਗਿਆ ਵੀ ਇਹ ਜ਼ਿਆਦਾ ਰੋੜਾ ਬਣਦਾ ਹੈ। ਉਹਨਾਂ ਨੇ ਫਿਰ ਮੈਨੂੰ ਇੱਕ ਵਾਰੀ ਆਫਰ ਕੀਤਾ ਸੱਦ ਕੇ ਆਪਣੇ ਕਮਰੇ 'ਚ, ਵੀ ਤੂੰ ਉਹਦੇ ਨਾਲ ਜ਼ਿਆਦਾ ਚੱਲਦਾ ਆ, ਤੂੰ ਮੇਰੇ ਨਾਲ ਨਹੀਂ ਚੱਲਦਾ। ਅੱਛਾ ਜੀ। ਤੇ ਮੈਂ ਉਹਨਾਂ ਨੂੰ ਕਿਹਾ ਜੀ ਵੀ ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ ਹੈ। ਫਿਰ ਮੈਨੂੰ ਕਹਿੰਦੇ ਤੂੰ ਮੇਰੇ ਨਾਲ ਰਲ ਜਾ, ਮੈਂ ਤੈਨੂੰ ਮਾਲਾ ਮਾਲ ਕਰ ਦੂੰ। ਓਕੇ। ਮੈਂ ਕਿਹਾ ਵੀ ਸਰ ਮੈਂ ਜੱਟ ਦਾ ਮੁੰਡਾ, ਮੈਂ ਸੁਹਾਗੇ ਤੇ ਮੇਰਾ ਪਿਤਾ ਜੀ ਹੁੰਦੇ ਸੀਗੇ, ਅਸੀਂ ਟਰੈਕਟਰ ਵੀ ਬਾਅਦ 'ਚ ਲਿਆ ਤੇ ਮੈਂ ਅਫਸਰ ਬਣ ਗਿਆ, ਮੈਂ ਤਾਂ ਪਹਿਲਾਂ ਹੀ ਮਾਲਾ ਮਾਲ ਆ ਜੀ। ਫਿਰ ਉਹ ਤੋਂ ਬਾਅਦ ਫਿਰ ਉਹਨਾਂ ਨੇ ਕਿਹਾ ਸੀ ਤੂੰ ਉਹਨੂੰ ਛੱਡ ਕੇ, ਮੈਂ ਨਾਂ ਨਹੀਂ ਲੈਣਾ, ਹੁਣ ਮੇਰੇ ਨਾਲ ਰਲ ਜਾ। ਮੈਂ ਕਿਹਾ ਜੀ ਮੈਂ ਨਹੀਂ, ਮਤਲਬ ਨਾ ਮੈਂ ਉੱਧਰ ਹਾਂ ਨਾ ਮੈਂ ਉੱਧਰ ਹਾਂ ਜੀ। ਤੇ ਮੇਰੇ ਹੱਥ 'ਚ ਉਹ ਐਕਟ ਦੀ ਕਾਪੀ ਸੀ ਜਿਹੜੀ ਮੈਂ ਤੁਹਾਨੂੰ ਦੱਸਦਾ ਸੀਗਾ ਵੀ ਹਮੇਸ਼ਾ ਮੈਂ ਕਿਹਾ ਜੀ ਮੈਂ ਇਸ ਕਿਤਾਬ ਦੇ ਹਿਸਾਬ ਨਾਲ ਚੱਲਣਾ, ਆਹ ਜਿਹੜੀ ਗ੍ਰੀਨ ਬੁੱਕ ਹੈ ਇਹਦੇ ਹਿਸਾਬ ਨਾਲ ਮੈਂ ਕਾਨੂੰਨ ਦੇ ਸਾਰੀ ਕਾਰਵਾਈ ਕਰਨੀ, ਮੈਂ ਤੁਹਾਡੇ ਨਾਲ ਵੀ ਮੈਂ ਉਹਦੇ ਨਾਲ ਵੀ ਹਾਂ ਜੀ। ਅੱਛਾ ਕਹਿੰਦੇ ਇੱਦਾਂ ਕਰਕੇ ਜਿੱਦਾਂ ਹੁੰਦਾ ਵੀ ਕੋਈ ਨਹੀਂ ਪੁੱਤ ਦੇਖ ਲਾਂਗੇ। ਹਾਂ, ਤੇ ਮੈਨੂੰ ਜਾਣ ਲੱਗੇ ਨੇ ਫੇਰ ਕਹਿੰਦੇ ਗੱਲ ਸੁਣ, 2 ਬੇੜੀਆਂ 'ਚ ਪੈਰ ਨਹੀਂ ਰੱਖੀ ਦੇ। ਠੀਕ ਹੈ ਜੀ। ਚਲੋ ਉਹ ਤੋਂ ਬਾਅਦ ਕਈ ਕੁਛ ਹੋਇਆ ਜੀ, ਤੇ ਮਤਲਬ ਉਹ ਫੇਰ ਸੀ ਕਿਤੇ ਤੇ ਬਾਅਦ 'ਚ ਫਿਰ ਮੈਂ ਵੀ ਲੜਿਆ, ਮੈਂ ਵੀ ਉਹਨਾਂ ਦੇ ਵਿਰੁੱਧ ਮੁਕੱਦਮੇ ਕੀਤੇ, ਉਹਨਾਂ ਨੇ ਮੇਰੇ ਵਿਰੁੱਧ ਕੀਤੇ। ਮੁਕੱਦਮੇ ਜੱਟ ਹੋ ਗਿਆ ਸੀਗੇ, ਤੇ ਮੇਰੇ ਵਿਰੁੱਧ ਉਹਨਾਂ ਨੇ ਝੂਠੀਆਂ ਅਖਬਾਰਾਂ 'ਚ ਖਬਰਾਂ ਕਢਾਈਆਂ ਜੀ, ਤੇ ਮੈਨੂੰ ਚਾਰਜ ਸ਼ੀਟ ਵੀ ਕੀਤਾ ਵੀ ਇਹਨੇ ਅਖਬਾਰਾਂ 'ਚ ਖਬਰਾਂ ਕਢਾਈਆਂ, ਜਿਹੜਾ ਕਿ ਮੈਂ ਕਢਾਈਆਂ ਨਹੀਂ ਸੀ, ਉਹ ਮੇਰੇ ਤੇ ਬਣਦਾ ਨਹੀਂ ਸੀਗਾ। ਪੱਤਰਕਾਰ ਤਾਂ ਫਿਰ ਜਰਨਲਿਸਟ ਤਾਂ ਹਰ ਤਰ੍ਹਾਂ ਦੇ ਮਤਲਬ ਵਧੀਆ ਖਿੱਚਦੇ ਸੀ ਕੰਮ, ਹੁਣ ਵੀ ਖਿੱਚਦੇ ਨੇ, ਪਰ ਹੁਣ ਥੋੜ੍ਹਾ ਜਿਹਾ ਅੱਗੇ ਨੂੰ ਕਈਆਂ ਪਾਸੇ ਵੱਧ ਗਿਆ, ਕਈਆਂ ਪਾਸੇ ਘੱਟ ਗਿਆ। ਉਦੋਂ ਮੁੰਡੇ ਬਹੁਤ ਚੰਗੇ ਹੁੰਦੇ ਸੀਗੇ ਜੀ, ਤੇ ਉਹਦੀ ਮਤਲਬ ਥਰੂ ਆਊਟ ਉਸ ਚੇਅਰਮੈਨ ਦੀ ਕਾਫੀ ਬਦਨਾਮੀ ਹੁੰਦੀ ਰਹੀ ਆ। ਨੈਚੁਰਲੀ ਮੈਂ ਵੀ ਬਹੁਤ ਮੇਰੇ 'ਤੇ ਮੁਕੱਦਮਾ ਦਰਜ ਕਰਾਤਾ ਵੀ ਇਹਨੇ ਮੇਰੇ 'ਤੇ ਹਮਲਾ ਕਰਤਾ। ਈਵਨ ਜੱਜ ਨੇ ਵੀ ਕਿਹਾ ਵੀ ਜੇ ਤੁਹਾਡੇ 'ਤੇ ਹਮਲਾ ਕੀਤਾ ਇਹਨੂੰ ਡਿਸਮਿਸ ਤਾਂ ਕਰੋ, ਤੁਸੀਂ ਚੇਅਰਮੈਨ ਹੋ। ਉਹਦਾ ਜਵਾਬ ਨਹੀਂ ਉਹ ਦੇ ਸਕੇ, ਮੇਰੇ ਵਕੀਲ ਨੇ ਵੀ ਕਿਹਾ। ਤੇ ਚਲੋ ਉਹ ਮੈਂ ਸਾਰਾ ਕੁਛ ਮਤਲਬ ਸਹਾਰਿਆ, ਤੇ ਮਤਲਬ ਉਹਨਾਂ ਦੀ ਗੱਲ ਇੱਦਾਂ ਹੋਈ ਸੀ, ਇੱਕ ਉਹਨਾਂ ਦੀ ਜਿੱਦਾਂ ਸਟੋਰੀਜ਼ ਬਣ ਜਾਂਦੀਆਂ ਹੁੰਦੀਆਂ ਵੀ ਜਿਹੜਾ ਇੱਕ ਮੁੰਡਾ ਪੈਸੇ ਦੇਣ ਗਿਆ, ਪਹਿਲਾਂ ਜਦੋਂ ਨਵੇਂ ਆਉਂਦੇ ਆ ਸ਼ੁਰੂ ਹੁੰਦਾ ਨਾ ਜੀ, ਉਹਨੇ ਮਤਲਬ ਜਿਹੜੀ ਮੈਂ ਗੱਲ ਦੱਸਣੀ ਚਾਹੁੰਦਾ, ਬਾਕੀ ਤਾਂ ਸੈਂਸਿਟਿਵ ਗੱਲਾਂ ਆ, ਉੱਧਰਲੇ ਪਾਸੇ ਮਤਲਬ ਮੇਰਾ ਮਨ ਭਰ ਜਾਏਗਾ। ਮੁੰਡੇ ਨੇ ਪੈਸੇ ਦੇਣ ਲਈ ਸ਼ੁਰੂਆਤ ਕਰਨ ਲਈ ਮਤਲਬ ਗੈਟਮਿਟ ਕੀਤੀ ਪਹਿਲਾਂ ਚੇਅਰਮੈਨ ਨਾਲ, ਤੇ ਉਹ ਫਿਰ ਜਿੱਦਣ ਗਿਆ ਉੱਥੇ ਲੋਕ ਹੋਰ ਵੀ ਬੈਠੇ ਹੁੰਦੇ ਆ ਜਾਂ ਕਿੱਦਾਂ, ਉਹਨੇ ਮਤਲਬ ਫੋਨ ਤੇ ਪਹਿਲਾਂ ਦੱਸਤਾ ਤੇ ਵੀ ਇੱਕ 'ਚ ਲੱਡੂ ਹੋਣਗੇ ਜੀ, ਇੱਕ 'ਚ ਪੈਸੇ ਨੇ। ਠੀਕ ਹੈ ਜੀ, 2 ਡੱਬੇ ਹੋਣਗੇ। ਉਹਨੇ ਚੇਅਰਮੈਨ ਸਾਹਿਬ ਨੂੰ ਮਤਲਬ ਉਹ ਦੋਨੇ ਡੱਬੇ ਫੜਾ ਕੇ ਨਾ ਗੈਟਮਿਟ ਅੱਖ ਮਟੱਕਾ ਜਿਹਾ ਕਰਕੇ ਇੱਦਾਂ ਇਸ਼ਾਰਾ ਜਿਹਾ ਕਰਦਾ ਜੀ ਵੀ ਇਹ 'ਚ ਪੈਸੇ, ਇਹ 'ਚ ਲੱਡੂ ਆ। ਹੁਣ ਉੱਥੇ ਬਾਕੀ ਵੀ ਸਾਰੇ ਪਬਲਿਕ ਮਿਲਣ ਆਈ ਹੁੰਦੀ ਹੈ, ਸਿਕਿਉਰਟੀ ਵਾਲੇ ਵੀ ਸੀਗੇ, ਤੇ ਚੇਅਰਮੈਨ ਸਾਹਿਬ ਨੇ ਦੂਜਾ ਡੱਬਾ ਤਾਂ ਸਿਰਹਾਣੇ ਥੱਲੇ ਨੂੰ ਕਰਤਾ। ਅੱਛਾ। ਤੇ ਜਿਹੜਾ ਲੱਡੂਆਂ ਵਾਲਾ ਡੱਬਾ ਸੀ ਉਹ ਕਹਿੰਦਾ ਲਓ ਮੁੰਡਿਓ ਖਾ ਲਓ, ਮੈਂ ਸ਼ੂਗਰ ਦਾ ਮਰੀਜ਼, ਮੈਂ ਕਿੱਥੇ। ਉਹ ਉਲਟ ਗਿਆ। ਅੱਛਾ ਜੀ। ਉਹ ਨੋਟਾਂ ਵਾਲਾ ਡੱਬਾ ਸਿਕਿਉਰਟੀ ਵਾਲੇ ਨੂੰ ਫੜਾਤਾ,
ਲੱਡੂਆਂ ਲੱਡੂਆਂ ਦਾ ਡੱਬਾ ਸਰਾਣੇ ਤੇ ਰੱਖ ਲਿਆ। ਅੱਛਾ, ਉਹ ਹੁਣ ਐਡੇ ਵੱਡੇ ਚੇਅਰਮੈਨ ਤੇ ਉਹ ਸਿਕਿਉਰਿਟੀ ਵਾਲੇ ਆਪਸ ਵਿੱਚ ਕਦੇ ਉਹ ਨਾਲ ਗੱਲ ਕਰਨ ਕਦੇ ਉਹ ਨਾਲ ਕਰਨ, ਵੀ ਕਿੱਦਾਂ ਕਰੀਏ, ਪਤਾ ਤਾਂ ਲੱਗ ਗਿਆ। ਜਦੋਂ ਉਹਨਾਂ ਨੇ ਖੋਲਿਆ ਪਤਾ ਤਾਂ ਲੱਗ ਗਿਆ ਵੀ ਕੋਈ ਕਿਹੜਾ ਅਫਸਰ ਦੇ ਕੇ ਗਿਆ ਹੈ ਜੀ। ਤੇ ਉਹਦੇ 'ਚ ਮਤਲਬ ਉਹ ਫਿਰ ਬੜੀ ਬਦਨਾਮੀ ਹੋਈ, ਕਿਉਂਕਿ ਗੱਲ ਇਦਾਂ ਦੀ ਨਿਕਲ ਜਾਂਦੀ ਜਦੋਂ ਖਿੱਲਰ ਜਾਏ ਬਾਹਰ, ਹੋਰ ਆਲੇ ਦੁਆਲੇ ਦੇਖਦੇ ਆ। ਹੁਣ ਮਤਲਬ ਸਾਰਿਆਂ ਨੇ ਦੇਖ, ਕਿਉਂਕਿ ਖੋਲਿਆ ਸਾਰਿਆਂ ਸਾਹਮਣੇ ਆ, ਫਿਰ ਲੱਡੂ ਖਾਓ ਤਾਂ ਸਾਰੇ ਇਕੱਠੇ ਹੋ ਗਏ ਜੀ। ਉਹ ਫਿਰ ਮਤਲਬ ਈਵਨ ਮੀਡੀਆ 'ਚ ਵੀ ਆ ਗਈ ਸੀਗੀ। ਠੀਕ ਹੈ ਜੀ, ਉਹ ਗੱਲ ਉਹ ਵੀ ਮੇਰੇ ਤੇ ਲੱਗੀ ਵੀ ਇਹ ਬਦਨਾਮੀ ਜ਼ਿਆਦਾ ਕਰਦਾ ਫਿਰਦਾ। ਹਾਂਜੀ। ਅੱਛਾ, ਸਾਰੀ ਗੱਲ ਜਿਹੜੀ ਆ ਤੁਹਾਡੀ ਸਮਝ ਆਉਂਦੀ। ਮੈਂ ਇੱਕ ਵਾਰੀ ਟੱਬਰ ਦੇ ਨਾਲ ਮਾੜੀ ਸਾਂਝ ਪਾ ਲਵਾਂ, ਫਿਰ ਮੈਂ ਤੁਹਾਡੇ ਵਾਲੇ ਪਾਸੇ ਆਉਣਾ। ਇਸ ਵੇਲੇ ਜਗਤਾਰ ਸਿੰਘ ਸੰਘੇੜਾ ਸਾਹਿਬ ਦੇ ਨਾਲ ਗੱਲਬਾਤ ਹੋ ਰਹੀ ਹੈ। ਮਾਰਕੀਟਿੰਗ ਐਂਡ ਇਕਨੋਮਿਕਸ ਪੜ੍ਹਾਉਂਦੇ ਰਹੇ ਨੇ UGC ਦੇ ਇੱਕ ਵਿਸ਼ੇਸ਼ ਪ੍ਰੋਗਰਾਮ ਦੇ ਤਹਿਤ। 25 ਸਾਲ ਮੰਡੀ ਬੋਰਡ ਦੇ ਵਿੱਚ ਕੰਮ ਕੀਤਾ। ਅੱਜ ਇਰਾਦਾ ਸੀ ਥੋੜ੍ਹਾ ਜਿਹਾ ਕਿ ਕਿਸਾਨ ਦੀ ਮੰਡੀ ਦੇ ਵਿੱਚ ਲੁੱਟ ਕਿੱਦਾਂ ਹੁੰਦੀ ਰਹੀ, ਕਿੱਦਾਂ ਹੁੰਦੀ ਹੈ, ਉਹਦੇ ਤੋਂ ਬਚਿਆ ਕਿਵੇਂ ਜਾ ਸਕਦਾ, ਅਧਿਕਾਰ ਕਿਹੜੇ ਨੇ, ਉਹ ਬੋਰੀਆਂ ਕਿੱਦਾਂ ਤਲਾਉਣੀਆਂ ਹੈ, ਜੇ ਫਾਰਮ ਤੁਹਾਡੇ ਲਈ ਕਿਉਂ ਜ਼ਰੂਰੀ ਹੈ, ਮੰਡੀ ਬੋਰਡ ਨੇ ਕਿਹੜਾ ਪ੍ਰਬੰਧ ਕਰਨਾ, ਕੰਪਲੇਂਟ ਕਿੱਦਾਂ ਕੀਤੀ ਜਾ ਸਕਦੀ ਹੈ, ਗਿੱਲਾ ਝੋਨਾ ਕਿ ਸੁੱਕਾ ਕਿੰਨੀ ਕੁ ਵਾਰੀ ਤੁਸੀਂ ਪਤਾ ਕਰਾ ਸਕਦੇ ਹੋ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸੀ, ਕੁਛ ਸ਼ਾਇਦ ਲਾਹਾ ਇੱਧਰਲੇ ਪਾਸੇ ਹੋ ਜਾਵੇ। ਸੰਘੇੜਾ ਸਾਹਿਬ, ਕਦੇ ਮੰਡੀ ਅਫਸਰ ਹੁੰਦੇ ਆ, ਵੱਡੇ ਅਹੁਦਿਆਂ 'ਤੇ ਪਹੁੰਚਦੇ ਆ, ਕਦੇ ਹੇਠਾਂ ਮਾੜਾ ਮੋਟਾ ਕੁਛ ਕਰਪਸ਼ਨ ਫੜਨ ਦਾ ਕੋਈ ਪਤਾ ਲੱਗਾ ਸੀ? ਕਦੇ ਕੋਈ ਤੁਹਾਡੇ ਨਿਗਾਹ 'ਚ ਆਇਆ ਸੀ? ਇੱਕ ਟਰੱਕ ਤੋਂ ਦੇ 10 ਤੇ ਫੜ ਲਏ ਜਦੋਂ ਫਲਾਈਂਗ 'ਚ ਹੁੰਦੇ ਸੀ, ਕਿ ਇੱਥੇ ਕਿਤੇ ਕਾਲਾ ਮਾਲਾ ਹੁੰਦਾ, ਕਿਸੇ ਦੀ ਧੌਣ ਤੱਤੀ ਕੀਤੀ, ਕਣਕ ਤੱਤੇ ਕੀਤੇ, ਕਿ ਭਾਈ ਇੱਦਾਂ ਨਾ ਕਰੋ? ਮਤਲਬ ਮੈਨੂੰ ਕਹਿਣਾ ਨਹੀਂ ਚਾਹੀਦਾ, ਕੋਈ ਬਹੁਤੀ ਚੰਗੀ ਗੱਲ ਨਹੀਂ ਹੈ ਕਿਸੇ ਨੂੰ ਨੌਕਰੀ ਤੋਂ ਬਰਖਾਸਤ ਕਰਵਾਉਣਾ ਜੀ। ਮੰਡੀ ਬੋਰਡ 'ਚ ਸਭ ਤੋਂ ਵੱਧ ਆਫੀਸਰ ਜਿਹੜੇ ਆ ਡਿਸਮਿਸ ਹੋਏ ਆ, ਜਾਂ ਚਾਰਜ ਸ਼ੀਟ ਹੋਏ ਆ, ਜਾਂ ਈਵਨ ਜੇਲ੍ਹ 'ਚ ਵੀ ਗਏ ਆ, ਉਹ ਮੇਰੇ ਹੱਥੋਂ ਹੋਏ ਆ। ਹੁਣ ਤੱਕ ਮੇਰਾ ਅਜੇ ਤੱਕ ਕੋਈ ਰਿਕਾਰਡ ਤੋੜਨਾ ਤਾਂ ਕੀ ਨੇੜੇ ਤੇੜੇ ਵੀ ਨਹੀਂ ਆ ਸਕਿਆ। ਅੱਛਾ, ਤੁਸੀਂ ਆਪਣੇ ਤੋਂ ਵੱਡਿਆਂ ਨੂੰ ਕਿ ਛੋਟਿਆਂ ਨੂੰ? ਵੱਡਿਆਂ ਤੋਂ ਤਾਂ ਕੁੱਟ ਖਾਈਦੀ ਸੀ, ਹੱਥ ਉਹਨਾਂ ਨੂੰ ਵੀ ਪਾਈਦਾ ਸੀ, ਸਾਡੇ ਵਰਗੇ ਪੱਤਰਕਾਰਾਂ ਰਾਹੀਂ ਕਈ ਵਾਰੀ। ਠੀਕ ਹੈ ਜੀ। ਤੇ ਬਾਕੀ ਜਿਹੜੇ ਮਤਹਿਤ ਹੁੰਦੇ ਆ, ਜਿੱਦਾਂ ਕੋਈ ਨਹੀਂ। ਬਾਕੀ ਮੇਰਾ ਇੱਕ ਸੀਗਾ ਵੀ ਮੈਂ ਮਾਰ ਕਮੇਟੀ ਵਾਲੇ ਮੁੰਡਿਆਂ ਨੂੰ ਦਬਕਾ ਜ਼ਰੂਰ ਮਾਰ ਲੈਂਦਾ ਸੀ, ਪਰ ਮੈਂ ਇਹਨਾਂ ਨੂੰ ਕਹਿੰਦਾ ਨਹੀਂ ਸੀ ਕੁਛ। ਇਹਨਾਂ ਨੂੰ ਨਹੀਂ ਸੀ ਹੁੰਦਾ ਵੀ ਸਾਨੂੰ ਨਹੀਂ ਕਹਿਣਾ ਕੁਛ, ਕਿਉਂਕਿ ਇਹ ਬਹੁਤ ਵਧੀਆ ਵਰਕਰ ਨੇ। ਜਿੱਦਾਂ ਦਾ ਅਫਸਰ ਸੀ ਉੱਦਾਂ ਦੇ ਰਲ ਜਾਂਦੇ। ਮੈਨੂੰ ਪਤਾ ਸੀ ਇਹਨਾਂ ਦਾ ਕਸੂਰ ਨਹੀਂ ਹੈ। ਜਿੱਡਾ ਵੱਡਾ ਅਫਸਰ ਹੁੰਦਾ ਸੀ, ਜਿੱਡਾ ਵੱਡਾ ਉਹ ਕੰਮ ਕਰਦਾ ਸੀ ਮਾੜਾ, ਉਨਾ ਹੀ ਮੈਂ ਉਹਦੇ ਜ਼ਿਆਦਾ ਮਗਰ ਪੈਂਦਾ ਹੁੰਦਾ ਸੀ। ਪਰ ਉਹ ਵੈਲ ਕਨੈਕਟਡ ਹੁੰਦੇ ਸੀ ਤੇ ਮੈਨੂੰ ਵੀ ਫਿਰ ਪ੍ਰੋਬਲਮਸ ਕ੍ਰੀਏਟ ਹੁੰਦੀਆਂ ਸੀਗੀਆਂ। ਠੀਕ ਹੈ। ਪਰ ਫਿਰ ਵੀ ਮੰਡੀ ਬੋਰਡ 'ਚ ਜ਼ਿਗ ਜ਼ੈਗ ਫੰਕਸ਼ਨ ਚੱਲਦਾ ਸੀ। ਕਦੇ ਸੈਕਟਰੀ ਮੰਡੀ ਬੋਰਡ ਚੰਗਾ ਆ ਗਿਆ, ਕਦੇ ਮਾੜਾ ਆ ਗਿਆ, ਕਦੇ ਚੇਅਰਮੈਨ ਚੰਗਾ ਆ ਗਿਆ, ਕਦੇ ਮਾੜਾ ਆ ਗਿਆ। ਉਹ ਫਿਰ ਇੱਦਾਂ ਇਸ ਕਰਕੇ ਉਹ ਵਿੱਚੋਂ ਛੁੱਟ ਵੀ ਜਾਂਦੇ ਸੀਗੇ ਕਾਫੀ। ਠੀਕ ਹੈ ਜੀ। ਤੇ ਬਾਕੀ ਮੈਂ 4 ਕਿਲੋ ਤੱਕ ਵੱਧ ਤੋਲ ਦੇ ਕੇਸ ਫੜੇ ਆ। ਜਾਣੀ ਉਹਨਾਂ ਦਿਨਾਂ 'ਚ ਅਸੀਂ ਇਹ ਕਰਾਤਾ ਸੀ ਵੀ ਮੰਡੀ ਸੁਪਰਵਾਈਜ਼ਰ ਦੇ ਕੱਛ 'ਚ ਰਜਿਸਟਰ ਚਾਹੀਦਾ। ਹੁਣ ਵੀ ਅਸੀਂ ਹਦਾਇਤਾਂ ਕੀਤੀਆਂ ਆ, ਸਾਰਾ ਜਿਹੜੀਆਂ ਇੰਸਟਰਕਸ਼ਨਸ ਹੈਗੀਆਂ ਉਹਦੇ ਵਿੱਚ ਟੈਸਟ ਪੇਮੈਂਟ ਕਰਨ ਦੀ ਮੁੰਡਿਆਂ ਨੂੰ ਹਦਾਇਤ ਕੀਤੀ ਗਈ ਆ ਵੀ ਫਾਰਮਰ ਜਿਹੜਾ ਆਪਣੇ ਪਰਸਨਲ ਰਿਲੇਸ਼ਨਸ ਕਰਕੇ ਜਾਂ ਹੋਰ ਕਰਕੇ ਕਈ ਵਾਰੀ ਤਸਦੀਕੀ ਤੁਲਾਈ ਨਹੀਂ ਕਰ ਸਕਦਾ, ਤੁਸੀਂ ਮੈਂਡੀਟੋਰੀ ਤਸਦੀਕੀ ਤੁਲਾਈ ਨਾਲੋਂ ਨਾਲ ਕਰਨੀ ਆ। ਤੁਲਾਈ 'ਚ ਜ਼ਰੂਰ ਧਿਆਨ ਰੱਖਣਾ। ਤੋਲ ਦੇ ਵਿੱਚ ਹੇਰਾਫੇਰੀ ਹਾਂਜੀ ਉਹ ਨਾ ਹੋਵੇ। ਇਸ ਕਰਕੇ ਉਹ ਮਤਲਬ ਉਹਨੂੰ ਚੈੱਕ ਕਰਕੇ ਦੇਖੋ ਵਿੱਚੋਂ, ਜਿੱਦਾਂ ਮੈਂ ਤੁਹਾਨੂੰ ਕਿਹਾ ਵੀ 10% ਬੋਰੀਆਂ ਕਿਸਾਨ ਤੁਲਵਾ ਕੇ ਦੇਖ ਸਕਦਾ। ਅਸੀਂ ਮਾਰ ਕਮੇਟੀਆਂ ਵਾਲਿਆਂ ਨੂੰ ਮੁੰਡਿਆਂ ਨੂੰ ਉੱਦਾਂ ਹੀ ਡਿਊਟੀ ਲਾਤੀ ਉਹਨਾਂ ਦੀ, ਪਰ ਤੁਸੀਂ ਵਿੱਚੋਂ ਤੁਲਾਈ ਕਰੀ ਜਾਣੀ ਆ। ਤਸਦੀਕ ਠੀਕ ਹੈ, ਬੋਰੀਆਂ ਦੀ ਤੁਲਾਈ ਠੀਕ ਹੈ, ਦੇਖੀ ਵੀ ਜਾਣਾ, ਉਹਦੀ ਸੁਪਰਵਿਜ਼ਨ ਕਰਨੀ ਹੈ। ਸੋ ਉਹਦੇ ਵਿੱਚ ਜਿਹੜਾ ਤੁਸੀਂ 4 ਕਿਲੋ ਵਾਲੀ ਘਟਨਾ ਕੀ ਸੀ, ਉਹ ਥੋੜੀ ਜਿਹੀ ਸਮਝਾਇਆ। 4 ਕਿਲੋ ਮਤਲਬ ਜਿੱਦਾਂ ਵੀ ਮੈਂ ਛਾਪਾ ਮਾਰਿਆ ਮੰਡੀ 'ਚ, ਸਾਰੇ ਤੁਲਾਈ ਚੈੱਕ ਕੀਤੀ, ਹੋਰ ਅਕਾਊਂਟਸ ਚੈੱਕ ਕੀਤੇ, ਤੇ ਕਈਆਂ ਦੇ ਜਿਹੜੇ ਆ ਕਿਸਾਨਾਂ ਦੀ ਜਿਣਸ 4-4 ਕਿਲੋ ਵੱਧ ਤੋਲੀ ਹੋਈ। ਜਾਨੀ ਜੇ 30 ਕਿਲੋ ਤੋਲਣੀ ਤੇ 30 ਦੱਸ ਕੇ 34 ਪਾਈ ਹੋ ਵਿੱਚ ਉਹਦੇ। ਹਾਂਜੀ ਬਿਲਕੁਲ। ਉਹ ਤਾਂ ਬਹੁਤ ਵੱਡਾ ਘਾਟਾ। ਹਾਂ, ਫਿਰ ਉਹ ਜਿਹੜੇ ਬਿਲਕੁਲ ਨਾਲੇ ਉਹ ਜਦੋਂ ਹੁੰਦਾ ਆ, ਜਦੋਂ ਵੱਧ ਤੋਲੀ ਹੈ ਨਾ, ਜੇ ਉਹ ਮਤਲਬ ਉਦੋਂ 65 ਕਿਲੋ ਦੀ ਭਰਤੀ ਹੁੰਦੀ ਸੀ। ਵੈਸੇ ਤਾਂ ਜਿਹੜਾ ਵਧੀਆ ਝੋਨਾ ਹੋਵੇ ਉਹਦੇ 'ਚ ਵੱਧ ਪੈਂਦੀ ਹੈ, ਨਹੀਂ ਤਾਂ ਉਦੋਂ ਵੱਧ ਪੈਂਦੀ ਨਹੀਂ ਹੈ। ਉਹ ਕਣਕ ਦੇ ਵਿੱਚ ਵੀ ਇੱਦਾਂ ਮਤਲਬ ਜਿੰਨੀ ਤੁਹਾਡੀ ਭਰਨੀ ਚਾਹੀਦੀ ਉਹਦੇ 'ਚੋਂ 4-4 ਕਿਲੋ ਉਹ ਸਿਲਾਈ ਵੇਲੇ ਫਿਰ ਬਾਹਰ ਨਿਕਲਦੀ ਹੈ, ਉਹਦੀ ਫਿਰ ਅਲੱਗ ਢੇਰੀ ਬਣਦੀ ਹੈ। ਅੱਛਾ, ਜਦੋਂ ਸਿਲਾਈ ਕਰਨੀ ਉਦੋਂ ਬਾਹਰ ਕੱਢ ਲੈਣੀ ਪੈਂਦੀ। ਫਿਰ ਉਹ ਇੱਦਾਂ ਨਹੀਂ ਹੈ ਵੀ ਇੱਕ ਬੋਰੀ 4 ਕਿਲੋ ਵੱਧ ਹੈ। ਸਾਰੀਆਂ ਹੀ ਬੋਰੀਆਂ ਕੋਈ 4 ਕਿਲੋ ਆ, ਕੋਈ 4.25 ਕਿਲੋ ਵੱਧ ਆ, ਕੋਈ 4 ਕਿਲੋ ਆ, ਕੋਈ 4.25 ਕਿਲੋ ਵੱਧ ਆ। ਉਹ ਫਿਰ ਨੈਚੁਰਲੀ ਸੀਕੁਐਂਸ ਬਣ ਜਾਂਦਾ ਨਾ। ਫਿਰ ਜੇ ਕੋਈ ਅਦਾਲਤ ਵਿੱਚ ਵੀ ਜਾਵੇ ਤਾਂ ਉਹਦੀ ਗੱਲ ਬਣਦੀ ਨਹੀਂ ਹੈ, ਜੇ ਅਪੀਲ ਵੀ ਕਰੇ ਤਾਂ। ਤੇ ਗਲਤ ਕੰਮ ਗਲਤ ਹੀ ਹੁੰਦਾ ਹੈ। ਫਿਰ ਉਹ ਜੁਰਮਾਨਾ ਤੇ ਕਿਸਾਨ ਨੂੰ ਭਰਪਾਈ ਕਰਨੀ ਹੋਰ। ਤੇ ਬਾਕੀ ਮਾਰਕੀਟ ਫੀਸ RDF ਦੇ ਘਪਲਿਆਂ ਵਿੱਚ ਮੈਂ ਕਰੋੜਾਂ ਦੇ ਕੇਸ ਫੜੇ ਆ, ਕਰੋੜਾਂ। ਉਹਦਾ ਕਿਸਾਨ ਨਾਲ ਕੀ ਲੈਣਾ ਦੇਣਾ? ਉਹਦਾ ਕਿਸਾਨ ਨਾਲ ਨਹੀਂ ਹੈ, ਬਟ ਟੈਕਸ ਹੁੰਦਾ ਨਾ। ਠੀਕ ਹੈ ਜੀ। ਪ੍ਰਾਈਵੇਟ ਵਪਾਰੀ ਤੋਂ ਵੀ, ਸ਼ੈਲਰਾਂ ਵਾਲਿਆਂ ਤੋਂ ਵੀ, ਜਿਹਨੇ ਕਿਤੇ ਪ੍ਰਾਈਵੇਟ ਪਰਚੇਜ਼ ਕਰਨੀ ਆ ਕਣਕ ਦੀ ਜਾਂ ਇਹਦੀ, ਬਹੁਤ ਵੱਡੇ ਲੈਵਲ 'ਤੇ ਵਪਾਰ ਹੁੰਦਾ ਆ। ਤੇ ਉਹਦੇ ਵਿੱਚ ਜਿਹੜੀ ਆ ਇਹ 2% ਮਾਰਕੀਟ ਫੀਸ, 2% RDF, ਮਤਲਬ 2000 ਕਰੋੜ ਹਰ ਸਾਲ ਮਾਰਕੀਟ ਫੀਸ ਆਉਂਦੀ ਹੈ ਅੰਦਾਜ਼ਨ। 1981 ਕਰੋੜ ਸੀ ਪਿਛਲੀ ਵਾਰੀ ਸ਼ਾਇਦ। ਮਤਲਬ ਇੱਕ ਬਹੁਤ ਵੱਡਾ ਰਕਮ ਬਣ ਜਾਂਦੀ। 2000 ਕਰੋੜ ਇਹ ਹੋ ਗਈ, 2000 ਕਰੋੜ RDF ਹੋ ਗਿਆ,
ਤੇ 1000 ਕਰੋੜ ਸੈਸ ਹੈਗੀ ਆ ਕੋਈ, ਚਾਹੇ ਉਹ ਸੇਲ ਟੈਕਸ ਨੂੰ ਜਾਂਦੀ ਆ ਜਾਂ ਜਿਹੜਾ ਵੀ ਕਰਦਾ, 5000 ਕਰੋੜ ਇਹ ਮੰਡੀ ਬੋਰਡ ਨੂੰ ਜਾਂ ਹੋਰ ਸਰਕਾਰੀ ਮਹਿਕਮੇ ਨੂੰ ਇਹਦੇ ਵਿੱਚੋਂ ਆਉਂਦਾ ਆ। ਹਜ਼ਾਰਾਂ ਕਰੋੜਾਂ ਰੁਪਈਏ ਹੀ ਜਿਹੜਾ ਆੜ੍ਹਤੀਆਂ ਨੂੰ ਵੀ ਜਾਂਦਾ, 2% ਕਮਿਸ਼ਨ ਵੀ ਹੈਗਾ ਆ। ਸੋ ਇਹ ਬਹੁਤ ਵੱਡਾ ਇਹਨਾਂ ਦਿਨਾਂ 'ਚ ਹੁੰਦਾ ਆ। ਜਿਹੜੇ ਸਾਡੇ ਲਾਇਸੈਂਸੀ ਨੇ, ਫਿਰ ਅਸੀਂ ਉਹਨਾਂ ਦਾ ਇਹ ਅਕਾਊਂਟਸ ਵੀ ਚੈੱਕ ਕਰਨੇ ਹੁੰਦੇ ਆ ਜਾਂ ਹੋਰ ਵੀ ਸਾਰਾ ਚੈੱਕ ਕਰਨਾ ਹੁੰਦਾ ਮਾਰਕ ਕਮੇਟੀ ਵਾਲਿਆਂ ਨੇ ਵੀ, ਤੇ ਮੰਡੀ ਬੋਰਡ ਦੇ ਜਿਹੜੇ ਸੀਨੀਅਰ ਅਫਸਰ ਨੇ। ਵੈਸੇ ਤਾਂ ਅਨਫੋਰਚੂਨੇਟਲੀ ਕਾਫੀ ਅਫਸਰ ਹੈਗੇ ਜਿਹੜੇ ਚਿੱਟੀਆਂ ਕਾਰਾਂ ਲੈ ਕੇ ਮੰਡੀਆਂ ਵਿੱਚੋਂ ਸਿਰਫ ਆਪਣੀ ਰਿਸ਼ਵਤ ਦਾ ਆਪਣਾ ਹਿੱਸਾ ਲੈਣ ਜਾਂਦੇ ਆ, ਜਿਹੜਾ ਕਿ ਹੁਣ ਕਾਫੀ ਤੌਰ ਤੇ ਘਟ ਗਿਆ। ਮੈਂ ਤਾਂ ਉਦੋਂ ਵੀ ਸ਼ਰੇਆਮ ਮੈਂ ਅਖਬਾਰਾਂ 'ਚ ਵੀ ਲਿਖਦਾ ਹੁੰਦਾ ਸੀ ਵੀ ਕਿਸਾਨਾਂ ਦੀ ਡਿਊਟੀ ਬਣਦੀ ਆ ਵੀ ਜਿਹੜਾ ਵੀ ਚਿੱਟੀ ਕਾਰ ਲੈ ਕੇ ਆਉਂਦਾ ਆ ਉਹਦੇ ਨਾਲ ਤੁਸੀਂ, ਮੈਨੂੰ ਇੱਕ ਵਾਰੀ ਜਵਾਬ ਤਲਬੀ ਵੀ ਹੋਈ ਸੀ ਵੀ ਤੂੰ ਕੰਡਕਟਰ ਰੂਲਾਂ ਦੀ ਉਲੰਘਣਾ ਹੈ, ਅਫਸਰਾਂ ਦੇ ਖਿਲਾਫ ਬੋਲਦਾ ਅਫਸਰ ਹੋ ਕੇ। ਤੇ ਮਤਲਬ ਕਿਸਾਨਾਂ ਨੂੰ ਮੈਂ ਹੁਣ ਵੀ ਬੇਨਤੀ ਕਰਦਾ ਵੀਰਾਂ ਨੂੰ ਕਿ ਜਿਹੜੇ ਅਫਸਰ ਨੇ ਸਾਰੇ ਮਾੜੇ ਨਹੀਂ ਹੈ, ਚਾਹੇ ਮਾੜੇ ਵੀ ਹੋਣ, ਤੁਹਾਡਾ ਅਫਸਰ ਉਹ ਤੁਹਾਡਾ ਇੱਕ ਤਰ੍ਹਾਂ ਨਾਲ ਸਰਵੈਂਟ ਹੈ। ਤੁਸੀਂ ਅਫਸਰ ਨੂੰ ਵੀ ਕਹਿ ਸਕਦੇ ਹੋ ਵੀ ਮੇਰੀ ਢੇਰੀ ਜਿਹੜੀ ਆ ਤਸਦੀਕੀ ਤਲਾਈ ਕਰਕੇ ਦਿਓ ਅਫਸਰ ਸਾਹਿਬ, ਇਦਾਂ ਨਹੀਂ ਅਸੀਂ ਜਾਣ ਦੇਣਾ ਤੇ ਸਾਨੂੰ ਜਾਂ ਤੁਹਾਡੇ ਖਰਚੇ ਵੱਧ ਕੱਟਿਆ ਉਹਨੂੰ ਮਤਲਬ ਕੁਐਸਚਨ ਕਰੋ, ਨਾ ਕਿ ਜੀ ਹਜ਼ੂਰੀ ਆਪਾਂ ਕਰੀ ਚੱਲੀਏ ਵੀ ਬੜਾ ਵੱਡਾ ਅਫਸਰ ਆ ਬਈ ਬੱਤੀ ਵੀ ਉੱਪਰ ਲੱਗੀ ਹੋਈ ਆ, ਹੁਣ ਬੱਤੀਆਂ ਤੇ ਚਲੋ ਲਾਹਤੀਆਂ ਸੀ ਤੇ ਉਹ ਮਤਲਬ ਸਾਰੇ ਪਬਲਿਕ ਸਰਵੈਂਟ ਨੇ ਇੱਕ ਤਰ੍ਹਾਂ ਨਾਲ। ਮੈਂ ਤਾਂ ਸਿੱਧਾ ਕਿਸਾਨਾਂ 'ਚ ਜਾ ਵੜਦਾ ਹੁੰਦਾ ਸੀਗਾ ਕਦੀ, ਮਤਲਬ ਆਈ ਯੂਜ਼ ਟੂ ਇੰਜੋਏ ਦੀਸ ਥਿੰਗਸ। ਹਾਂਜੀ, ਜਿੱਥੇ ਕਿਤੇ ਘੰਟਾ ਲਾਉਣਾ ਸੀ 2-2 ਘੰਟੇ ਲੱਗ ਜਾਂਦੇ ਸੀਗੇ। ਤੇ ਇਸ ਕਰਕੇ ਹੁਣ ਅੱਗੇ ਨੂੰ ਬਹੁਤ ਫਰਕ ਹੈ। ਬਟ ਇਹ ਆ ਵੀ ਉਹ ਜਿਹੜੀ ਫਿਰ ਇਨਕਮ ਜਿਹੜੀ ਆ ਇੰਨੀ ਆਉਣੀ 2000 ਕਰੋੜ, ਉਹਦੇ ਵਿੱਚ ਜੇ ਹੋਰ ਤੁਸੀਂ ਇਨਫੋਰਸਮੈਂਟ ਕਰੋਗੇ ਹੋਰ ਜ਼ਿਆਦਾ ਵੱਧ ਆ ਸਕਦੀ ਆ। ਕਈ ਕੇਸ ਸੁਪਰੀਮ ਕੋਰਟ ਤੱਕ ਗਏ ਆ, ਕਈ ਮੇਰੇ ਵੇਲੇ ਦੇ ਕੇਸ ਅਜੇ ਵੀ ਪੈਂਡਿੰਗ ਆ, ਕੋਈ ਹਾਈ ਕੋਰਟ 'ਚ ਪੈਂਡਿੰਗ ਆ, ਕੋਈ ਸੁਪਰੀਮ ਕੋਰਟ 'ਚ ਜਾਂਦੇ ਆ। ਹਾਂਜੀ ਸੰਗੇੜਾ ਸਾਹਿਬ, ਮੀਂਹ ਪੈ ਗਿਆ, ਢੇਰੀ ਗਿੱਲੀ ਹੋ ਗਈ, ਮੀਂਹ ਨਾ ਆੜ੍ਹਤੀਏ ਦੇ ਵੱਸ ਆ, ਨਾ ਮੰਡੀ ਬੋਰਡ ਦੇ ਵੱਸ ਆ, ਨਾ ਕਿਸਾਨ ਦੇ ਵੱਸ। ਹਾਂਜੀ, ਮੈਨੂੰ ਐ ਨਹੀਂ ਸਮਝ ਆਉਂਦੀ ਕਿ ਪੰਜਾਬ ਦੇ ਵਿੱਚ 2000 ਮੰਡੀਆਂ ਤਕਰੀਬਨ ਲਾ ਲਓ, ਹਾਂਜੀ, ਕਈ ਪੂਰੀਆਂ ਚੱਲਦੀਆਂ ਕਿ ਅੱਧੀਆਂ ਚੱਲਦੀਆਂ, ਸਾਡੇ ਤੋਂ ਅਜੇ ਸ਼ੈੱਡ ਹੀ ਨਹੀਂ ਪਏ। ਉਹ ਮੰਡੀ ਬੋਰਡ ਨੇ ਪਾਉਣੇ ਹੁੰਦੇ ਆ, ਸਰਕਾਰਾਂ ਨੇ ਪਾਉਣੇ ਹੁੰਦੇ ਆ, ਆੜ੍ਹਤੀਏ ਨੇ ਪਾਉਣੇ ਹੁੰਦੇ ਆ। ਜਾਣੀ ਜਦੋਂ ਸਾਨੂੰ ਪਤਾ ਹੈ ਕਿ ਅਸੀਂ ਸਾਲ 'ਚ 2-3 ਵਾਰੀ ਜਿਣਸ ਇੱਥੇ ਲਿਆਉਣੀ ਆ, ਫੜ ਕੱਚਾ ਜੀ, ਮੈਨੂੰ ਇਹ ਨਹੀਂ ਸਮਝ। ਪੰਜਾਬ ਤਾਂ ਸਾਰੇ ਹੀ ਹੁਣ ਪੱਥਰ ਲੱਗ ਚੱਲਿਆ ਘਰਾਂ 'ਚ ਵੀ। ਸਾਡੀਆਂ ਮੰਡੀਆਂ ਜੇ ਫੜ ਕੱਚੇ ਨੇ, ਜਾਂ ਉੱਪਰ ਸ਼ੈੱਡ ਨਹੀਂ ਪਈ, ਜਾਂ ਤਰਪਾਲ ਨਾ ਹੋਣ ਕਰਕੇ ਫਸਲ ਭਿੱਜ ਗਈ, ਇਹ ਤਾਂ ਨਲਾਇਕੀ ਸ਼ਬਦ ਹੀ ਵਰਤ ਸਕਦੇ ਅਸੀਂ। ਹੈਗਾ ਆ, ਪਰ ਉਹਦੇ 'ਚ ਇਹ ਆ ਵੀ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਸੀ ਵੀ ਪੈਡੀ ਦਾ ਵੀ ਤੇ ਕਣਕ ਦਾ ਵੀ ਸੀਜ਼ਨ ਸੁੰਗੜ ਕੇ ਛੋਟਾ ਹੋ ਗਿਆ। ਤੇ ਜਦੋਂ ਆਪਾਂ ਦੇਖਦੇ ਹਾਂ ਵੀ ਜਦੋਂ ਸੀਜ਼ਨ ਹੁੰਦਾ ਆ ਫਿਰ ਇੱਕਦਮ ਜਿਣਸ ਇੰਨੀ ਜ਼ਿਆਦਾ ਆ ਜਾਂਦੀ ਹੈ ਤੇ ਮੰਡੀਆਂ ਦੇ ਬਾਹਰਲੇ ਪਾਸੇ ਵੀ ਢੇਰੀ ਹੋਣ ਲੱਗ ਜਾਂਦੀ ਆ। ਕਈ ਵਾਰੀ ਮੰਡੀ ਬੋਰਡ ਨੂੰ ਆਰਜੀ ਯਾਰਡ ਨੇੜੇ ਤੇੜੇ ਲੈਣੇ ਪੈ ਜਾਂਦੇ ਆ, ਉਹ ਕੱਚੇ ਹੁੰਦੇ ਆ, ਚਲੋ ਉਹਨਾਂ 'ਚ ਸਫਾਈ ਵੀ ਕਰਕੇ ਕਿਸੇ ਤਰ੍ਹਾਂ ਕੰਮ ਚਲਾਇਆ ਜਾਂਦਾ ਆ। ਤੇ ਜੇ ਹੁਣ ਮੰਡੀਆਂ ਨੂੰ ਇਸ ਤੋਂ ਜ਼ਿਆਦਾ ਵੀ ਵੱਡੀਆਂ ਕਰ ਲਈਏ ਨਾ, ਫਿਰ ਉਹ ਸਾਰਾ ਸਾਲ ਖਾਲੀ ਰਹਿੰਦੀਆਂ। ਇੱਕ ਤਾਂ ਆਪਣੀ ਜ਼ਮੀਨ ਬਹੁਤ ਮਹਿੰਗੀ ਹੋ ਗਈ ਆ ਹੁਣ। ਨਹੀਂ ਸੰਗੇੜਾ ਸਾਹਿਬ, ਰੈਲੀਆਂ ਕਰਨ ਨੂੰ ਅਸੀਂ ਦੇ ਦੀਆਂ ਕਈ ਵਾਰੀ, ਉਹ ਤਾਂ ਚੱਲਦਾ ਹੀ ਰਹਿੰਦਾ, ਤਾਂ ਸਾਰੇ ਯੂਜ਼ ਕਰਦੇ ਹੀ ਆ। ਹਾਂਜੀ, ਤੇ ਜਿੱਥੇ ਕਿਤੇ ਕੋਈ ਟਰੱਕ ਯੂਨੀਅਨ ਹੈ, ਟਰੱਕ ਯੂਨੀਅਨ ਦੇ ਟਰੱਕ ਟਰੁੱਕ ਖੜੇ ਰਹਿੰਦੇ, ਪਾਰਕਿੰਗ ਲੋਟ ਬਣ ਜਾਂਦਾ ਬਾਅਦ ਵਿੱਚ। ਤੇ ਪਰ ਇਹ ਠੀਕ ਆ ਕਿ ਹੋਰ ਸਿਸਟਮ ਐਫੀਸ਼ੀਐਂਟ ਹੋਣਾ ਚਾਹੀਦਾ, ਸ਼ੈੱਡ ਵਗੈਰਾ ਵਧੀਆ ਬਣਨੀ ਚਾਹੀਦੀ। ਐਟਲੀਸਟ ਜਿਹੜੀ ਸ਼ੈੱਡਾਂ ਥੱਲੇ ਆ ਜਿਣਸ, ਉਹ ਤਾਂ ਖਰਾਬ ਨਾ ਹੋਵੇ ਨਾ। ਪਰ ਉਹਦੇ ਵਾਸਤੇ ਵੀ ਮੰਡੀ ਬੋਰਡ ਪ੍ਰਬੰਧ ਕਰਦਾ, ਮਾਰਕ ਕਮੇਟੀਆਂ ਪ੍ਰਬੰਧ ਕਰਦੀਆਂ ਆ। ਕਮਿਸ਼ਨ ਏਜੰਟਸ ਨੂੰ ਬਾਉਂਡ ਕੀਤਾ ਹੋਇਆ ਕਿ ਉਹਨਾਂ ਨੇ ਇੰਨੀਆਂ ਤਰਪਾਲਾਂ ਰੱਖਣੀਆਂ ਆ। ਠੀਕ ਹੈ। ਸੋ ਜੇ ਤਾਂ ਦਾਇਰੇ 'ਚ ਹੋਵੇ ਬਾਰਿਸ਼, ਫਿਰ ਤਾਂ ਕਾਫੀ ਹੱਦ ਤੱਕ ਬਚਾਅ ਹੋ ਜਾਂਦਾ ਹੈ। ਕਈ ਵਾਰੀ ਜਦੋਂ ਹੜ੍ਹ ਆਉਣ ਤੱਕ ਦੀ ਸਥਿਤੀ ਹੋ ਜਾਂਦੀ ਹੈ ਜਾਂ ਕਈ ਮੰਡੀਆਂ ਨੀਵੀਂ ਥਾਂ 'ਤੇ ਲੱਗੀਆਂ, ਉੱਥੇ ਥੋੜ੍ਹਾ ਬਹੁਤ ਨੁਕਸਾਨ ਵੀ ਹੁੰਦਾ ਆ। ਠੀਕ ਹੈ ਜੀ। ਤੇ ਪਰ ਉਹਦੀ ਭਰਪਾਈ ਜੇ ਜਦੋਂ ਕਿਤੇ ਜ਼ਿਆਦਾ ਨੁਕਸਾਨ ਹੋਇਆ, ਸਰਕਾਰ ਜਿਹੜੀ ਆ ਕੇਂਦਰ ਸਰਕਾਰ ਨਾਲ ਕਰਦੀ ਹੈ, ਇੱਕ ਫੰਡ ਹੁੰਦਾ ਆ ਜਿਹੜਾ ਕੁਦਰਤੀ ਆਫਤਾਂ ਫੰਡ, ਉਹਦੇ ਨਾਲ ਉਹਦੀ ਭਰਪਾਈ ਵੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਸਪੈਸੀਫਿਕੇਸ਼ਨਸ ਵੀ ਰਿਲੈਕਸ ਕਰਾਈਆਂ ਜਾਂਦੀਆਂ ਤਾਂ ਕਿ ਫਾਰਮਰ ਨੂੰ ਉਹਦਾ ਨੁਕਸਾਨ ਨਾ ਹੋਵੇ। ਉਹ ਹੁਣ ਕੁਦਰਤੀ ਆਫਤ ਜਿਹੜੀ ਆ, ਕੁਦਰਤੀ ਆਫਤ ਨਾਲ ਤਾਂ ਕਿਸਾਨ ਫਸਲ ਬੀਜਣ ਤੋਂ ਲੈ ਕੇ ਐਂਡ ਤੱਕ ਇਹ ਮੰਡੀ ਤੱਕ ਚੱਲਦਾ ਹੀ ਚੱਲਦਾ ਆ। ਪਰ ਜੇ ਜਿਣਸ ਉਹ ਵਿਕ ਚੁੱਕੀ ਹੈ, ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ। ਜੇ ਜਿਣਸ ਵਿਕ ਗਈ ਹੈ, ਉਹਦੀ ਤਲਾਈ ਹੋ ਗਈ ਆ, ਬੋਲੀ ਹੋ ਗਈ ਆ, ਫਿਰ ਉਹ ਜਿਣਸ ਕਿਸਾਨ ਦੀ ਨਹੀਂ ਹੈ, ਫਿਰ ਉਹ ਦੂਸਰੇ ਦੀ ਆ। ਪਰ ਕਈ ਵਾਰੀ ਉਹ ਕਿਸਾਨ ਸਿਰ ਹੀ ਪਾਉਂਦੇ ਆ। ਕਿਸਾਨ ਨੂੰ ਇਹ ਕਾਨੂੰਨੀ ਨੁਕਤਾ ਜ਼ਰੂਰ ਪਤਾ ਹੋਣਾ ਚਾਹੀਦਾ। ਖੋਲ ਕੇ ਸਮਝਾਇਓ। ਮਤਲਬ ਜਦੋਂ ਜਿਣਸ ਦੀ ਬੋਲੀ ਹੋ ਗਈ ਨਾ, ਰਜਿਸਟਰ 'ਚ ਲਿਖਿਆ ਗਿਆ ਕਿ ਇੰਨੇ ਪੈਸੇ ਲੱਗ ਗਏ ਇਹਦੇ, ਜੀਪੀ ਫੁੰਮਣ ਸਿੰਘ ਹੋਰਾਂ ਦੀ ਝੋਨਾ ਜਾਂ ਕਣਕ ਇੰਨੇ ਪੈਸੇ ਨੂੰ ਵਿਕੀ। ਹਾਂਜੀ, ਉਹਦੇ ਜਦੋਂ ਢੇਰੀ ਤੇ ਖੜ ਕੇ ਬੋਲੀ ਲਿਖਦੇ ਆ, ਜਿੱਦਾਂ ਮੈਂ ਤੁਹਾਨੂੰ ਦੱਸਿਆ ਪਹਿਲਾਂ ਅੰਦਾਜ਼ਨ ਵਜਨ ਲਿਖਿਆ ਹੁੰਦਾ, ਢੇਰੀ ਲਿਖੀ ਹੁੰਦੀ, ਕਿਸਾਨ ਦਾ ਨਾਮ ਲਿਖਿਆ ਹੁੰਦਾ। ਜਦੋਂ ਬੋਲੀ ਹੋ ਜਾਂਦੀ ਆ, ਉਹ ਤੇ ਹੋ ਜਾਂਦਾ ਵੀ 2060 ਦੀ ਜੀ MSP ਤੇ ਵਿਕੀ ਆ, ਹੋਰ ਕਿਸੇ ਨੇ ਬੋਲੀ ਨਹੀਂ ਦਿੱਤੀ। ਜਦੋਂ 2060 ਰਿਕਾਰਡ ਬਣ ਗਿਆ, ਮਾਰਕ ਕਮੇਟੀ ਦੇ ਰਜਿਸਟਰ 'ਚ ਲਿਖਿਆ ਗਿਆ, ਅਸਲ ਕੀਮਤ ਲਿਖਤੀ, ਤੇ ਉਦੋਂ ਉਹ ਤੁਲਾਈ ਹੋਣੀ ਆ, ਉਹ ਤੋਂ ਬਾਅਦ ਡਿਲੀਵਰੀ ਹੋਣੀ ਆ। ਪਰ ਉਦੋਂ ਕਿਸਾਨ ਦੀ ਢੇਰੀ ਨਹੀਂ ਹੈਗੀ, ਉਹਦਾ ਕੰਮ ਨਿਬੜ ਗਿਆ। ਉਹ ਜਿਹਨੇ ਖਰੀਦੀ ਆ, ਉਹ ਖਰੀਦਦਾਰ ਦੀ ਹੋ ਗਈ। ਅੱਛਾ, ਕਈ ਵਾਰੀ ਉਹਦੇ ਤੋਂ ਬਾਅਦ ਮੀਂਹ ਪੈ ਜਾਵੇ ਤਾਂ ਵੀ ਕਿਸਾਨ ਦੇ ਸਿਰ ਪਾਉਂਦੇ ਆ।
ਮਤਲਬ ਕਈ ਥਾਵਾਂ ਤੇ ਹੁੰਦਾ ਰਿਹਾ। ਹਾਂ, ਮਤਲਬ ਜੇ ਕਿਸੇ ਨੂੰ ਨਹੀਂ, ਵੀਰ ਨੂੰ ਪਤਾ ਤੇ ਪਤਾ ਹੋਣਾ ਚਾਹੀਦਾ ਆ ਵੀ ਉਹ ਬਾਅਦ ਚ ਕਾਟ ਲਾਉਣ ਤੱਕ ਜਾਂਦੇ ਆ। ਈਵਨ ਕਮਿਸ਼ਨ ਏਜੰਟ ਨਾਲ ਵੀ ਜਿਹੜਾ ਤਕੜਾ ਹੈ ਉਹੀ ਧੱਕਾ ਕਰਦਾ ਨਾ। ਈਵਨ ਮੈਂ ਆੜਤੀਆਂ ਵੀਰਾਂ ਦਾ ਕਸੂਰ ਨਹੀਂ ਕੱਢਦਾ, ਕਈ ਵਾਰੀ ਆੜਤੀਆਂ ਤੇ ਉੱਥੇ ਤੱਕ ਜਦੋਂ ਸਟੋਰ 'ਚ ਪਹਿਲੇ ਚਲੇ ਜਾਂਦੀ ਹੈ ਏਜੰਟਸ, ਉਦੋਂ ਏਜੰਸੀਆਂ ਵਾਲੇ ਕਾਟ ਪਾ ਦਿੰਦੇ ਆ, ਉਹਦੇ ਲੈਵਲ ਤੇ ਬਲੈਕਮੇਲ ਵੀ ਕਰਦੇ ਆੜਤੀਆਂ ਨੂੰ ਕਿ ਆਪਣੇ ਕਮਿਸ਼ਨ 'ਚ ਥੋੜ੍ਹੇ ਜਿਹੇ ਪੈਸੇ ਮੈਨੂੰ ਦੇ ਦੇ, ਮੈਂ ਤਾਂ ਫਿਰ ਨਹੀਂ ਕਹੂੰਗਾ। ਅੱਛਾ। ਹਾਂ, ਜਦ ਕਿ ਉਹ ਵੀ ਜਿਹੜੀ ਏਜੰਸੀ ਵਾਲੇ ਨੇ ਚੱਕਣੀ ਆ ਉਹ ਮੰਡੀ 'ਚ ਤਸਦੀਕੀ ਤਲਾਈ ਕਰ ਸਕਦਾ ਹੈ। ਇਹ ਨਹੀਂ ਹੈ ਵੀ ਆਪਣੇ ਸਟੋਰ 'ਚ ਜਾ ਕੇ ਤੁਸੀਂ ਤਸਦੀਕੀ ਤਲਾਈ ਕਰੋ ਤੇ ਉਹਦੇ 'ਚ ਕਰੋ ਜੀ ਅੱਧਾ ਕਿਲੋ ਘਾਟਾ ਜਾਂ 200 ਗ੍ਰਾਮ ਘਾਟਾ ਤੇ ਤੁਸੀਂ ਆੜ੍ਹਤੀਏ ਸਿਰ ਪਾ ਦਿਓ। ਉਹ ਵੀ ਸਾਨੂੰ ਕੰਪਲੇਂਟਸ ਆਉਂਦੀਆਂ ਹੁੰਦੀਆਂ ਸੀਗੀਆਂ, ਹੁਣ ਵੀ ਮਤਲਬ ਕਿਤੇ ਹੋ ਸਕਦਾ ਕਿਤੇ ਕੋਈ ਪ੍ਰੋਬਲਮ ਹੋਵੇ। ਇਹ ਆੜ੍ਹਤੀਏ ਵੀਰਾਂ ਲਈ ਵੀ ਆ ਵੀ ਉੱਥੇ ਹੀ ਹੋਣੀ ਆ, ਬਾਅਦ 'ਚ ਜਾ ਕੇ ਨਹੀਂ। ਸੰਘੇੜਾ ਸਾਹਿਬ, ਆਖਰੀ ਸਵਾਲ ਮੇਰੇ ਵੱਲੋਂ ਕਿ ਬੜਾ ਰੌਲਾ ਪਿਆ ਪਿਛਲੇ ਸਮੇਂ 'ਚ ਜੀ, ਬਾਹਰਲੇ ਸੂਬਿਆਂ ਤੋਂ ਆਣ ਕੇ ਝੋਨਾ ਵਿਕਦਾ ਰਿਹਾ ਪੰਜਾਬ ਦੀਆਂ ਮੰਡੀਆਂ 'ਚ। ਆਮ ਪੰਜਾਬੀ ਨੂੰ ਜੇ ਆਪਾਂ ਸਮਝਾਉਣਾ ਹੋਵੇ, ਮੇਰੇ 2 ਟਰਾਲੀਆਂ ਝੋਨੇ ਦੀਆਂ, ਤੁਹਾਡੀਆਂ 4 ਨੇ, ਉਹ ਮੰਡੀ 'ਚ ਆ ਗਈਆਂ, ਸਾਡੀਆਂ ਤਾਂ ਵਿਕ ਗਈਆਂ, ਸਾਡੇ ਵੱਲੋਂ ਸਾਰੇ ਭਾਰਤ ਦਾ ਲਿਆ ਕੇ ਉੱਥੇ ਵੇਚ ਦਿਓ, ਸਾਨੂੰ ਕੀ ਫਰਕ ਹੈ? ਜਾਣੀ ਜੇ ਸਾਡੇ ਭਾਅ 'ਤੇ ਕੋਈ ਅਸਰ ਨਹੀਂ, ਸਾਨੂੰ ਕੋਈ ਅਸਰ ਨਹੀਂ, ਸਾਨੂੰ ਬੋਰੀਆਂ ਮਿਲ ਗਈਆਂ, ਉਹਦਾ ਕਨੈਕਸ਼ਨ ਕੀ ਹੈ? ਅਸੀਂ ਕਾਹਤੋਂ ਨਾਕੇ ਲਾਉਂਦੇ ਫਿਰਦੇ ਹਾਂ? ਕਿਸਾਨ ਤੇ ਸਿੱਧਾ ਅਸਰ ਇੱਦਾਂ ਆ ਵੀ ਫਿਰ ਖਰੀਦ ਬੰਦ ਹੋ ਜਾਂਦੀ ਆ। ਜਿੱਦਾਂ ਕੈਸ਼ ਕ੍ਰੈਡਿਟ ਲਿਮਿਟ ਜਿਹੜੀ ਆ ਉਹ ਬਣੀ ਹੁੰਦੀ ਆ, ਉਹ ਹਿਸਾਬ ਨਾਲ ਬਣੀ ਹੁੰਦੀ ਆ ਜਿੰਨੀ ਕੁ ਫਸਲ ਇੱਥੇ ਹੈਗੀ ਆ। ਅੱਛਾ, ਅੰਦਾਜ਼ੇ ਲਾਏ ਹੁੰਦੇ ਆ ਪਹਿਲਾਂ। ਹਾਂਜੀ, ਪਰ ਉਹਦੇ 'ਚ ਉੱਦਾਂ ਟੈਕਨੀਕਲੀ ਗੱਲ ਠੀਕ ਆ ਵੀ ਕਿਸਾਨ ਦਾ ਕੋਈ ਬਹੁਤਾ ਲੈਣਾ ਦੇਣਾ ਨਹੀਂ ਹੁੰਦਾ, ਪਰ ਉਹਦੇ 'ਚ ਵੱਡੇ ਪੱਧਰ ਤੇ ਕਰਪਸ਼ਨ ਹੁੰਦੀ ਆ। ਸਰਕਾਰ ਦਾ ਲੈਣਾ ਦੇਣਾ ਤਾਂ ਹੈਗਾ ਹੈ ਨਾ ਜੀ। ਬਾਹਰਲੇ ਸੂਬਿਆਂ ਤੋਂ ਜਿੱਥੋਂ ਕਣਕ ਆਪਣਾ ਝੋਨਾ ਜਾਂ ਕਣਕ ਜੋ ਵੀ ਆ ਜਦੋਂ ਬਾਹਰੋਂ ਲਿਆਉਂਦੇ ਆ ਤਾਂ ਸਸਤੀ ਮਿਲ ਜਾਂਦੀ ਹੈ, ਪਰ ਉਹਦੇ ਵਿੱਚ ਜਿਹੜਾ ਪੰਜਾਬ ਸਟੇਟ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਐਕਟ ਆ ਉਹ ਮਨਾ ਨਹੀਂ ਕਰਦਾ। ਉਹ ਉਹਦੀ ਮਨਾਹੀ ਨਹੀਂ ਹੈ। ਸੈਕਟਰੀ ਮਾਰਕ ਕਮੇਟੀ ਜਾਂ ਜ਼ਿਲ੍ਹਾ ਮੰਡੀ ਅਫਸਰ ਜਾਂ ਡਿਪਟੀ ਜਨਰਲ ਮੈਨੇਜਰ ਮੰਡੀ ਬੋਰਡ ਦੇ ਅਫਸਰ ਉਹ ਮਨਾ ਨਹੀਂ ਕਰ ਸਕਦੇ। ਕੋਈ ਏਜੰਟ ਕਿਤੇ ਵੀ ਲਿਜਾ ਸਕਦਾ, ਵਪਾਰੀ ਹੋਵੇ ਚਾਹੇ ਕੋਈ ਹੋਵੇ, ਉਹ ਹੋਰ ਐਕਟ ਲੱਗਦੇ ਆ ਜਾਂ ਕੁਝ ਹੋਰ ਹੈਗਾ, ਸਰਕਾਰ ਕਰ ਸਕਦੀ ਹੈ, ਸਰਕਾਰ ਕੋਲ ਪਾਵਰਾਂ ਹੈਗੀਆਂ ਹੈ, ਪਰ ਉਹ ਇਲੀਗੈਲਿਟੀ ਹੈ। ਕਿਸਾਨ ਨੇ MSP ਜਿਹੜੀ ਕਿਸਾਨ ਵਾਸਤੇ ਆ, ਇਹ ਨਹੀਂ ਹੈ ਕਿ ਮੈਂ ਵਪਾਰੀ ਹਾਂ, ਸੰਘੇੜਾ ਐਂਡ ਕੰਪਨੀ ਮੇਰੀ ਫਰਮ ਦਾ ਨਾਂ ਆ ਤੇ ਮੈਂ ਤੁਹਾਡੇ ਫਾਰਮਰਸ ਕੋਲੋਂ ਸਾਰਿਆਂ ਕੋਲੋਂ ਸਸਤੀ ਲੈ ਕੇ ਤੇ ਇੱਥੇ ਆਕਮਾ ਮੇਰੀ MSP ਤੇ ਲੈ ਲਓ ਜੀ। ਉਹ ਤਾਂ ਕਿਸਾਨ ਨੂੰ ਪ੍ਰੋਟੈਕਸ਼ਨ ਹੈ। ਹਾਂ, ਕਿਸਾਨ ਨੂੰ ਪ੍ਰੋਟੈਕਸ਼ਨ ਆ ਤਾਂ ਕਿ ਕਿਸਾਨੀ ਫੇਲ ਨਾ ਹੋਵੇ, ਫਸਲ ਜਿਹੜੀ ਆ ਉਹਨੂੰ ਘੱਟੋ ਘੱਟ ਮੁਆਵਜ਼ਾ ਜ਼ਰੂਰ ਮਿਲੇ। ਮਿਨੀਮਮ ਸਪੋਰਟ ਪ੍ਰਾਈਸ ਵੀ ਉਨੀ ਕੁ ਹੀ ਆ, ਇਹ ਕੋਈ ਲਾਹੇਵੰਦ ਕੀਮਤ ਥੋੜੀ ਆ, ਤਾਂ ਕਿ ਖੇਤੀ ਫੇਲ ਨਾ ਹੋਵੇ। ਤੇ ਉਹਦਾ ਫਿਰ ਜੇ ਕੋਈ ਵਪਾਰੀ ਲਾਭ ਲੈਣ ਲੱਗ ਜਾਂਦਾ, ਈਵਨ ਮੰਤਰੀ ਇਨਵੋਲਵ ਹੋ ਗਏ ਸੀਗੇ, ਕਈਆਂ ਦੀ ਆੜਤਾਂ ਹੈਗੀਆਂ, ਤੁਹਾਨੂੰ ਪਤਾ ਹੀ ਆ ਵੇਲੇ ਵੇਲੇ ਮੰਤਰੀਆਂ ਦੀ ਸੀਗੀਆਂ, ਉਹਨਾਂ ਨੇ ਕਰੋੜਾਂ ਰੁਪਈਆ ਇਸ ਗੱਲ ਨਾਲ ਕਮਾਇਆ, ਕਿਉਂਕਿ ਅਫਸਰ ਤਾਂ ਰੁਪਈਆ ਬੋਰੀ ਇਕੱਠੇ ਕਰਕੇ ਦਿੰਦੇ ਸੀ, ਇੱਧਰੋਂ 200 ਰੁਪਏ ਦਾ ਫਰਕ ਪੈ ਜਾਂਦਾ ਸੀ। ਕੋਈ ਚੱਕ ਲਈ ਮਾੜੀ ਏਜੰਟ ਚੱਕ ਲਈ, ਉਧਰੋਂ FCI ਨੂੰ ਚੂਨਾ ਲੱਗਣਾ, ਬਾਅਦ ਚ ਬਾਰਿਸ਼ਾਂ ਨਾਲ ਖਰਾਬ ਹੋ ਗਈ, ਇੱਧਰੋਂ ਬੋਰੀਆਂ ਭਰੀਆਂ ਚੱਕ ਕੇ ਦੂਜੀ ਮੰਡੀ 'ਚ ਇੰਸਪੈਕਟਰ ਨੂੰ ਰਲ ਕੇ ਜਾਂ ਦਬਕਾ ਮਾਰਤਾ ਵੀ ਚੱਕੋ ਜੀ ਨੂੰ MSP ਤੇ। ਸੰਘੇੜਾ ਸਾਹਿਬ, ਜਾਂਦਿਆਂ ਜੇ ਕੁਝ ਹੋਰ ਕਹਿਣਾ ਚਾਹੂੰ ਜਿਹਦੇ ਨਾਲ ਕਿ ਕਿਸਾਨ ਥੋੜ੍ਹਾ ਜਿਹਾ ਆਪਣੇ ਆਪ ਨੂੰ ਠੀਕ ਮਹਿਸੂਸ ਕਰੇ ਕਿ ਭਾਈ ਠੀਕ ਹੋ ਗਿਆ ਕੰਮ, ਜਾਂ ਮੈਨੂੰ ਲੁੱਟ ਮੇਰੀ ਘੱਟ ਹੋਵੇ, ਤੇ ਦੂਸਰਾ ਆਉਣ ਵਾਲੇ ਸਮੇਂ ਦੇ ਵਿੱਚ ਹੁਣ, ਕਿਉਂਕਿ ਮੈਂ ਅੱਜ ਬਹੁਤੀ ਤੁਹਾਡੀ ਲੀਡਰਸ਼ਿਪ ਦੀਆਂ ਗੱਲਾਂ ਨਹੀਂ ਕੀਤੀਆਂ, ਕਿਉਂਕਿ ਮੈਨੂੰ ਸੀਗਾ ਕਿ ਹੁਣ ਭਾਈ ਕਿਸਾਨਾਂ ਦੀਆਂ ਕਰਦੇ ਹਾਂ, ਅਸੀਂ ਉਮੀਦ ਕਰਦੇ ਹਾਂ ਕਿ ਜਿਹੜੀਆਂ ਚੋਰ ਮੋਰੀਆਂ ਤੁਹਾਨੂੰ ਪਤਾ ਸੀ ਮੰਡੀ ਬੋਰਡ 'ਚ ਹੈਗੀਆਂ ਬੰਦ ਕਰਾਇਓ ਆਉਣ ਵਾਲੇ ਸਮੇਂ 'ਚ। ਦੇਖੋ ਜੀ, ਬਹੁਤ ਕੁਝ ਹੋਣ ਵਾਲਾ ਆ, ਅਜੇ ਸਾਨੂੰ ਸਿਰਫ 6 ਮਹੀਨੇ ਹੋਏ ਆ। ਈਵਨ ਮੰਡੀ ਬੋਰਡ, ਕਿਉਂਕਿ ਜਦੋਂ ਮੈਂ ਆਫੀਸਰ ਵੀ ਸੀਗਾ ਉਦੋਂ ਕੋਈ ਇੱਕ ਲਿਮੀਟੇਸ਼ਨ ਹੁੰਦੀ ਹੈ ਵੀ ਤੁਸੀਂ ਆਪਣੇ ਦਾਇਰੇ 'ਚ ਹੀ ਕੰਮ ਕਰ ਸਕਦੇ ਹੋ, ਜਿੱਥੇ ਤੁਸੀਂ ਹੈਗੇ ਹੋ ਉਹਨੇ ਕੋ ਨਹੀਂ ਫੜ ਸਕਦੇ ਹੋ। ਜੇ ਉਹਨਾਂ ਨੇ ਕਹਿਤਾ ਫਾਈਲ ਹੁਣ ਤੂੰ ਨਹੀਂ ਡੀਲ ਕਰਨੀ, ਤੇਰੀ ਇੱਥੇ ਡਿਊਟੀ ਆ, ਤਾਂ ਉਹ ਕੰਮ ਦੂਜੇ ਕੋਲ। ਹੁਣ ਸਾਡੀ ਸਰਕਾਰ ਹੈ, ਬਹੁਤ ਕੁਝ ਕਰਨ ਵਾਲਾ ਪਿਆ ਆ। ਅਸੀਂ ਖੇਤੀਬਾੜੀ ਦੇ ਧੰਦੇ ਦੇ ਵਿੱਚ ਵੀ ਜਿੱਦਾਂ ਮੂੰਗੀ ਤੇ ਹੁਣ MSP ਡਿਕਲੇਅਰ ਕੀਤੀ ਸੀ, ਇਕੱਲਾ ਉਹੀ ਨਹੀਂ, ਮੰਡੀ ਬੋਰਡ ਇੱਕੋ ਇੱਕ ਸਰਕਾਰ ਦਾ ਅਦਾਰਾ ਆ ਜਿਹਨੂੰ ਇਹ ਜਦੋਂ ਸਿਆਸੀ ਲੋਕ ਲੋਨ ਲੈ ਕੇ ਬਿਮਾਰ ਵੀ ਕਰ ਦਿੰਦੇ ਸੀ ਤਾਂ ਅਗਲੀ ਵਾਰੀ ਫੇਰ ਪੈਰਿੰਗ ਹੋ ਜਾਂਦਾ ਸੀ, ਕਿਉਂਕਿ 5-6 ਹਜ਼ਾਰ ਕਰੋੜ ਸਾਲ ਦਾ ਪੈਸਾ ਆਉਂਦਾ ਆ, ਕਰਜ਼ਾ ਲੈ ਵੀ ਜਾਂਦਾ ਸੀਗਾ। ਸੋ ਮੰਡੀ ਬੋਰਡ ਰਾਹੀਂ ਬਹੁਤ ਵੱਡੇ ਸੁਧਾਰ ਕੀਤੇ ਜਾ ਸਕਦੇ ਆ, ਤੇ ਸਰਕਾਰ ਦੇ ਵਿੱਚ ਵੀ ਅਸੀਂ ਖੇਤੀਬਾੜੀ ਲਈ ਬਹੁਤ ਜ਼ਿਆਦਾ ਸਕੀਮਾਂ ਲੈ ਕੇ ਆ ਰਹੇ ਹਾਂ। ਸੋ ਇੱਧਰਲੇ ਪਾਸੇ ਕੰਮ ਚੱਲ ਰਿਹਾ ਆ। ਮੈਂ ਥੋੜ੍ਹੇ ਸਮੇਂ 'ਚ ਇਹਦੇ ਬਾਰੇ ਨਹੀਂ ਕੁਝ ਦੱਸ ਸਕਦਾ। ਠੀਕ ਹੈ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਬਾਟ ਸਾਹਿਬ। ਸੋ ਜਗਤਾਰ ਸਿੰਘ ਸੰਘੇੜਾ ਸਾਹਿਬ ਦੇ ਨਾਲ ਗੱਲਬਾਤ ਹੋਈ, ਕਿਉਂਕਿ 25 ਸਾਲ ਦਾ ਮੰਡੀਆਂ ਦੇ ਵਿਚਲਾ ਤਜਰਬਾ ਹੈ। ਸੋ ਉਮੀਦ ਕਰਦੇ ਆ ਬਹੁਤ ਸਾਰੀਆਂ ਗੱਲਾਂ ਹੋ ਸਕਦਾ ਤੁਹਾਨੂੰ ਪਹਿਲਾਂ ਪਤਾ ਹੋਣ, ਪਰ ਜੇ ਕੁਝ ਨਵੀਆਂ ਗੱਲਾਂ ਪਤਾ ਲੱਗੀਆਂ ਟਿੱਪਣੀਆਂ ਕਰ ਦਿਓ। ਕੋਈ ਹੋਰ ਸਵਾਲ ਜਿਹੜੇ ਹੁਣ ਸੰਘੇੜਾ ਸਾਹਿਬ ਤਾਈਂ, ਤੇ ਉਧਰਲੇ ਪਾਸੇ ਚੱਲਾਂਗੇ। ਅਹੁਦਾ ਵੀ ਸੁਖਨਾ ਇਹਨਾਂ ਨੂੰ ਮਿਲਿਆ, ਪਰ ਅਜੇ ਜੁਆਇਨ ਕਰਨਾ, ਇਸ ਕਰਕੇ ਆਪਾਂ ਉਧਰਲੇ ਪਾਸੇ ਗੱਲ ਨਹੀਂ ਕੀਤੀ। ਫਿਰ ਕਿਸੇ ਦਿਨ ਸੱਦਾਂਗੇ, ਬੁਲਾਵਾਂਗੇ ਉਹਨਾਂ ਨੂੰ ਉਸ ਮੁੱਦੇ ਦੇ ਉੱਤੇ। ਬਾਕੀ ਤੁਹਾਨੂੰ ਪ੍ਰੋਗਰਾਮ ਕਿਹੋ ਜਿਹਾ ਲੱਗਾ, ਤੁਸੀਂ ਉਹਦੇ ਬਾਬਤ ਜਿਹੜਾ ਉਹ ਆਪਦੀਆਂ ਟਿੱਪਣੀਆਂ ਸਹੀ ਚੰਗੀ ਭਾਸ਼ਾ ਦੇ ਵਿੱਚ ਜ਼ਰੂਰ ਕਰ ਦਿਓ। ਇੱਥੇ ਦਿਓ ਪਰਮਜੀਤ ਸਿੰਘ ਬਾਠ ਨੂੰ ਆਗਿਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।